ਉਹ ਆਪਸ 'ਚ ਸ਼ਾਦੀ ਕਰ ਸਕਦੇ ਆ? ਮੁਫਤੀ ਸਾਹਿਬ ਸਾਡੇ ਕੋਲ ਬੈਠੇ ਨੇ, ਮੁਫਤੀ ਸਾਹਿਬ ਨੂੰ ਪੁੱਛਨੇ ਆ जी जी। मुफ्ती साहब वो शादी कर सकते हैं आपस में? हुसैनी साहब मैं तुहाडे नाल कि वो गल कर बालग सकना हो, लड़की भी बालग नहीं है, हो, ਜਿਹੜਾ लड़का ਕੋਈ भी बालग हो। जितने बंदे ने सारे नाल ही गल करनी हुंदी है। ਜਿਹੜਾ सवाल आया ਉਹਦਾ जवाब दसो। लड़की और लड़का बालग हो तो मुफ्ती साहब वो आप उनको कोई रोक सकता है शादी करने से? इस्लाम में क्या हुक्म है? ਮਤਲਬ ਇਹ ਹੁਣ ਮੁਫਤੀ ਤੁਸੀਂ ਨਹੀਂ ਸਾਹਿਬ। ਦੱਸਣਾ ਤੇ ਹੋਰ ਕਿਹਨੇ ਦੱਸਣਾ? ਆਓ ਤੁਸੀਂ ਤੇ ਮੁਫਤੀ ਹੋ। ਤੁਹਾਡੇ ਕੋਲ ਲੈਣੀ ਹੈ ਜੀ। हुसैनी साहब आमिर नजीर साहब कह रहे हैं कॉल उठा ले। जी बिस्मिल्लाह, क्यों नहीं। मैं ਉਹਨਾਂ ਕੋਲ ਵੀ ਬਾਹਰ ਹੈਗਾ ਰਹਿੰਦਾ ਇੱਕ ਬੰਦੇ ਨਾਲ ਤੇ ਪਹਿਲੇ ਗੱਲ ਕਰ ਮਾਈਕ ਲਵਾਂ। ਮਿਊਟ ਕੀਤਾ ਹੋਇਆ। ਮੁਫਤੀ ਸਾਹਿਬ ਅਨਮਿਊਟ ਕਰੋ। मुफ्ती साहब अगर लड़की और लड़का बालग हों, आपस में प्यार करते हों तो उनको शादी करने की इजाजत है? हाँ ਤੁਹਾਡਾ ਸਵਾਲ ਆ ਗਿਆ, ਉਹਨਾਂ ਨੂੰ ਜਵਾਬ ਉਹਨਾਂ ਦਾ ਸੁਣ ਲਓ, ਉਹਨਾਂ ਨੂੰ हुसैनी ਅਨਮਿਊਟ साहब ਕਰ ਲੈਣ ਦਿਓ। हुसैनी साहब जी जी। मैं क्या सवाल अगर तुसी करोगे तो आजज जरूर जवाब देगा, ठीक है? ਉਹ ਜਿਹੜਾ ਵੀ ਸਵਾਲ ਕਰੇਗਾ ਸਵਾਲ ਦਾ ਤੁਸੀਂ ਜਵਾਬ ਦਿਓਗੇ, ਸਾਰਿਆਂ ਨੂੰ ਪਹੁੰਚੇਗਾ। ਨਹੀਂ ਨਹੀਂ ਇੰਜ ਨਹੀਂ, ਇੰਜ ਨਹੀਂ, ਇੰਜ ਨਹੀਂ। ਫਿਰ ਤਰੀਕਾ ਘਰ ਇਹ ਹੁੰਦਾ ਵੇ, ਤੁਸੀਂ ਜਿਹੜਾ ਵੇ ਨਾ ਇਹ ਤੁਸੀਂ ਇਨਸਾਫ ਨਹੀਂ ਕਰਦੇ ਤੇ ਉਹ ਫਿਰ ਮਸਲਾ ਨਹੀਂ ਕਰਦਾ ਤੇ ਮੇਰੀ ਤੁਹਾਡੀ ਗੱਲ ਨਹੀਂ ਹੋ ਸਕਦੀ। ਅਸਲਾਮ ਅਲੈਕੁਮ। ਇਹੋ ਤੇ ਮੈਂ ਅਰਜ਼ ਕਰ ਰਿਹਾ ਹਾਂ ਕਿ ਤੁਸੀਂ ਫਿਰ ਪੂਰਾ ਇਨਸਾਫ ਕਰੋ, ਦੋਵੇਂ ਤਰਫਾ ਬੋਲਣ ਦਾ ਮੌਕਾ। ਇਨਸਾਫ ਕਹਿੰਦੇ ਹੀ ਪੂਰੇ ਨੂੰ ਨਹੀਂ ਇਨਸਾਫ। ਤੁਸੀਂ ਪਹਿਲੇ ਲਫ਼ਜ਼ ਇਸਤੇਮਾਲ ਕਰ ਲਿਆ ਕਿ ਤੁਸੀਂ ਇਨਸਾਫ ਨਹੀਂ ਕਰਦੇ, ਗੱਲ ਖਤਮ ਹੋ ਗਈ। ਬਾਈ ਸਵਾਲ ਤੁਸੀਂ ਕਰੋਗੇ ਤੇ ਮੈਂ ਜ਼ਰੂਰ ਜਵਾਬ ਦਿਆਂਗਾ। ਇਹਨਾਂ ਗੁਸਤਾਖ ਕਾਦੀਆਨੀਆਂ ਨੂੰ ਮੈਂ ਨਾ ਹੀ ਤੇ ਕੋਈ ਸਵਾਲ ਕਰਨਾ ਚਾਹਨਾ ਵਾ ਤੇ ਨਾ ਹੀ ਇਹਨਾਂ ਨੂੰ ਕੋਈ ਜਵਾਬ ਦੇਣਾ ਚਾਹਨਾ। ਇਹ ਦੇਖੋ ਨਾ, ਇਹ ਬੜਾ ਸੋਹਣਾ ਜਵਾਬ ਹੈ। ਤੁਸੀਂ ਕਾਦੀਆਨੀਆਂ ਨਾਲ ਗੱਲ ਨਹੀਂ ਕਰਨੀ। ਨਹੀਂ ਇਹ ਜੇ ਗੁਸਤਾਖ ਕਾਦੀਆਨੀ ਨੇ ਜਿਹੜੇ सेंसर गुजारिश मैं कर सकना विच जी, बोल जी। सकना। शादी करना गुस्ताखी आ? एक मिनट मुफ्ती जरा साहब। डॉक्टर साहब एक मिनट। आमिर भाई ਤੁਸੀਂ ਬਾਅਦ ਚ ਬੋਲ ਲਿਓ ਤਾਂ ਉਹ ਮੇਰਾ ਭਾਈ ਜੇ ਮੈਂ ਬੋਲਿਆ ਨਾ ਤੇ ਤੂੰ ਨਾ ਜਾਣਾ ਨਾ ਕਰ। गलबात यार ठीक है। होवे, गलबात होवे। ਮੁਫਤੀ ਸਾਹਿਬ ਤੁਹਾਡੇ ਨਾਲ ਗੱਲ ਹੋ ਰਹੀ, ਤੁਸੀਂ ਕਹਿੰਦੇ ਕਿ ਮੈਂ ਨਾ ਕਾਦੀਆਨੀਆਂ ਨਾਲ ਸਵਾਲ ਕਰਨਾ ਨਾ ਜਵਾਬ ਦੇਣਾ ਵਾ, ਔਰ ਹਸੈਨੀ ਭਾਈ ਇਨਸਾਫ ਨਹੀਂ ਕਰਦੇ। ਸਭ ਕੁਝ ਤੁਸੀਂ ਆਪਣੇ ਵੱਲੋਂ ਖੁਦਾ ਬਣ ਕੇ ਫੈਸਲਾ ਕਰ ਦਿੱਤਾ। ਮੈਂ ਇੱਕ ਸਾਦਾ ਜਿਹਾ ਸਵਾਲ ਪੁੱਛਿਆ जट ਕਿ साहब ਦੋ ਜਾਣੇ ਬਾਲਗ ਹੋਣ, ਲੜਕੀ ਔਰ ਲੜਕਾ। ਜੈਰ ਸਾਹਿਬ ਲਾਮਾ ਸਾਹਿਬ ਦੀ ਵੀ ਗੱਲ ਸੁਣੋ। ਜੀ ਜੀ। गुजारिश है, गल ठीक है कि गलबात करनी चाहिए ते गलबात नाल कोई किसी दा फायदा हुंदा है। कार्टून लाण नाल ते फोटोआं लाण नाल कई बार फिर जदों फिर वो नहीं हुंदा ते फिर फोटोआं भी बोल पैंदियां ने। लेकिन गल ये ਜੀ कि गुफ्तगू सिर्फ कीती नहीं जाती, करवाई भी जाती है। सानू सब कई बार गुफ्तगू करन वास्ते जिस तरह भीड़ नूं इकट्ठा करके कि ना लो फिर हुण आपस कर लो। ਹਾਂ ਨਹੀਂ ਉਹ ਮੁਸ਼ਕਿਲ ਹੈ। ਉਹ ਉਹ ਤੇ ਮੁਸ਼ਕਿਲ ਤਾਂ ਹੀ ਹੈ ਨਾ, ਕਰਵਾਈ ਤਾਂ ਜਾਂਦੀ ਜੇ ਦੂਸਰੇ ਆਦਮੀ ਕਬੂਲ ਵੀ ਜਿਹੜੇ ਆਉਂਦੇ ਹੀ ਫਤਵਾ ਲਾਣ ਵਿੱਚ ਤੈਨੂੰ ਤੇ ਤੇਰੇ ਅੰਦਰ ਇਨਸਾਫ ਹੀ ਨਹੀਂ। ਨਹੀਂ ਤੁਸੀਂ ਜੋ ਕਰਦੇ ਪਏ ਤੁਸੀਂ ਬਹੁਤ ਬਿਹਤਰੀਨ ਕੰਮ ਤੇ ਕਰਦੇ ਹੋ। ਸਭ ਤੋਂ ਜ਼ਿਆਦਾ ਲੋਕਾਂ ਨੂੰ ਮੌਕਾ ਦਿੰਦੇ ਪਏ ਹੋ, ਦੋਵਾਂ ਅਫਰੀਕਾ ਨੂੰ। ਅਮਰ ਨਜ਼ੀਰ ਸਾਹਿਬ ਤੁਸੀਂ ਖੁਤਬਾ ਤੇ ਬਹੁਤ ਦਿੰਦੇ ਹੋ, ਲੇਕਿਨ ਮੈਂ ਜਿੱਥੇ ਵੀ ਵੇਖਿਆ ਖਰਾਬੀ ਤੁਸੀਂ ਕਰਦੇ। ਨਾਸਰ ਸਾਹਿਬ ਗੱਲ ਕਰ ਲੈਂਦੇ ਮੈਨੂੰ ਸੈਂਡ ਕਰ ਲਓ। ਜੀ ਜੀ। ਮੇਰੇ ਫੈਨੀ ਗੁਜ਼ਾਰਿਸ਼ ਹੈ ਸਾਰਿਆਂ ਨੂੰ ਚਾਹੀਦਾ ਗੱਲ ਕਰਨਾ ਸਭ ਤੋਂ ਪਹਿਲੇ ਇੱਕ ਮਿੰਟ ਨਾਸਰ ਸਾਹਿਬ ਵਾਸਤਾ ਉਹਨਾਂ ਦੀ ਗੱਲ ਪੂਰੀ ਹੋਣ ਤੇ ਲਾਮਾ ਸਾਹਿਬ ਦੀ ਨਾ ਕਰੋ ਵਿੱਚ। ਜੀ ਜੀ। ਸਭ ਤੋਂ ਪਹਿਲੇ ਮੈਂ ਤੇ ਮੁਫਤੀ ਸਾਹਿਬ ਸਭ ਤੋਂ ਪਹਿਲੇ ਅਸੀਂ ਤਾਇਦ ਕਰਨੇ ਆ ਕਿ ਜੋ ਸੈਣੀ ਸਾਹਿਬ ਜਿਹਨੂੰ ਜਿੰਨਾ ਟਾਈਮ ਦੇਣ ਉਹ ਨਹੀਂ ਗੱਲ ਕਰੇ ਔਰ ਉਸ ਤਰ੍ਹਾਂ ਗੱਲ ਕਰੇ। ਕੋਈ ਬੰਦਾ ਸੈਣੀ ਸਾਹਿਬ ਦੇ ਉੱਤੇ ਨਾ ਬਲੇਮ ਲਾਏ, ਨਾ ਸੈਣੀ ਸਾਹਿਬ ਨੂੰ ਗਾਲਾਂ ਬੰਦੇ ਕੱਢਣ ਆ ਕੇ ਥੱਲੇ। ਸੈਣੀ ਸਾਹਿਬ ਉੱਤੇ ਇਤਰਾਜ਼ਾਤ ਦੋਵਾਂ ਫਰੀਕਾਂ ਦੇ ਨੇ ਔਰ ਮੈਂ ਇਹਨਾਂ ਨੂੰ ਅਗਲੇ ਦਿਨ ਪਿਆਂਦਾ ਕਿ ਇਹ ਹੀ ਸਰਟੀਫਿਕੇਟ ਹੈ ਤੁਹਾਡਾ ਗੈਰ ਜਾਨਬਦਾਰੀ ਦਾ। ਜਦੋਂ ਬੰਦੇ ਨੂੰ ਦੋਵਾਂ ਪਾਸਿਓਂ ਗਾਲਾਂ ਪੈਣ ਤੇ ਸਮਝੋ ਬਈ ਬੰਦਾ ਜਿਹੜਾ ਗੈਰ ਜਾਨਬਦਾਰੀ ਦੀ ਆਪਣੀ ਪੂਰੀ ਕੋਸ਼ਿਸ਼ ਕਰਦਾ। ਤੁਸੀਂ ਪੂਰਾ ਇਨਸਾਫ ਤੇ ਕਿਆਮਤ ਵਾਲੇ ਦਿਨ ਹੀ ਹੋਣਾ ਨਾ। ਨਹੀਂ ਉਹ ਤੇ ਉਂਝ ਹੀ ਹੈ। ਬਿਲਕੁਲ ਬਿਲਕੁਲ। ਦੁਨੀਆ ਤੇ ਕੁਝ ਨਾ ਕੁਝ ਕਸਰ ਨਾ ਕਿਸੇ ਨੂੰ ਕਦੇ ਮੁਫਤੀ ਸਾਹਿਬ ਨੂੰ ਲੱਗ ਗਈ, ਕਦੇ ਮੈਨੂੰ ਲੱਗ ਗਈ, ਕਿਸੇ ਹੋਰ ਨੂੰ ਲੱਗ ਗਈ, ਕਸਰ ਲੱਗ ਜਾਂਦੀ ਗੱਲ ਦੇ ਵਿੱਚ। ਲੇਕਿਨ ਪਹਿਲੀ ਤੇ ਅਸਲ ਚੀਜ਼ ਇਹ ਵੇ ਕਿ ਸੈਣੀ ਸਾਹਿਬ ਸਾਡੇ ਮੇਜ਼ਬਾਨ ਨੇ, ਅਸੀਂ ਸਾਰੇ ਉਹਨਾਂ ਦੀ ਬਰਾੜ ਤੇ ਆਉਂਦੇ ਆ। ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਤੇ ਟਰਸਟ ਕਰੀਏ ਤੇ ਉਹਨਾਂ ਨੂੰ ਆਖੀਏ ਵੀ ਸੈਣੀ ਸਾਹਿਬ ਤੁਸੀਂ ਜਿਹਨੂੰ ਆਖੋ ਦੇ ਉਹ ਬੋਲੇ। ਅਸੀਂ ਜਿਹੜਾ ਧੱਕਾ ਕਰਨ ਲੱਗ ਪਏ ਨੇ ਨਾ ਸੈਣੀ ਸਾਹਿਬ ਉਂਝ
ਹਕੀਕਤ ਵੀ ਇਹ ਵੇ ਕਿ ਇਹ ਕੌਮ ਜਿਹੜੀ ਹੈ ਨਾ, ਜੇ ਇਹ ਸਿਰਫ ਨਸੀਹਤ ਨੂੰ ਕਬੂਲ ਕਰਦੀ ਹੁੰਦੀ ਹੈ, ਜਿਹੜੀ ਮੇਰੇ ਗੱਲ ਕਰ ਦਿੱਤੀ ਹੈ ਨਾ, ਇਹ ਲੋਕਾਂ ਨੂੰ ਕਾਬਿਲ ਕਬੂਲ ਹੁੰਦੀ ਤੇ ਇਹ ਦੁਨੀਆ ਤੇ ਨਬੀ ਕੋ ਨਾ ਆਉਂਦੇ। ਇਹਨਾਂ ਨੂੰ ਕੁਝ ਨਾ ਕੁਝ ਜ਼ਾਬਤੇ ਨਾਲ ਕੰਟਰੋਲ ਵੀ ਕਰਨਾ ਚਾਹੀਦਾ ਵੀ ਯਾਰ ਗੱਲ ਸੁਣ, ਇੱਕ ਵਾਰੀ ਭਾਈ ਤੈਨੂੰ ਆਖਿਆ ਚੁੱਪ ਕਰ ਜਾ, ਜਿਹੜਾ ਨਹੀਂ ਕਰਦਾ ਉਹਨੂੰ ਥੱਲੇ ਲਾ ਛੱਡੋ। ਤੁਹਾਡੀ ਬਰਾੜ ਜਾਂ ਕਿਸੇ ਵੀ ਐਸੇ ਬੰਦੇ ਦੀ ਬਰਾੜ ਜਿਹੜਾ ਦੋ ਪਾਰਟੀਆਂ ਨੂੰ ਮੌਕਾ ਦੇਵੇ, ਵੱਲਾ ਉਹਦੇ ਤੋਂ ਮੈਂ ਤੇ ਮੁਫਤੀ ਸਾਹਿਬ ਵੀ ਨਾਰਾਜ਼ ਹੋ ਕੇ ਟੁਰ ਜੀ, ਉੱਥੇ ਬੰਦਿਆਂ ਪਿਆ ਹੀ ਆਉਣਾ ਹੈ। ਅਸੀਂ ਸਾਰੇ ਵੀ ਨਾਰਾਜ਼ ਹੋ ਕੇ ਟੁਰ ਜੀਏ ਨਾ, ਬੰਦਿਆਂ ਉੱਥੇ ਪਿਆ ਹੀ ਆਉਣਾ ਤੇ ਪਿਆ ਹੀ ਸੁਣਨਾ, ਕਿਉਂਕਿ ਜਿਹੜੀ ਕਾਊਂਟਰ ਕੁਐਸਚਨ ਹੁੰਦੇ ਨੇ ਤੇ ਜਿਹੜੀ ਗੁਫ਼ਤਗੂ ਹੁੰਦੀ ਹੈ ਨਾ, ਕ੍ਰਾਸ ਟਾਕ ਜਿਹਨੂੰ ਕਹਿੰਦੇ ਹੋ, ਇਹ ਲੋਕ ਬੜੀ ਪਸੰਦ ਕਰਦੇ ਨੇ। ਬਦੋ ਬਦੀ ਲੋਕਾਂ ਨੇ ਆ ਜਾਣੇ। ਇਸ ਗੱਲੇ ਸਾਨੂੰ ਚਾਹੀਦਾ ਕਿ ਭਾਈ ਇਸ ਬਰਾੜ ਦਾ ਇਹ ਦਾਵਾ ਨਹੀਂ ਹੈ ਕਿ ਅਹਿਮਦੀਆਂ ਦੀ ਬਰਾੜ ਹੈ, ਨਹੀਂ, ਜਾਂ ਇਹ ਸੁਨੀਆਂ ਦੀ ਬਰਾੜ ਹੈ, ਜਾਂ ਇਹ ਸ਼ੀਆਂ ਦੀ ਬਰਾੜ ਹੈ, ਜਾਂ ਫਲਾਣਿਆਂ ਦੀ ਜਾਂ ਫਲਾਣਿਆਂ ਦੀ, ਕਿਸੇ ਦੀ ਨਹੀਂ। ਇਹ ਇਨਸਾਨਾਂ ਦੀ ਬਰਾੜ ਹੈ। ਸਾਰੇ ਹੀ ਵੈਲਕਮ ਨੇ, ਹਰ ਕਿਸਮ ਦੇ ਮੌਜ਼ੂਆਤ ਆ ਕੇ ਕਰੋ, ਗੱਲ ਕਰੋ। ਇਹਦੇ 'ਚ ਕੋਈ ਜਾਨਵਰਦਾਰੀ ਨਹੀਂ ਹੈ। ਤੁਸੀਂ ਆਪਸ ਵਿੱਚ ਗੱਲ ਸ਼ੁਰੂ ਕਰਦੇ ਹੋ, ਸੁਲਹ ਨਾਲ ਤਾਂ ਕਰਦੇ ਰਹੋ, ਮੈਂ ਵੀ ਸੁਣ ਰਿਹਾ। ਨਹੀਂ, ਉਹ ਗਲਤ, ਆਪਸ ਅਸੀਂ ਨਹੀਂ ਕਰ ਸਕਦੇ, ਸਾਡੇ 'ਚ ਕੋਈ ਨਹੀਂ ਜੇ ਸਲਾਹੀਅਤ ਹੈ। ਹਾਂ, ਮੇਰਾ ਮਕਸਦ ਇਹ ਕਿ ਅਗਰ ਦੋ ਬੰਦੇ ਰਜ਼ਾਮੰਦੀ ਨਾਲ ਆਪਸ ਵਿੱਚ ਕਰ ਰਹੇ ਨੇ ਤੇ ਮੈਂ ਉਹਦੇ 'ਚ ਮੁਦਾਖਲਤ ਨਹੀਂ ਕਰਦਾ, ਤੇ ਜਿਸ ਵਕਤ ਉਹ ਉਹਦੇ 'ਚ ਪਏ ਨੇ ਤੇ ਫਿਰ ਮੈਂ ਉਹਨਾਂ ਨੂੰ ਕੋਸ਼ਿਸ਼ ਕਰਨਾ ਵੀ ਮੈਨੂੰ ਵਾਰੀ ਦਿਓ ਤੇ ਮੈਂ ਦਰਮਿਆਨ ਵਿੱਚ ਤੁਹਾਡੇ ਕੋਲ ਥੋੜ੍ਹਾ ਜਿਹਾ ਸਹੂਲਤ ਪੈਦਾ ਕਰਾਂ ਗੁਫ਼ਤਗੂ ਦੇ ਵਿੱਚ, ਤੇ ਜੇ ਉਹ ਮੰਨ ਜਾਣ ਤੇ ਮੈਂ ਕਰ ਲੈਣਾ, ਨਾ ਮੰਨਣ ਤੇ ਫਿਰ ਮਕੈਨੀਕਲ ਕੰਮ ਕਰਨਾ ਪੈਂਦਾ। ਬਸ ਇਤਨੀ ਗੱਲ ਹੈ। ਨਹੀਂ, ਥੋੜਾ ਜਿਹਾ ਇੰਨਾ ਵੇਖਣਾ ਚਾਹੀਦਾ, ਅਗਰ ਇੱਕ ਬੰਦਾ ਮੁਸਲਸਲ ਬੋਲੀ ਜਾ ਰਿਹਾ 5-10 ਮਿੰਟ ਤੋਂ, ਤੇ ਫਿਰ ਚਲੋ ਉਸ ਦਾ ਵੀ ਮੇਰੇ ਖਿਆਲ ਇੰਨਾ ਕੁ ਉਹਦੇ ਤੇ ਫਰਜ਼ ਆਇਦ ਹੋ ਜਾਂਦਾ ਵੀ ਹੋ ਗਈ ਤੁਹਾਡੀ ਗੱਲ ਮੁਕੰਮਲ, ਜਾਂ ਹੋਰ ਕਰਨੀ ਜੇ, ਜਿਸ ਤਰ੍ਹਾਂ ਤੁਸੀਂ ਆਂਦੇ ਹੁੰਦੇ ਹੋ ਇਹ ਜਾਮੇ ਮੁਖਤਸਰ ਗੱਲ ਕਰਨੀ ਜੇ, ਜਾਂ ਹੋ ਗਈ ਮੁਕੰਮਲ ਮੁਖਤਸਰ ਤੇ ਤਫਸੀਲ ਨਾਲ। ਮੁਖਤਸਰ ਤਫਸੀਲ ਨਾਲ ਗੱਲ ਤੁਹਾਡੀ ਹੋ ਗਈ ਹੈ ਜਾਂ ਬਾਕੀ ਰਹਿੰਦੀ ਹੈ? ਅੱਛਾ, ਮੈਂ ਅਰਜ਼ ਕਰਾਂ ਥੋੜਾ ਜਿਹਾ, ਮੈਂ ਵੀ ਅਰਜ਼ ਕਰਾਂ ਕੁਝ। ਬਿਲਕੁਲ। ਅੱਛਾ, ਗੁਜ਼ਾਰਿਸ਼ ਹੈ ਵੇ ਕਿ ਉਹਦਾ ਤਰੀਕਾ ਘਰ ਇਹ ਹੁੰਦਾ ਹੈ ਕਿ ਹੁਸੈਨੀ ਸਾਹਿਬ ਦੀ ਬਰਾੜ ਤੇ ਪਹਿਲੇ ਬੜਾ ਮਜ਼ਾ ਆਉਂਦਾ ਹੁੰਦਾ ਸੀ, ਚੱਸ ਹੁੰਦੀ ਸੀ ਕਿ ਉਹ ਟਾਈਮ ਇੱਕ ਮੁਕਰਰ ਹੁੰਦਾ ਸੀ, ਦੋਵੇਂ ਫਰੀਕ ਨੂੰ ਪੂਰਾ ਟਾਈਮ ਮਿਲਦਾ ਸੀ ਤੇ ਉਹ ਬੜੀ ਮੈਨੇਜਮੈਂਟ ਹੁੰਦੀ ਸੀ। ਲੇਕਿਨ ਕੁਝ ਅਰਸੇ ਤੋਂ ਵੇਖ ਰਹੇ ਹਾਂ ਜਨਾਬ, ਧੀਂਗਾ ਮੁਸ਼ਤੀ ਹੋ ਰਹੀ ਹੁੰਦੀ ਏ, ਕਾਦੀਆਨੀ ਆਉਂਦੇ ਨੇ, ਉਹਨਾਂ ਨੇ ਪਿੱਛੇ ਸਾਊਂਡ ਕਾਰਡ ਲਾਏ ਹੁੰਦੇ ਨੇ, ਉਹ ਇੰਨੀ ਚੀਖੋ ਪੁਕਾਰ ਹੋ ਰਹੀ ਹੁੰਦੀ ਏ। ਉਹ ਅਸਲ 'ਚ ਕਰਦੇ ਨੇ ਸ਼ਰਾਰਤ ਕਿ ਭਾਈ ਇਹ ਹੁਸੈਨੀ ਸਾਹਿਬ ਦੀ ਬਰਾੜ ਨੂੰ ਜਾ ਕੇ ਖਰਾਬ ਕਰੋ ਬਈ। ਤੇ ਹੁਸੈਨੀ ਸਾਹਿਬ ਦਰਵੇਸ਼ ਆਦਮੀ ਨੇ, ਉਹ ਹੁਣ ਮਤਲਬ ਚੁੱਪ ਕਰਕੇ ਵਹਿੰਦੇ ਰਹਿੰਦੇ ਨੇ। ਰੌਲਾ ਵਿੱਚ ਇਹ ਪਿਆ ਵੇ ਤੇ ਜਿਹੜਾ ਮੈਂ ਇਹਨਾਂ ਨੂੰ ਕਿਹਾ ਵੇ ਇਨਸਾਫ ਨਹੀਂ ਕਰਦੇ, ਉਹਦੇ ਤੇ ਉਹ ਮੁਰਾਦ ਮੇਰੀ ਇਹ ਸੀ ਕਿ ਭਾਈ ਅਜੇ ਹੁਣ ਉਹ ਵੇਖੋ, ਇਨਸਾਫ ਨਾ ਕਰਨ ਨੂੰ ਮੈਨੂੰ ਸਾਈਂ ਲੋਕ ਤੇ ਦਰਵੇਸ਼ ਬਣਾ ਕੇ ਉਹਦਾ ਦਰ ਕੀਤਾ। ਜਜ਼ਾਕੱਲਾ ਨਵੀਂ FIR ਹੋ ਗਈ ਜੀ। ਕੁਰਬਾਨ ਜਾਣ ਤੁਹਾਡੀਆਂ ਸੋਹਣੀਆਂ ਗੱਲਾਂ। ਨਹੀਂ ਦਰਵੇਸ਼ ਤੂੰ ਮੁਰਾਦ ਕਿ ਸਾਦਾ ਆਦਮੀ, ਮੈਂ ਹੁਣ ਪਤਾ ਨਹੀਂ ਤੁਸੀਂ ਪਤਾ ਨਹੀਂ ਹੁਣ ਤੁਹਾਡੀ ਲੁਗਤ ਦੇ ਵਿੱਚ ਦਰਵੇਸ਼ ਕਿਸੇ ਨੂੰ ਹੋਰ ਕਿਸੇ ਨੂੰ ਕਹਿੰਦੇ ਨੇ, ਮੈਨੂੰ ਤੇ ਨਹੀਂ ਪਤਾ। ਮੈਂ ਵੀ ਕੋਈ ਨਾ ਕੋਈ ਥੋੜਾ ਬਹੁਤ ਉਰਦੂ ਪੜ੍ਹਦਾ ਹੀ ਰਹਿਣਾ। ਤੇ ਅੱਛਾ, ਸਾਡੇ ਇੱਥੇ ਨਾ ਪੰਜਾਬ ਦੇ ਵਿੱਚ ਗੁਜਰਾਂਵਾਲੇ 'ਚ ਦਰਵੇਸ਼ ਆਂਦੇ ਨੇ, ਸਾਦਾ ਜਿਹਾ ਜਿਹੜਾ ਆਦਮੀ ਹੁੰਦਾ ਨਾ ਉਹਨੂੰ ਕਹਿੰਦੇ ਨੇ। ਮੈਂ ਪੰਜਾਬ ਦੇ ਸਾਰੇ ਜ਼ਿਲ੍ਹੇ ਫਿਰੇ ਨੇ। ਅੱਛਾ, ਮਾਸ਼ਾਅੱਲਾ। ਚਲੋ, ਤੇ ਉਹ ਇਹ ਸੀ ਕਿ ਹੁਣ ਅਗਲੇ ਦੇ ਮਜ਼ਾਜ ਦਾ ਵੀ ਨਹੀਂ ਪਤਾ, ਹੁਸੈਨੀ ਸਾਹਿਬ ਦਾ ਮਜ਼ਾਜ ਕੀ ਹੈ, ਕਿਹੜੇ ਟਾਈਮ ਪਾਰਾ ਜਿਹੜਾ ਵੇ ਮਾਸ਼ਾਅੱਲਾ 100 ਤੋਂ ਅੱਗੇ ਟੱਪ ਜਾਏ ਤੇ ਕੀ ਪਤਾ ਹੈ। ਦੂਸਰੇ ਪਾਸੇ ਆ ਗਏ ਹੋ ਅਜੇ ਗੱਲ ਤੇ ਸੁਣੋ ਨਾ, ਹੁਣ 100 ਤੋਂ ਵੀ ਅੱਗੇ ਟਪਾ ਰਹੇ ਹੋ। ਮੈਂ ਤਾਂ ਗੱਲ ਤੇ ਸੁਣੋ ਨਾ। ਅਜੇ ਹੁਣ ਮੈਂ ਸਿਰਫ ਇੰਨਾ ਕਿਹਾ ਹੈ ਜੀ ਕਿ ਤੁਸੀਂ ਇਨਸਾਫ ਨਹੀਂ ਕਰਦੇ ਤੇ ਚਲੋ ਜੀ, ਤੁਸੀਂ ਨਾ ਤੁਹਾਡੀ ਮੇਰੀ ਗੱਲ ਨਹੀਂ ਹੋ ਸਕਦੀ ਯਾਰ। ਮੈਂ ਤੇ ਕਹਿ ਰਿਹਾ ਹਾਂ ਕਿ ਹੁਸੈਨੀ ਸਾਹਿਬ ਜਦੋਂ ਤੁਸੀਂ ਸਵਾਲ ਕਰੋਗੇ ਮੈਂ ਜਵਾਬ ਦਿਆਂਗਾ, ਮੈਂ ਕਹਿ ਵੀ ਰਿਹਾ ਹਾਂ। ਮੈਨੂੰ ਜਿਹੜੇ ਤੁਸੀਂ ਜਵਾਬ ਦੇ ਰਹੇ ਹੋ ਤੇ ਤਸੱਲੀ ਭਾਈ ਦੇ ਹੀ ਰਹੇ ਹੋ, ਮੈਨੂੰ ਪਤਾ ਲੱਗ ਰਿਹਾ। ਸਹੀ ਹੋ ਗਿਆ। ਤੇ ਉਹ ਇਹ ਵੇ ਕਿ ਡਿਬੇਟ ਕਰਾਓ, ਜ਼ਰੂਰ ਅਸੀਂ ਡਿਬੇਟ ਕਰਾਂਗੇ, ਅਸੀਂ ਡਿਬੇਟਰ। ਹਾਂ, ਲੇਕਿਨ ਚਲੋ ਫਿਰ ਸਵਾਲ ਹੈ, ਡਿਬੇਟ ਆ ਗਏ ਨੇ। ਜੱਟ ਸਾਹਿਬ ਪੁੱਛੋ ਸਵਾਲ। ਹਾਂ, ਨਹੀਂ ਫਿਰ ਇਹ ਵੇ ਕਿ ਦੋ ਬੰਦੇ ਜਿੱਥੇ ਬਹਿ ਕੇ ਫਿਰ ਇਹਨਾਂ ਨੂੰ ਦਿੱਤਾ, ਇਹ ਬਾਅਦ ਚ ਕਹਿਣ ਨਾ ਕਿ ਇਹਨਾਂ ਦਾ ਦੋ ਬੰਦੇ ਫਿਰ ਅਸੀਂ ਗੱਲ ਕਰਾਂਗੇ। ਦੋ ਹੀ ਕਰੋਗੇ, ਬਾਕੀ ਸਾਰਿਆਂ ਨੂੰ ਹਟਾ ਦਿਆਂਗੇ। ਤੁਸੀਂ ਦੋ ਨਹੀਂ, ਮੈਂ ਖਾਮੋਸ਼ ਹਾਂ ਜਿੰਨੀ ਦੇਰ ਤੱਕ ਮਤਲਬ ਤੁਹਾਡੇ ਨੂੰ ਨਾ ਹੋਇਆ। ਜੱਟ ਸਾਹਿਬ ਗੱਲ ਬਿਸਮਿਲ੍ਲਾ ਕਰਕੇ। ਜੱਟ ਸਾਹਿਬ ਗੱਲ ਤੇ ਸੁਣ ਲਓ ਇੱਕ ਮਿੰਟ, ਹੁਸੈਨੀ ਸਾਹਿਬ ਤੁਸੀਂ ਵੀ ਸੁਣ ਲਓ। ਤੇ ਉਹ ਇਹ ਵੇ ਕਿ ਫਿਰ
ਨਹੀਂ ਹਟਾਓ ਨਾ, ਤੁਸੀਂ ਨਾ ਹਟਾਓ, ਕਿਉਂ ਤੁਸੀਂ ਉਹ ਵਿਚਾਰਿਆਂ ਨੂੰ, ਦੋ ਆਦਮੀਆਂ ਦੇ ਗੱਲ ਉਹ ਹੋਣੀ ਹੈ, ਨਹੀਂ, ਬੰਦੇ ਅਸਾਂ ਵਿੱਚ ਉਹ ਪਾਣੀ ਕੋਈ ਨਹੀਂ। ਉਹ ਇਹ ਗਲਤ ਗੱਲ ਜਿਹੀ ਹੋ ਜਾਂਦੀ, ਮੈਂ ਨਹੀਂ ਅੱਛਾ ਨਹੀਂ। ਦੇਖੋ ਜ਼ਿਆਦਾ ਬੰਦੇ ਹੋਣ ਨਾ ਤੇ ਮਸਾਇਲ ਹੋ ਜਾਂਦੇ ਨੇ। ਚਲੋ ਚੰਗਾ ਤੁਸੀਂ ਕਰਦੇ ਹੋ। ਡਿਬੇਟ ਕਰੋ, ਬੇਸ਼ੱਕ 2 ਮਿੰਟ ਲਵੋ, 3 ਮਿੰਟ ਲਵੋ, 1 ਮਿੰਟ ਲਵੋ, ਗੱਲ ਕਰੋ, ਬਿਸਮਿਲ੍ਲਾ ਸ਼ੁਰੂ ਕਰੋ। ਤੇ ਚਲੋ ਫਿਰ ਟਾਈਮ ਤੁਸੀਂ ਆਪੇ ਹੀ ਸੈੱਟ ਕਰ ਦਿਓ, 2-2 ਮਿੰਟ ਕਰ ਲਓ। ਤੁਸੀਂ ਤੁਹਾਡੇ ਤੇ ਇਤਬਾਰ ਹੈ, ਤੁਸੀਂ ਖੁਦ ਬਹੁਤ ਅੱਛਾ, ਤੁਸੀਂ ਕੋਈ ਨਾ ਮੈਂ ਨਹੀਂ ਤੁਹਾਡੇ ਮੁਤਲਕ ਇਹ ਲਫ਼ਜ਼ ਕਰਨਾ, ਮੈਂ ਤੁਹਾਡੇ ਮੁਤਲਕ ਇਹ ਕਹਿਣਾ ਤੁਸੀਂ ਨਿਹਾਇਤ ਮੁਨਸਫਾਨਾ ਔਰ ਦਿਆਨਤਦਾਰੀ ਦੇ ਨਾਲ ਟਾਈਮ ਦੱਸ ਦਿੰਦੇ ਹੁੰਦੇ ਹੋ। ਆਪਣੇ ਮੁਤਲਕ ਵੀ ਮੇਰਾ ਟਾਈਮ ਖਤਮ ਹੋ ਗਿਆ, ਮੈਂ ਦੇਖਿਆ ਤੁਹਾਨੂੰ। ਅੱਛਾ, ਤੇ ਮੈਂ ਫਿਰ ਇਹਦਾ ਮਤਲਬ ਹੈ ਕੰਪਿਊਟਰ ਅੱਗੇ ਮੈਨੂੰ ਆਉਣਾ ਪੈਣਾ ਹੈ, ਤੇ ਮੈਂ ਤੇ ਬਿਸਤਰੇ ਤੇ ਲੇਟਿਆ ਸਾਜੇ, ਤੇ ਤੁਸੀਂ ਮੈਨੂੰ ਜਿਹੜਾ ਹੁਕਮ ਫਰਮਾਇਆ, ਤੇ ਚਲੋ ਫਿਰ ਅਸੀਂ ਤੁਸੀਂ ਜਦੋਂ ਗੱਲ ਕਰਦੇ ਹੋ ਮੈਂ ਤੁਹਾਨੂੰ ਇਹ ਦੇਖਿਆ ਹੈ ਤੁਹਾਡੀ ਖੂਬੀ ਕਿ ਤੁਸੀਂ ਆਪਣੇ ਮੁਤਲਕ ਵੀ ਕਿਹਾ ਵੀ ਮੇਰਾ ਟਾਈਮ ਖਤਮ ਹੋ ਗਿਆ, ਹੁਣ ਤੁਸੀਂ ਗੱਲ ਕਰੋ। ਹਾਂ ਸਹੀ ਹੋ ਗਿਆ ਇਹ ਤੁਹਾਡੀ ਜੀ ਜੱਟ ਸਾਹਿਬ, ਫਿਰ ਸ਼ੁਰੂ ਕਰੀਏ ਫਿਰ। ਹਾਂਜੀ ਤੇ ਕਰੋ ਗੱਲ ਸ਼ੁਰੂ ਫਿਰ। ਹਾਂਜੀ ਅੱਲਾ ਦਾ ਨਾਮ ਲੈ ਕੇ ਕਰੀਏ ਫਿਰ। ਜੀ ਮੈਂ ਤਾਂ ਦਿਨ ਰਾਤ ਰੱਬ ਦਾ ਨਾਮ ਲੈਂਦਾ ਵਾਂ, ਇਹ ਨਹੀਂ ਕਿ 2 ਮਿੰਟ ਤੋਂ ਜ਼ਿਆਦਾ ਗੱਲ ਕਰਾਂ। ਗੱਲ ਇਹ ਆ ਕਿ ਮੈਂ ਸਵਾਲ ਇਹ ਪੁੱਛਿਆ ਸੀਗਾ ਮੁਫਤੀ ਸਾਹਿਬ ਕਿ ਅਗਰ ਕੁੜੀ ਤੇ ਮੁੰਡਾ ਬਾਲਗ ਹੋਣ, ਆਪਸ 'ਚ ਇੱਕ ਦੂਸਰੇ ਨੂੰ ਪਸੰਦ ਕਰਦੇ ਹੋਣ, ਉਹਨਾਂ ਨੂੰ ਆਇਆ ਕਿ ਆਪਸ 'ਚ ਨਿਕਾਹ ਕਰਨ ਦੀ ਇਜਾਜ਼ਤ ਹੈ ਕਿ ਨਹੀਂ, ਉਹਦਾ ਦੂਸਰਾ ਸਟੈਪ ਵੀ ਤੁਸੀਂ ਜ਼ਰੂਰ ਦੱਸ ਦਿਓ ਕਿ ਉਹਨਾਂ ਦੇ ਮਜ਼ਾਹਿਬ 'ਚ ਜਾਂ ਫਿਰਕੇ ਦੇ ਵਿੱਚ ਕੋਈ ਫਰਕ ਵਾ। ਤੇ ਹੋ ਸਕਦਾ ਉਹਦਾ ਵਾਲਿਦ ਮੰਨੇ ਨਾ, ਉਹ ਕਵੇ ਕਿ ਮੈਂ ਮੁਫਤੀ ਹਾਂ, ਮੈਂ ਖੁਦ ਮੌਲਵੀ ਹਾਂ, ਜਾਂ ਮੈਂ ਮਸਜਿਦ ਦਾ ਇਮਾਮ ਹਾਂ, ਤੇ ਮੇਰੇ ਵਾਸਤੇ ਉਹ ਚੀਜ਼ ਮਤਲਬ ਕਿ ਅੱਛੀ ਨਹੀਂ ਆ ਜਾਂ ਮੈਂ ਨਹੀਂ ਕਰਨੀ। ਮੈਂ ਪੁੱਛਣਾ ਚਾਹੁੰਦਾ ਇਸਲਾਮ 'ਚ ਕੀ ਹੁਕਮ ਆ ਕਿ ਉਹ 2 ਕੁੜੀ ਮੁੰਡੇ ਨੂੰ ਕਰ ਲੈਣਾ ਚਾਹੀਦਾ ਵਿਆਹ, ਉਹ ਕਿਸੇ ਵੀ ਫਿਰਕੇ ਦੇ ਆ। ਔਰ ਤੀਸਰਾ ਇਸੇ ਹੀ ਦੇ ਵਿੱਚ ਤੁਸੀਂ ਇਹ ਵੀ ਦੱਸਣਾ ਵਾ ਕਿ ਅਗਰ ਤੁਸੀਂ ਕਹੋਗੇ ਨਾ ਕਿ ਫਲਾਂ ਸ਼ਰਤ ਵਾ, ਫਲਾਂ ਸ਼ਰਤ ਵਾ, ਫਲਾਂ ਸ਼ਰਤ ਵਾ, ਉਹ ਮੈਨੂੰ ਤੁਸੀਂ ਕੁਰਾਨ ਔਰ ਹਦੀਸ ਤੋਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ ਤੋਂ ਸਾਬਤ ਕਰਨੀ ਕਿ ਉਹਨਾਂ ਨੇ ਕੀ ਕਿਹਾ ਸੀ। ਬਸ ਆਹ ਸਵਾਲ ਆ ਮੇਰਾ। ਜੀ ਠੀਕ ਹੋ ਗਿਆ। ਤੇ ਇਹ ਮੈਂ ਨਾ ਸਿਸਟਮ ਅਜੇ ਹੁਣ ਆ ਨਹੀਂ ਕੀਤਾ ਵੇ, ਸਟਾਪ ਵਾਚ ਮੈਂ ਲਾ ਲਵਾਂ। ਠੀਕ ਹੋ ਗਿਆ। ਅੱਛਾ, ਬਾਤ ਇਹ ਵੇ ਕਿ ਫਿਕਹੀ ਸਵਾਲਾਤ ਦੇ ਜਵਾਬਾਤ ਮੈਂ ਦਿੰਦਾ ਨਹੀਂ ਹੁੰਦਾ। ਇਹ ਫਿਕੀ ਨੋਈਅਤ ਦਾ ਇੱਕ ਸਵਾਲ ਹੈ। ਮੈਂ ਤੇ ਅਸਲ 'ਚ ਕਾਦੀਆਨੀਆਂ ਦੇ ਨਾਲ ਡਿਬੇਟ ਕਰਨਾ, ਜਿਹੜੇ ਉਲਝੇ ਮਸਾਇਲ ਨੇ ਉਹਨਾਂ ਮਸਾਇਲ ਦੇ ਉੱਤੇ। ਤੇ ਤੁਹਾਡੇ ਸਵਾਲ ਦਾ ਜਵਾਬ ਵੀ ਮੈਂ ਜ਼ਰੂਰ ਦੇਣਾ ਵਾਂ, ਲੇਕਿਨ ਹਜੇ ਹੁਣ ਤੁਸੀਂ ਫਰਮਾ ਰਹੇ ਸੀ ਕਿ ਮੈਂ ਦਿਨ ਰਾਤ ਰੱਬ ਦੀ ਯਾਦ ਕਰਨਾ ਵਾ ਤੇ ਉਹਨੂੰ ਮੈਂ ਪੁਕਾਰਨਾ ਵਾ। ਤੇ ਮੈਨੂੰ ਗੱਲ ਤੁਹਾਡੀ ਬੜੀ ਸੋਹਣੀ ਜਿਹੀ ਲੱਗੀ ਏ, ਲੇਕਿਨ ਮੈਂ ਜਾਣ ਸਕਣਾ ਵਾਂ ਕਿ ਕਿਹੜੇ ਰੱਬ ਦੀ ਤੁਸੀਂ ਇਬਾਦਤ ਕਰਦੇ ਹੋ? ਆਇਆ ਰੱਬ ਯਲਾਸ਼ ਦੀ, ਜਾਂ ਰੱਬ ਕਾਲੇ ਦੀ, ਜਾਂ ਰੱਬ ਕਾਲੂ ਦੀ, ਕਿਹਦੀ ਕਰਦੇ ਹੋ? ਕਿਉਂਕਿ ਤੁਹਾਡੀਆਂ ਕਿਤਾਬਾਂ ਦੇ ਵਿੱਚ ਜਿਹੜੇ ਰੱਬ ਨੇ ਨਾ, ਉਹ 5 ਕਿਸਮ ਦੇ ਰੱਬ ਮਿਲਦੇ ਨੇ। ਇੱਕ ਰੱਬ ਵਿਤਰ ਏ, ਇੱਕ ਰੱਬ ਆਜ ਏ, ਇੱਕ ਰੱਬ ਕਾਲਾ ਵੇ, ਇੱਕ ਰੱਬ ਯਲਾਸ਼ ਏ, ਇੱਕ ਕਾਲੂ ਵੇ। ਤੇ ਇਹਨਾਂ 5 ਦੇ ਵਿੱਚੋਂ ਤੁਸੀਂ ਕਿਹਦੀ ਇਬਾਦਤ ਕਰਦੇ ਹੋ? ਕਿਹਨੂੰ ਯਾਦ ਦਿਨ ਰਾਤ ਕਰਦੇ ਹੋ? ਜ਼ਰਾ ਮੈਨੂੰ ਥੋੜਾ ਜਿਹਾ ਦੱਸ ਦਿਓ ਤਾਂ ਕਿ ਫਿਰ ਮੈਂ ਅੱਗੇ ਗੁਫ਼ਤਗੂ ਨੂੰ ਵਧਾਵਾਂ। ਜੀ ਹੁਣ 1 ਮਿੰਟ, ਚਲੋ ਮੈਂ ਤੁਹਾਨੂੰ ਟਾਈਮ ਦੇਣਾ ਵਾ, 2 ਮਿੰਟ ਤੁਸੀਂ ਬੋਲ ਸਕਦੇ ਹੋ। ਮੇਰਾ 1.25 ਮਿੰਟ ਹੋਇਆ ਜੇ ਵੈਸੇ। ਜੀ ਠੀਕ ਆ, ਮੈਨੂੰ ਜ਼ਰੂਰਤ ਨਹੀਂ ਹੈ 2 ਮਿੰਟ। ਮੇਰਾ ਇਹ ਸਵਾਲ ਹੈ ਹੀ ਨਹੀਂ ਜਿਹਦਾ ਤੁਸੀਂ ਜਵਾਬ ਦੇਣ ਦੇ। ਲੋ ਜੀ, ਮੇਰੇ ਵੱਲੋਂ ਗੱਲ, ਮੇਰਾ ਜਿਹੜਾ ਸਵਾਲ ਆ ਉਹਦੇ ਵਿੱਚ ਇਹ ਚੀਜ਼ ਮੌਜੂਦ ਹੀ ਨਹੀਂ ਆ ਜਿਹੜੀ ਤੁਸੀਂ ਮੈਨੂੰ ਅੱਗੋਂ ਦੱਸਣ ਦੇ। ਹਾਂਜੀ ਅੱਗੇ ਕਰੋ ਗੱਲ। ਜੀ ਠੀਕ ਹੋ ਗਿਆ ਜੀ। ਅੱਛਾ, ਮੈਂ ਟਾਈਮ ਸ਼ੁਰੂ ਕਰ ਲਾਂ। ਅੱਛਾ, ਗੁਜ਼ਾਰਿਸ਼ ਹੈ ਵੇ ਕਿ ਤੁਸੀਂ ਫਰਮਾ ਰਹੇ ਸੋ ਨਾ ਜੀ ਮੈਂ ਦਿਨ ਰਾਤ ਰੱਬ ਦੀ ਇਬਾਦਤ ਕਰਨਾ, ਉਹ ਸਾਨੂੰ ਕਮ ਅਜ਼ ਕਮ ਥੋੜਾ ਦੱਸੋ ਵੀ ਤੇ ਸਹੀ ਨਾ ਕਿ ਉਹ ਰੱਬ ਕਿਹੜਾ ਰੱਬ ਵੇ ਜਿਹਦੀ ਤੁਸੀਂ ਇਬਾਦਤ ਕਰਦੇ ਹੋ? ਮਿਰਜ਼ਾ ਸਾਹਿਬ ਕਹਿੰਦੇ ਨੇ ਖੁਦਾ ਦਾ ਨਾਮ ਹੈ ਯਲਾਸ਼, ਤੁਸੀਂ ਯਲਾਸ਼ ਦੀ ਇਬਾਦਤ ਕਰਦੇ ਹੋ। ਇੱਕ ਜਗ੍ਹਾ ਉਹ ਆਂਦੇ ਨੇ ਕਿ ਖੁਦਾ ਦਾ ਨਾਮ ਹੈ ਵਿਤਰ, ਜੇ ਤੂੰ ਮਿਨ ਹਜ਼ਰਤਿਲ ਵਿਤਰ, ਠੀਕ ਹੈ। ਤੇ ਇੱਕ ਜਗ੍ਹਾ ਉਹ ਫਰਮਾਉਂਦੇ ਨੇ ਕਿ ਰੱਬ ਦਾ ਨਾਮ ਹੈ ਆਜ, ਆਜੀ ਖੁਦਾ। ਇੱਕ ਜਗ੍ਹਾ ਤਜ਼ਕਰਾ ਦੇ ਵਿੱਚ ਫਰਮਾਉਂਦੇ ਨੇ ਕਿ ਰੱਬ ਦਾ ਨਾਮ ਹੈ ਕਾਲਾ ਕਾਲੂ। ਤੁਸੀਂ ਕਿਹਦੀ ਇਬਾਦਤ ਕਰਦੇ ਹੋ? ਉਹ ਕਮ ਅਜ਼ ਕਮ ਪਤਾ ਵੀ ਤੇ ਚੱਲੇ ਨਾ ਜੀ।
ਤੁਸੀਂ ਜਿੰਨਾ ਤੱਕ ਦੱਸੋਗੇ ਨਹੀਂ ਤੇ ਫਿਰ ਅੱਗੇ ਗੱਲ ਕਿੰਜ ਟੁਰੇਗੀ? ਕੋਈ ਗੱਲ ਮੈਂ ਤੁਹਾਨੂੰ ਇੱਕ ਤੀਸਰੀ ਮਿੰਟ ਦਫਾ 2 ਕਹਿਣ ਮਿੰਟ ਗਿਆ ਵਾਂ। ਮੈਨੂੰ 2 ਮਿੰਟ ਪੂਰੇ ਕਰ ਲੈਣ ਦਿਓ। ਮੈਂ ਮੇਰੇ ਕੋਲ ਸਟਾਪ ਵਾਚ ਲੱਗੀ ਏ। ਤੁਸੀਂ ਆਪਣਾ ਟਾਈਮ ਛੱਡ ਦਿੱਤਾ ਹੈ ਹੁਣ, ਤੇ ਹੁਣ ਤਹਮੁਲ ਰੱਖੋ ਨਾ, 2 ਮਿੰਟ ਪੂਰੇ ਕਰਨ ਦਿਓ ਤਾਂ ਕਿ ਗੱਲ ਅੱਗੇ ਟੁਰਦੀ ਏ। ਤੇ ਮੈਂ ਤੁਹਾਨੂੰ ਅਰਜ਼ ਕੀਤਾ ਵੇ ਕਿ ਤੁਸੀਂ ਜਿਹੜਾ ਸਵਾਲ ਕੀਤਾ ਵੇ ਉਹ ਮੇਰੇ ਮੌਜੂ ਦੇ ਰਿਲੇਟਿਡ ਨਹੀਂ, ਲੇਕਿਨ ਫਿਰ ਵੀ ਮੈਂ ਕਹਿੰਦਾ ਵਾਂ ਇਨਸ਼ਾਅੱਲਾ ਮੈਂ ਤੁਹਾਨੂੰ ਉਹਦਾ ਜਵਾਬ ਦਿਆਂਗਾ, ਲੇਕਿਨ ਉਹ ਬਾਅਦ ਦੇ ਵਿੱਚੋਂ। ਜਿਹੜੀ ਗੱਲ ਪਹਿਲੇ ਹੋਈ ਏ ਉਹਦਾ ਪਹਿਲੇ ਜਵਾਬ ਸਾਨੂੰ ਮਿਲ ਜਾਏ ਤੇ ਫਿਰ ਅੱਗੂ ਜਾ ਕੇ ਅਸੀਂ ਜਿਹੜਾ ਵੇ ਦੂਸਰੇ ਸਵਾਲ ਦਾ ਜਵਾਬ ਦੇਵਾਂਗੇ। ਪਹਿਲੇ ਹੀ ਗੱਲ ਤੇ ਇਹ ਹੋਈ ਸੀ ਕਿ ਮੈਂ ਤੇ ਦਿਨ ਰਾਤ ਰੱਬ ਨੂੰ ਯਾਦ ਕਰਨਾ ਵਾ, ਖੁਦਾ ਨੂੰ ਯਾਦ ਕਰਨਾ। ਤਾਂ ਮੈਂ ਪੁੱਛਣਾ ਚਾਹ ਰਿਹਾ ਕਿਹੜੇ ਖੁਦਾ ਨੂੰ ਤੁਸੀਂ ਯਾਦ ਕਰਦੇ ਹੋ? ਹੁਣ ਇੰਨੇ ਲੋਕ ਬੈਠ ਕੇ ਸੁਣ ਦੇਖ ਰਹੇ ਨੇ, ਉਹਨਾਂ ਨੂੰ ਵੀ ਪਤਾ ਚੱਲ ਜਾਏਗਾ ਕਿ ਕਾਦੀਆਨੀਆਂ ਦਾ ਕਿਹੜਾ ਖੁਦਾ ਹੈ, ਕਿਉਂਕਿ 5 ਕਿਸਮ ਦੇ ਖੁਦਾਵਾਂ ਦਾ ਤਜ਼ਕਰਾ ਮਿਲਦਾ ਹੈ। ਪਹਿਲੇ ਤੇ ਇਹ ਵੀ ਸਵਾਲ ਹੈ ਕਿ ਤੁਸੀਂ ਇਹਨਾਂ ਨੂੰ ਮੰਨਦੇ ਵੀ ਹੋ ਕਿ ਨਹੀਂ। ਮੇਰਾ ਟਾਈਮ ਖਤਮ ਹੋਇਆ। ਬਹਰਹਾਲ ਹੁਣ ਤੱਕ ਤੁਸੀਂ ਕੋਈ ਉਸ ਮੁਤਲਕ ਰਿਲੇਟਡ ਜਿਹੜੀ ਗੱਲ ਸੀਗੀ ਨਾ ਮੁਫਤੀ ਸਾਹਿਬ, ਤੁਸੀਂ ਨਹੀਂ ਕੀਤੀ। ਜਿਹੜਾ ਮੈਂ ਸਵਾਲ ਪੁੱਛਿਆ ਵਾ ਤੁਸੀਂ ਅੱਗੋਂ ਦੂਸਰੇ ਥਾਂ ਤੇ ਚੱਲ ਜਾਂਦੇ, ਤੀਸਰੇ ਥਾਂ ਤੇ, ਚੌਥੇ ਤੇ, ਕਦੀ ਇੱਧਰ ਤੇ ਕਦੀ ਉੱਧਰ। ਇਹ ਦੂਸਰਾ ਸਵਾਲ ਤੁਸੀਂ ਟੌਪਿਕ ਹੀ ਦੂਸਰਾ ਸ਼ੁਰੂ ਕਰ ਦਿੱਤਾ। ਮੇਰਾ ਜਿਹੜਾ ਸਵਾਲ ਉਹਦੇ ਮੁਤਲਕ ਤੁਸੀਂ ਇੱਕ ਵੀ ਲਫ਼ਜ਼ ਦਾ ਜਵਾਬ ਨਹੀਂ ਦਿੱਤਾ, ਕਿਉਂਕਿ ਤੁਸੀਂ ਮੁਫਤੀ ਆ। ਅਗਰ ਉਹ ਫਿਕਹੀ ਮਸਲਾ ਨਾ ਵੀ ਹੋਵੇ, ਤੁਹਾਡੀ ਨਜ਼ਰ 'ਚ ਹੈ ਜਾਂ ਨਹੀਂ ਆ, ਜਾਂ ਤੁਹਾਡੀ ਇੰਨੀ ਮਤਲਬ ਕਿ ਇਨਫੋਰਮੇਸ਼ਨ ਨਹੀਂ ਆ, ਤੁਸੀਂ ਨਹੀਂ ਆ ਇੰਨੀ ਜੋਗੇ, ਲੇਕਿਨ ਤੁਹਾਡੇ ਨਾਲ ਲੱਗਦਾ ਵਾ ਕਿ ਮੁਫਤੀ ਕਮ ਅਜ਼ ਕਮ ਇੱਕ ਮੌਲਵੀ ਨੂੰ ਵੀ ਜਾ ਕੇ ਮੈਂ ਮਸੀਤੇ ਪੁੱਛ ਲਾਂ, ਉਹ ਮੈਨੂੰ ਕਮ ਅਜ਼ ਕਮ ਇੰਨਾ ਜਵਾਬ ਤੇ ਦਊਗਾ ਇਮਾਮ ਮਸਜਿਦ। ਤੇ ਤੁਹਾਡੇ ਨਾਲ ਤੇ ਲੱਗਣ ਡਿਆ ਮੁਫਤੀ। ਤੇ ਤੁਸੀਂ ਮੇਰੇ ਸਵਾਲ ਦਾ ਐਬਸੋਲੂਟਲੀ ਕੋਈ ਨਹੀਂ ਟੱਚ ਕੀਤਾ। ਤੁਸੀਂ ਸਾਰਾ ਟਾਈਮ ਜਿਹੜਾ ਵਾ ਉਹ ਟੌਪਿਕ ਹੈ ਹੀ ਨਹੀਂ, ਉਹ ਦੂਸਰਾ ਵਾ, ਉਹਨੂੰ ਸ਼ੁਰੂ ਕਰ ਲਾਂਗੇ, ਫਿਰ ਮੈਂ ਦੱਸ ਦੂੰਗਾ ਕਿ ਮੈਂ ਕਿਹੜੇ ਰੱਬ ਦੀ ਇਬਾਦਤ ਕਰਦਾ। ਮੈਨੂੰ ਕੋਈ ਉਹਦੇ 'ਚ ਸ਼ਰਮ ਨਹੀਂ ਦੱਸਣ ਲੱਗਿਆ, ਲੇਕਿਨ ਮੈਂ ਆਪਣੇ ਟੌਪਿਕ ਤੇ ਰਹਿਣਾ ਚਾਹੁੰਦਾ। ਕੀਤਾ ਅਗਰ ਤੁਹਾਨੂੰ ਪਤਾ ਵਾ ਤੇ ਤੁਸੀਂ ਉਹਦਾ ਜਵਾਬ ਦੇ ਦਿਓ, ਅਗਰ ਨਹੀਂ ਪਤਾ ਤੇ ਅਗਲੀ ਗੱਲ ਸ਼ੁਰੂ ਕਰ ਲੈਂਦੇ ਆ, ਰਵਲਾ ਮੁੱਕਾ। ਬਸ ਮੇਰੇ ਵੱਲੋਂ ਟਾਈਮ ਖਤਮ ਜੀ। ਬਿਹਤਰ ਹੋ ਗਿਆ ਜੀ। ਅੱਛਾ, ਗੁਜ਼ਾਰਿਸ਼ ਹੈ ਵੇ ਕਿ ਤੁਹਾਡੇ ਜਿਹੜੇ ਸਵਾਲਾਂ ਦੀ ਤਰਤੀਬ ਸੀ ਨਾ ਉਹ ਇੰਜ ਵੇ ਕਿ ਸਭ ਤੋਂ ਪਹਿਲੇ ਤੁਸੀਂ ਫਰਮਾਇਆ ਜੀ ਮੈਂ ਰੱਬ ਨੂੰ ਯਾਦ ਕਰਨਾ ਦਿਨ ਰਾਤ। ਉਸ ਤੋਂ ਬਾਅਦ ਤੁਸੀਂ ਸਵਾਲ ਕੀਤਾ ਕਿ ਕੋਈ ਬਾਲਗ ਕੁੜੀ ਮੁੰਡਾ ਜਿਹੜਾ ਵੇ ਉਹ ਵਿਆਹ ਕਰਨਾ ਚਾਹੁੰਦੇ ਨੇ ਤੇ ਕਰ ਸਕਦੇ ਨੇ ਕਿ ਨਹੀਂ। ਤੇ ਮੈਂ ਤੁਹਾਨੂੰ ਕਿਹਾ ਮੈਂ ਐਸੇ ਤਰਤੀਬ ਨਾਲ ਚੱਲਾਂਗਾ। ਮੈਨੂੰ ਪਹਿਲੇ ਤੁਸੀਂ ਦੱਸ ਦਿਓ रूहानी खज़ाइन जिल्द 17 सफ़ा 203 के उत्ते लिखे है। इसी मजमून के लिखने के वक़्त खुदा ने मुझे मुखातब करके फरमाया कि यलाश खुदा का ही नाम है। ये एक नया इल्हामी लफ्ज़ है कि अब तक मैंने इसको इस सूरत पर कुरान और हदीस में नहीं पाया और ना किसी लुगत की किताब में देखा। इसके माना मेरे पर ये खोले गए कि या ला शरीक। हालांकि अरबी दा कायदे दे मुताबिक 2 हरफ इकट्ठे नहीं आते, इज्तिमाए हरफैन सकील होता है, ये कायदा कुलिया है। तो यहाँ या हरफे निदा और लाए नाफिया ये 2 हरूफ इन्होंने इकट्ठे कर दिए, ये अरबी कायदे के मुताबिक ही गलत है। दूसरा रूहानी खज़ाइन जिल्द 1 सफ़ा 662 के ऊपर मिर्जा साहब कहते हैं रब्बुना आज जिक्र हबीब सफ़ा 230 के ऊपर कालू काला दरअसल अरबी अल्फाज है, इसके माना है निगाह रखने वाला। ये खुदा ताला का नाम है। रूहानी खज़ाइन जिल्द 1 सफ़ा 263 के उत्ते हमारा रब आजी है। तज़करा सफ़ा नंबर 151 के उत्ते जेता मिन हज़रतिल वितर 5 खुदावां दे नाम ने। तुसी केड़े खुदा दी इबादत करदे हो दिन रात? किनू याद करदे हो? केड़े रब नू तुसी याद करदे हो? कम अज कम सानू दसो ते सही ना जी। अगले सवाल दा जवाब मैं देना वा, मैं भी इत्थे ही हां, लेकिन ये पहली एक चीज क्लियर हो जाए तो फिर अगली दी तरफ खत्म हो गया। हजे नहीं होया, हजे नहीं होया, अजे ए हुण होया जी। ਇਹ ਅਗਲਾ ਸਵਾਲ ਨਹੀਂ ਸੀਗਾ। ਮੈਂ ਤੁਹਾਨੂੰ ਸਵੇਲੇ ਸਵਾਲ ਕੀਤਾ, ਉਸ ਤੋਂ ਬਾਅਦ ਤੁਸੀਂ ਕਿਹਾ ਕਿ ਰੱਬ ਦੀ ਇਬਾਦਤ ਕਰਦਾ। ਮੈਂ ਕਿਹਾ ਹਾਂਜੀ। ਤੁਸੀਂ ਮੈਨੂੰ ਅੱਗੋਂ ਸਵਾਲ ਕਰ ਦਿੱਤਾ। ਤੁਸੀਂ ਮੇਰੇ ਸਵਾਲ ਦਾ ਹੁਣ ਤੱਕ ਜਵਾਬ ਨਹੀਂਗਾ ਦਿੱਤਾ ਮੁਫਤੀ ਸਾਹਿਬ। ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛਿਆ ਤੁਸੀਂ ਉਹਦਾ ਜਵਾਬ ਨਹੀਂ ਦਿੱਤਾ। ਤੁਸੀਂ ਸਾਰਾ ਟਾਈਮ ਆਪਣੇ ਬੁਗਜ਼ ਦੇ ਵਿੱਚ, ਮੈਂ ਉਹ ਲਫ਼ਜ਼ ਨਹੀਂ ਇਸਤੇਮਾਲ ਕਰਨਾ ਚਾਹੁੰਦਾ ਕਿ ਉਹ ਕੌਣ ਲੋਕ ਸੀ
ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਹ ਕਹਿੰਦੇ ਸੀ, ਇਹ ਤੋਂ ਬੁਰੀਆਂ ਗੱਲਾਂ ਕਹਿੰਦੇ ਸੀ। ਜੋ ਤੁਹਾਡਾ ਅਮਲ ਤੁਸੀਂ ਦਿਖਾ ਰਹੇ ਆ ਪ੍ਰੈਕਟੀਕਮ ਦੇ ਵਿੱਚ, ਮੈਨੂੰ ਉਹਦੇ ਨਾਲ ਨਹੀਂ ਇੰਟਰਸਟ। ਤੁਸੀਂ ਜਾਣੋ, ਤੁਹਾਡਾ ਰੱਬ ਜਾਣੇ। ਮੈਂ ਇਸ ਚੀਜ਼ ਦਾ ਜਵਾਬ ਦੇ ਸਕਦਾ ਵਾਂ ਜੋ ਮੈਂ ਸਮਝਦਾ ਵਾਂ ਆਪਣੇ ਤੌਰ ਤੇ, ਆਪਣੀ ਸਮਝ ਬੂਝ ਦੇ ਨਾਲ। ਲੇਕਿਨ ਮੈਂ ਤੁਹਾਨੂੰ ਕਹਿਣ ਡਿਆ ਕਿ ਜਿਹੜੀ ਮੈਂ ਸ਼ੈ ਪੁੱਛੀ ਉਹਦਾ ਤੁਸੀਂ ਹੁਣ ਤੱਕ ਜਵਾਬ ਕਿਉਂ ਨਹੀਂ ਦਿੱਤਾ? ਅੱਧਾ ਘੰਟਾ ਲੰਘ ਚੱਲਾ। ਜੇ ਤੁਸੀਂ ਕਹੋ ਕਿ ਨਹੀਂ ਪਤਾ ਤੇ ਅਗਲਾ ਟੌਪਿਕ ਆ ਜਿਹੜਾ ਤੁਸੀਂ ਕਹਿਣ ਦੇ ਮੈਂ ਸ਼ੁਰੂ ਕਰ ਲੈਣਾ ਵਾਂ, ਕੋਈ ਮਸਲਾ ਨਹੀਂ। ਉਹਦੇ ਤੇ ਫਿਰ ਜਿਹੜੀ ਮੇਰੀ ਸਮਝ ਬੂਝ ਹੋਊਗੀ ਮੈਂ ਜਵਾਬ ਦੇ ਦੂੰਗਾ। ਲੇਕਿਨ ਵਾਰ-ਵਾਰ ਤੁਸੀਂ ਉਹ ਸਵਾਲ ਤੋਂ ਕਿਉਂ ਭੱਜਣ ਡਏ ਆ? ਤੁਸੀਂ ਜਾਂ ਕਹਿ ਦੋ ਕਿ ਨਹੀਂ, ਜਾਂ ਕਹਿ ਦੋ ਕਿ ਮੈਂ ਜਵਾਬ ਨਹੀਂ ਦੇਣਾ। ਜੇ ਜਵਾਬ ਦੇਣਾ ਤੇ ਦੋ, ਨਹੀਂ ਤੇ ਇੱਧਰ ਉੱਧਰ ਦੇ ਆ ਮਤਲਬ ਕਿ ਮਧਾਣੀ 'ਚ ਕੀ ਲੱਸੀ ਬਣਾਉਣੀ ਜਾਂ ਜੋ ਵੀ ਕਹਾਵਤ ਆ, ਮੈਨੂੰ ਨਹੀਂ ਪਤਾ ਵੀ ਉਹ ਆ ਕਿਹੜਾ ਕੰਮ ਕਰਨ ਡਏ ਤੁਸੀਂ। ਸਿੱਧੀ ਜੀ ਗੱਲ ਵਾ, ਜੇ ਤੁਸੀਂ ਉਹਦਾ ਜਵਾਬ ਦੇਣਾ ਵਾ ਤੇ ਦੋ, ਨਹੀਂ ਦੇਣਾ ਤੁਸੀਂ ਕਹੋ ਕਿ ਬਈ ਮੈਨੂੰ ਨਹੀਂ ਪਤਾ। ਜਿੱਦਾਂ ਤੁਸੀਂ ਅੱਗੇ ਕਿਹਾ ਨਾ ਕਿ ਮੈਂ ਉਸ ਮਤਲਬ ਕਿ ਇਲਮ ਦੇ ਵਿੱਚ ਮੇਰਾ ਇੱਦਾਂ ਨਹੀਂ ਆ ਇਲਮ, ਕਿਉਂਕਿ ਮੈਂ ਸਿਰਫ ਮੁਫਤੀ ਆ, ਫਿਰ ਕਈ ਮਸਲੇ ਮੇਰੇ ਵੱਸੋਂ ਬਾਹਰ ਵਗੇ। ਤੁਸੀਂ ਟੂ ਦੀ ਪੁਆਇੰਟ ਕਹਿ ਦਿਓ ਤੇ ਫਿਰ ਆਪਾਂ ਦੇਖ ਲੈਂਦੇ ਕਿ ਮੈਂ ਕਿਹੜੀ ਰੱਬ ਦੀ ਇਬਾਦਤ ਕਰਦਾ। ਉਹ ਮੈਨੂੰ ਪੁੱਛ ਲਓ, ਮੈਨੂੰ ਕੋਈ ਇਤਰਾਜ਼ ਨਹੀਂ ਆ, ਮੈਂ ਤੁਹਾਨੂੰ ਦੱਸੂਗਾ ਜੀ। ਕਰੋ ਗੱਲ ਜੀ। ਬਿਹਤਰ ਹੋ ਗਿਆ ਜੀ। ਅੱਛਾ, ਬਾਤ ਹੈ ਵੇ ਕਿ ਇਹਨਾਂ ਰੱਬਾਂ ਦੇ ਬਾਰੇ ਤੁਸੀਂ ਕੁਝ ਨਹੀਂ ਮੈਨੂੰ ਦੱਸਿਆ, ਔਰ ਤੁਸੀਂ ਕਹਿੰਦੇ ਹੋ ਪਏ ਕਿ ਇਹ ਬੁਗਜ਼ ਦੇ ਵਿੱਚ ਤੂੰ ਕਰ ਰਹੇ ਹੈ ਔਰ ਤੂੰ ਬੁਰੀਆਂ ਗੱਲਾਂ ਕਰ ਰਹੇ ਹੈ। ਇਹ ਬੁਰੀ ਗੱਲ ਹੈ। ਖੁਦਾ ਦੇ ਨਾਮ ਜਲਾਸ਼, ਕਾਲਾ ਕਾਲੂ, ਆਜ, ਤੇ ਮੈਂ ਤੇ ਤੁਹਾਨੂੰ ਹਵਾਲਾ ਦੇ ਰਿਹਾ ਵਾਂ। ਇਹ ਮੈਂ ਬੁਗਜ਼ ਦੇ ਵਿੱਚ ਹਵਾਲੇ ਦਿੱਤੇ ਨੇ ਤੁਹਾਨੂੰ। ਕਿਆ ਤੁਹਾਡੀਆਂ ਕਿਤਾਬਾਂ ਨਹੀਂ ਹੈ? ਕਿਆ ਇਹ ਬੁਰੀਆਂ ਗੱਲਾਂ ਲਿਖੀਆਂ ਨੇ ਇਹ ਕਿਤਾਬਾਂ ਦੇ ਵਿੱਚ? ਦੱਸੋ ਨਾ। ਹਾਂਜੀ, ਤੁਹਾਡੇ ਰੱਬ ਦੇ ਬਾਰੇ ਤੁਹਾਨੂੰ ਪੁੱਛਿਆ ਵੇ ਅਸੀਂ ਕੋਈ ਜਿਹੜਾ ਤੁਸੀਂ ਸਵਾਲ ਕਰਦੇ ਹੋ ਪਏ ਇਹਦੇ ਬਾਰੇ, ਤੇ ਤੁਹਾਨੂੰ ਕੋਈ ਕਬਰ ਦੇ ਵਿੱਚ ਸਵਾਲ ਵੀ ਨਹੀਂ ਹੋਣਾ ਕਿ ਤੂੰ ਵਿਆਹ ਕਰਾਏ ਸਨ ਕਿ ਨਹੀਂ ਪਿਆਰ ਕਰਨ ਵਾਲਿਆਂ ਦੇ। ਲੇਕਿਨ ਰੱਬ ਦੇ ਬਾਰੇ ਜ਼ਰੂਰ ਪਹਿਲਾ ਸਵਾਲ ਹੀ ਇਹ ਹੋਣਾ ਹੈ, ਜਿਹੜਾ ਪਹਿਲਾ ਸਵਾਲ ਕਬਰ ਦਾ ਹੋਣਾ ਹੈ। ਔਰ ਤੁਹਾਡੀ ਗੱਲ ਵੀ ਪਹਿਲੀ ਇਹ ਹੋਈ ਸੀ, ਮੈਂ ਰੱਬ ਦੀ ਇਬਾਦਤ ਕਰਨਾ, ਦਿਨ ਰਾਤ ਉਹਨੂੰ ਯਾਦ ਕਰਨਾ। वो दसो ना सानू केड़ा रब जे? खुदाए यल्लाश कहाँ पे लिखा है कुरान के अंदर, हदीस में कहाँ लिखा है? खुदाए आज कहाँ पे लिखा है? खुदाए काला और कालू कहाँ पे लिखा है? खुदाए वितर कहाँ पे लिखा है? बताए, इसका जवाब दे। कब्र के अंदर सवाल आपका ये होना है, ये नहीं होना कि तूने दो लव करने वालों को आई लव यू कहने वालों का ब्याह करवाया था कि नहीं, तूने ये मौलवियों से मसले पूछे थे कि नहीं, किसी मुफ्ती से मसला पूछा था कि नहीं। ये तो सवाल ही नहीं होना। ओ भाई, तरतीब आपकी ये थी कि मैं रब की इबादत करता हूं। मुझे बताएं इन किताबों के अंदर जो मैंने हवाला जात दिए, अगर हवाले दोबारा कहेंगे मैं दोबारा दे दूंगा, कोई मसला नहीं है। फिर क्या मसला है? ओरिजिनल किताबें कहेंगे, वो ओरिजिनल भी मेरे पास रखेंगे, वो भी दिखा दूंगा। हवाला गलत हो तो जो आप जुर्माना दे कहेंगे मैं देने को तैयार हूं, लेकिन इसका जवाब तो चाहिए ना हमें। क्या ख्याल है? तो मेरा टाइम खत्म हुआ, इसका जवाब दे दे जी। सारे सुनने वालों ने सुन लिया है कि मुफ्ती साहब इस चीज़ का इकरार कर गए कि इनके पास इतना इलम नहीं है। वो कहेंगे कि मेरे को इन्ना इलम नहीं, ना मैनू पता वा, ना कोई लैण ना कोई देण। ਤੁਸੀਂ ਸਵਾਲ ਪੁੱਛਿਆ ਤੇ ਉਹਨਾਂ ਨੂੰ ਮੈਂ 100 ਵਾਰੀ ਕਰ ਲਈ ਇਹ ਗੱਲ ਕਿ ਜੇ ਪਤਾ ਵਾ ਠੀਕ ਆ, ਜਵਾਬ ਦੇਣਾ ਦੇ ਦਿਓ, ਨਹੀਂ ਦੇਣਾ ਤੇ ਅਗਲਾ ਟੌਪਿਕ ਸ਼ੁਰੂ ਕਰ ਦੇ। ਕਹਿੰਦੇ ਨਹੀਂ, ਮੈਂ ਅਗਲੇ ਟੌਪਿਕ ਤੇ ਜਾਊਂਗਾ ਤੇ 1000% ਤੁਹਾਨੂੰ ਗਾਰੰਟੀ ਦਿੰਦਾ ਇਹਨਾਂ ਨੇ ਉੱਥੋਂ ਵੀ ਭੱਜ ਜਾਣਾ, ਇਹਨਾਂ ਨੇ ਚੌਥੇ ਤੇ ਚੱਲ ਜਾਣਾ, ਪੰਜਵੇਂ ਤੇ ਚੱਲ ਜਾਣਾ, ਛੇਤੇ ਤੇ ਚੱਲ ਜਾਣਾ। ਤੇ ਮੈਨੂੰ ਨਹੀਂ ਲੱਗਦਾ ਕਿ ਨਾਂ ਦੇ ਨਾਲ ਮੁਫਤੀ ਲਾਉਣਾ ਕੋਈ ਐਡਾ ਜ਼ਰੂਰੀ ਆ। ਫਿਰ ਜੇ ਅਗਰ ਉਹ ਖੁਦ ਇਕਰਾਰ ਕਰ ਰਹੇ ਆ, ਮੁਫਤੀ ਮੁਬਸ਼ਰ ਸਾਹਿਬ ਉਮਰ 'ਚ ਵੱਡੇ ਆ ਮੇਰੇ ਤੋਂ, ਕਿ ਉਹ ਕਹਿਣ ਦੇ ਕਿ ਮੇਰੇ ਕੋਲ ਇਲਮ ਹੀ ਨਹੀਂ ਆ। ਜੇ ਇਲਮ ਨਹੀਂ ਆ ਤੇ ਤੁਹਾਡੇ ਕੋਲ ਸਿਰਫ ਇਹ ਬਹਿਸੋ ਮੁਬਾਹਿਸਾ, ਇਹਨੂੰ ਇਲਮ ਨਹੀਂ ਕਹਿੰਦੇ। ਨਾ ਇਹਦੇ 'ਚ ਤੁਹਾਡਾ ਫਾਇਦਾ ਨਾ ਮੇਰਾ ਫਾਇਦਾ। ਇੱਕ ਨਾਰਮਲ ਇਨਸਾਨ ਨੇ, ਜਿੱਦਾਂ ਮੈਂ ਵਾਂ ਨਾਰਮਲ ਇਨਸਾਨ, ਉਹਨੇ ਇੱਕ ਛੋਟਾ ਜਿਹਾ ਸਵਾਲ ਪੁੱਛਿਆ। ਉਹਨੇ ਕਿਹਾ ਕਿ ਆਹ ਸਵਾਲ ਹੈ ਮੇਰਾ, ਜੇ ਤੁਹਾਨੂੰ ਉਸ ਬਾਰੇ 'ਚ ਜਵਾਬ ਪਤਾ ਵਾ ਮੁਫਤੀ ਸਾਹਿਬ ਠੀਕ ਆ, ਨਹੀਂ ਪਤਾ ਤੇ ਅਗਲਾ ਟੌਪਿਕ ਸ਼ੁਰੂ ਕਰ ਦੇ। ਪਰ ਤੁਸੀਂ ਕਹਿੰਦੇ ਆ ਕਿ ਨਹੀਂ, ਟੌਪਿਕ ਹੀ 6 ਰੱਖੋ, ਸਾਰੀ ਦੁਨੀਆ ਨੂੰ ਪਾਗਲ ਬਣਾ ਕੇ ਰੱਖੋ। ਇੱਦਾਂ ਅਸੀਂ ਜਿਹੜੀ ਨੈਕਸਟ ਜਨਰੇਸ਼ਨ ਆ ਪਾਗਲ ਨਹੀਂ ਬਣੇਗੀ। ਉਹ ਬੇਸ਼ੱਕ ਕਿਸੇ ਵੀ ਮਸਲਕ ਦੇ ਨਾਲ ਤਲਕ ਰੱਖਦੀ ਹੋਵੇ, ਕਿਸੇ ਵੀ ਮਜ਼ਹਬ ਨਾਲ ਤਲਕ ਰੱਖਦੀ ਹੋਵੇ, ਪਰ ਤੁਹਾਡੇ ਵਰਗਿਆਂ ਕੋ ਫਿਰ ਅਸੀਂ ਹੁਣ ਕਾਬੂ ਨਹੀਂ ਗਾ ਆਉਣਾ। ਇਹ ਜ਼ਮਾਨੇ ਪੁਰਾਣੇ ਸੀ, ਉਹ ਮੁੱਕ ਗਏ ਆ। ਜੇ ਤੁਹਾਡੇ ਕੋਲ ਜਵਾਬ ਆ ਦੇ ਦਿਓ, ਨਹੀਂ ਤੇ
कर दो कि अगला टॉपिक शुरू। अच्छा जी, लगता है माइक आपने छोड़ दी है, मैं बात कर लेता हूँ। ये अभी से लेके हमारी जो है ना 5 टर्न होंगी, तो लास्ट टर्न के अंदर मैं आपके सवाल का जवाब दूंगा। मेरी पहली टर्न शुरू होती है। अच्छा, ये है कि देखिए मैंने आपको हवाला दिया है रूहानी खजाइन जिल्द 17 सफ़ा 203 के ऊपर। मिर्ज़ा साहब कहते हैं इसी मजमून के लिखने के वक़्त खुदा ने मुझे मुखातब करके फरमाया कि यल्लाश खुदा का ही नाम है। ये एक नया इल्हामी लफ्ज़ है कि अब तक मैंने इसको इस सूरत पर कुरान और हदीस में नहीं पाया और ना किसी लुगत की किताब में देखा। इसके माना मेरे पर ये खोले गए कि या ला शरीक, ये या ला शरीक को यल्लाश कहते हैं। ये कहाँ पे लिखा है? मिर्ज़ा साहब ने ये जो बात कही है ये एक नया इल्हामी लफ्ज़ है, अब तक ये किसी किताब में नहीं आया। झूठ बोला मिर्ज़ा साहब ने, क्योंकि मैं आपको दिखा सकता हूँ तारीख इब्ने खल्दून के अंदर मजूसियों के खुदा का नाम यल्लाश लिखा हुआ है। सतारा परस्त आग की परस्तश करने वाले लोगों का खुदा का नाम यल्लाश लिखा हुआ है, और मिर्ज़ा साहब कह रहे हैं कि नहीं जनाब ये मेरे ऊपर ही ये नाजल हुआ है, तो मुझे ये पता चला है कि इसका मतलब है या ला शरीक। तो इसका जवाब दें। फिर आपने मेरी तरह झूठ मंसूब किया जी। मुफ्ती मुबशर ने कहा जी देखो जी मेरे पास इतना इल्म नहीं है, हालांकि रिकॉर्डिंग हो रही है, लोग रिवर्स करके सुन लेंगे, देख लेंगे कि मैंने कहाँ पे कहा है जी मेरे पास इल्म नहीं है। आपने झूठ बोला है, बिल्कुल झूठ बोल रहे हैं आप। तो आप ये 5 टर्नें अभी चलेंगी, अभी तो ये पहली टर्न चल रही है, तो इसको हम ये तकरीबन 10 मिनट लगने हैं। तो आखिरी टर्न के अंदर मैं आपके जो दूसरा सवाल था उसका जवाब दूंगा इंशाल्लाह। मैंने वादा किया है मैं उसका जवाब दूंगा। लेकिन अभी ये 4 टर्नें होंगी, इनके ऊपर आप अपने रब के बारे में बताइए कि कादियानियों का रब असल में है कौन सा। मेरा टाइम खत्म होने लगा है, इसका मेहरबानी करें जवाब दीजिएगा जी। जी हमेशा की तरह आपने दोबारा सुन लिया और इसको रिवर्स करके, और सारी रिकॉर्डिंग है वो आप सुन लीजिएगा कि जब मैंने सवाल किया था मुफ्ती मुबशर साहब से तो इन्होंने कहा कि ये फिक्र है वो मैं उसका जवाब नहीं दे सकता। ये आप सारे सुन लें कि वो इन्होंने कहा कि नहीं कहा। सबसे बड़ा झूठ ये इन्होंने बोला है अब कि मैंने तो ये कहा ही नहीं। तो आप रिकॉर्डिंग सुन लें, ठीक हो गया? सब सुन रहे हैं। मैंने एक सवाल किया, ये सवाल का अगर इनको नहीं पता, इनके पास इल्म नहीं है ये मुफ्ती हैं या नहीं है, अगर इन्होंने कहा है कि ये मुफ्ती हैं तो मैं इनकी बात पे इतबार कर लेता हूँ। बात सिर्फ इतनी है कि मैंने एक सवाल पूछा, उसका मैंने कहा कि अगर जवाब है तो आप दे दें, नहीं है तो अपना दूसरा टॉपिक हम शुरू कर लेते हैं कि हम किस खुदा की इबादत करते हैं। ये दूसरा टॉपिक है, तो ये दोनों ही चीज़ों से भाग जाएंगे। फिर तीसरा शुरू कर देंगे, फिर चौथा शुरू कर देंगे, फिर 5वां शुरू कर देंगे। इन्होंने मुझे 10 मिनट का बताया है ना, ये 1 घंटे का भी रख ले, इन्होंने किसी चीज़ पे, किसी जवाब पे, किसी सवाल पे नहीं आना। मैं गारंटी देता हूँ। जैसे मैंने एक सवाल किया है, यहाँ कह दें कि वो टॉपिक क्लोज हो गया, फिर दूसरा शुरू करें। एक इंसान जो नॉर्मल फितरत का होता है वो पहले एक टॉपिक शुरू करता है, उसको ख़त्म करता है, बेशक आपके इख्तलाफात हों, फिर उसके बाद दूसरा, बेशक इख्तलाफात हों, एक दूसरे को समझ आई आपस में या नहीं आई, फिर तीसरी बात शुरू कर दें। ये कहते हैं कि कोई बात शुरू करनी ही नहीं है, सिर्फ दूसरों को बुरा भला कहना है, ये जिंदगी है, वरना मैं मुफ्ती नहीं हूं। यो मैं समझ रहा हूं अब। अच्छा, फिर आपने टाइम छोड़ दिया। चले ये दूसरी टर्न अभी शुरू हो गई है जी साहिबान। अच्छा, गुजारा ये है कि सिर्फ अभी तो यल्लाश के बारे में आपसे सवाल किया था, आपने बताया नहीं है। मिर्ज़ा साहब ने एक तो ये कहा जी यल्लाश खुदा का ही नाम है, और ये एक नया इल्हामी लफ्ज़ है। हालांकि ये नया नहीं था, ये लफ्ज़ पुराना था, ये मजूसियों के खुदा का नाम था, जो मिर्ज़ा साहब ने कहा जी नया इल्हामी लफ्ज़ है, अब तक मैंने इसको इस सूरत में कुरान और हदीस में नहीं पाया, और ना किसी लुगत में, लुगत की किताब में देखा। हाँ जी, और मैं आपको लुगत की किताबों के अंदर भी दिखा दूंगा। ये गौर ये मैदान, जवाब दें। और इसके माना मेरे पर खुले गए या ला शरीक, और जो माना इनके ऊपर खुले हैं वो माना ही गलत है। उसके अंदर 2 हरफ इकट्ठे लेके आए हैं,
नहवी कायदे की रोशनी के अंदर इज्तिमाई हरफैन सकीलैन होता है, उसमें सिकल होता है, तो वो उधर लेके आ गए हैं जी। जवाब दिए इसका मुझे। हाँ जी, या भी दूसरी टर्म शुरू हो गई है। और अगला हवाला था रूहानी खज़ैन जिल्द 1 सफ़ा 662 का। रब्बुना आज, हमारा रब आज है। और इसी चीज को इन्होंने लिखा है रूहानी खज़ैन जिल्द 1 सफ़ा 663 के ऊपर, हमारा रब आज ही है। इसके माना अभी तक मालूम नहीं हुए। चलो, तो इसके माना मैं बता देता हूं। हालांकि जिसके माना लुगत में लिखे हैं तो उसके माना इनको मालूम नहीं हुए, और जिसके माना नहीं लिखे थे तो वो माना मिर्जा साहब को मालूम हो गए। ये अजीब सा मसला है यार। आज लुगत की किताबों में लिखा हुआ आज किसको कहते हैं, तो वो कह रहे हैं जी ये रब का नाम है, हमारा रब आज ही है जी। मेरा टाइम खत्म हुआ जी। और सामीन एक और बात सुन ले, इन्होंने कहा है कि मैं हमेशा टाइम छोड़ देता हूँ, जितना मेरा है मैं उतना इस्तेमाल नहीं करता। उसकी वजह यह है कि मैं फजूल गुफ्तगू नहीं करना चाहता। मेरी बात अगर एक फ़िक्रे में ख़त्म होगी या 2 में ख़त्म होगी तो मैं उधर ही ख़त्म कर देता हूँ। मैं ये नहीं देखता कि हर हाल में मैंने सोशल मीडिया के अंदर पैसा कमाना है और इतना टाइम हो। मैं उस चीज़ को फजूल समझता हूँ कि अगर मेरे 1 या 2 फ़िक्रे में बात ख़त्म होगी है तो होगी। तो ये मुफ्ती साहब कहते नहीं मैंने, यानी कि ये मुझे कोई कारोबारी सा सिस्टम भी लग रहा है। वरना अगर इनको इल्म होता ना, जो सब दुनिया सुन रही है, कि वो एक सवाल का जवाब अगर नहीं दे सकते, जिसमें उन्होंने झूठ भी बोला है, इन्होंने कहा है कि मैंने तो ये बात कही नहीं, आप रिकॉर्डिंग देख लें। शुरू में ही पहला इनका जो मैसेज है उसमें इन्होंने कहा है कि मैं फिक़ही मसले पे कोई बात नहीं कर सकता, मुझे इल्म नहीं है। अब कह रहे हैं कि मैंने ये बात नहीं कही, तो ये तो रिकॉर्डिंग है। पहला झूठ ये हो गया। दूसरा इन्होंने क्या कि टाइम मैंने बता दिया, मुझे ज़रूरत नहीं है, मैं देखता नहीं हूँ। मेरी अगर छोटी 2-4 फ़िक्रों में बात पूरी होगी, जैसे अब भी मैं कह रहा हूँ, अगर आपके पास मेरे सवाल का जवाब है तो दे दें, नहीं है तो दूसरा टॉपिक शुरू करते हैं। कालू याला जला सारी बातें गुफ्तगू करेंगे, वो टॉपिक दूसरा है, उस पर मैं करूंगा, लेकिन पहली चीज कंप्लीट कर ले। लेकिन मुफ्ती साहब उस पर आ ही नहीं रहे। अच्छा जी, टाइम आपने दे दिया। अच्छा, गुजारिश ये है कि ये अभी तीसरी टर्न शुरू हुई है जी। अगला हवाला मैंने दिया था जिक्र हबीब किताब का सफ़ा नंबर 230 के ऊपर। कालू काला दरअसल अरबी अल्फाज हैं, इसके माना है निगाह रखने वाला। ये खुदा ताला का नाम है। ये अरबी अल्फाज है। दुनिया की किसी लुगत में कालू और काला दिखा दे और उसका तर्जुमा ये लिखा हो निगाह रखने वाला, मुंह मांगा इनाम दूंगा। मैं ऐलान कर रहा हूं, दुनिया की किसी लुगत में कालू काला अरबी लफ्ज और उसका तर्जुमा निगाह रखने वाला दिखा दे, मुंह मांगा इनाम ले लें। तज़किरा के सफ़ा नंबर 151 के ऊपर लिखते हैं, ये वही नाज़िल हुई थी मिर्जा साहब के ऊपर 1891 को। कहते हैं जेता मिन हजरातिल वितर, मैं जनाबे बारी से आया हूं। हाँ जी, तो ये दिखाइए कहां पे है, ये कौन सा दीन मजहब है, बताइए तो सही ना। कहते तो हैं आप लोग कि हम मुसलमान हैं, जबकि ये तो मजूसियों का ये नाम था, मजूसियों के खुदा का नाम था। आग की परस्तश करने वाले, उनके खुदा का नाम था यल्लाश। और मिर्जा साहब कह रहे हैं ये मेरे खुदा का नाम है यल्लाश। आप जो इबादत करते हैं दिन रात, जिसको याद करते हैं, क्या यल्लाश की इबादत करते हैं? क्यों नहीं बता रहे लोगों को? रहे आपका सवाल तो वो तो ये गौर ये मैदान अभी अगली टर्न के अंदर आ रहा है, उसका जवाब टेंशन ना लें, इसका जवाब दें आप।
और आप वादा कर चुके हैं कि जब मुझे उसका जवाब मिल जाएगा तो मैं फिर इसका जवाब दूंगा। मेरा टाइम खत्म हुआ। बिल्कुल, मैंने आपसे वादा किया है सारे सामाइन सुनने वालों के सामने कि आप मेरी चीज़ का जो आपने मुझे सवाल किया है मैं उसका जवाब ज़रूर दूंगा जितना मुझे इल्म है, और जो मैंने किया उसका जवाब दें। जी, आपका टाइम शुरू, क्योंकि मैं फजूल बात नहीं करना चाहता अगर दो फिक्रों में ख़त्म हो जाए तो। जी, लास्ट टर्न, बिल्कुल लास्ट टर्न है, और जैसा कि मैंने वादा किया था कि मैं लास्ट टर्न के अंदर आपके सवाल का जवाब दूंगा। इनका सवाल ये था कि दो प्यार मोहब्बत करने वाले लड़की लड़का अगर शादी करना चाहे तो क्या कर सकते हैं कि नहीं? बिल्कुल कर सकते हैं, लेकिन जो शरीयत इस्लामिया की जो शराइत है निकाह की, उस तरीके से निकाह करेंगे कि दो शरई गवाह होंगे और उनके सामने जनाब इजाबो कबूल होगा, निकाह हाँ निकाह पढ़ाएगा। तो जो तरीकाकार है उस उसूल के मुताबिक वो कर सकते हैं, लेकिन दोनों का मुसलमान होना ज़रूरी है, दोनों का दीन एक होना ज़रूरी है। अहले किताब की लड़की, वो वाली अहले किताब के जो शिरक ना करते हों, उनकी लड़की से भी निकाह करना जायज़ है। ये है इसका जवाब। जी जी, शुक्रिया, जज़ाकल्लाह, आपने ये जवाब दिया। बेशक आधा घंटा आपने लगा लिया, जो भी क्यों आराम से दे देते जवाब, लेकिन एक लफ्ज़ आपने थोड़ा सा उसको नेगेटिव दुनिया सोचती है। प्यार मोहब्बत मतलब है एक दूसरे को पसंद करना। अगर एक लड़की को एक लड़का पसंद है, लड़के को लड़की पसंद है, मैं मुबाशरत की बात नहीं कर रहा, ये इस्लाम के अंदर जायज़ है, उसमें कोई बात नहीं है। लेकिन आपने अहले किताब का, चलो वो भी मुझे समझ आ गई। जो तीसरी बात थी कि उसके अंदर मतलब कि अगर उसका वालिद राजी ना हो तो क्या करें, क्योंकि दोनों बालिग हैं। वो कहे कि मैं मस्जिद का इमाम हूँ, मैं मुफ्ती हूँ, मैं बड़ा मौलवी हूँ, मैं फलां मज़हब का हूँ, फलां फ़िरके का हूँ, ये है वो है, तो मेरी इज्जत ख़राब हो जाएगी। वो तीसरा जवाब आपने नहीं दिया कि फिर क्या करना है। कि तीन थे ना स्टेप, शादी में 3 स्टेप हैं। मैं ये नहीं पूछता कि गवाह कितने हैं, ये है वो है, निकाह किसने पढ़ाना है। अगर उसका वालिद राजी ना हो तो क्या करना है? जी हुसैनी साहब, डिबेट खत्म हो गई है, अब आपके हाथ में है। जी अच्छा जी, पुरअमन तरीके नाल ठीक हो गई गल। जी अल्हम्दुलिल्लाह। चलो नहीं, ठीक। खत्म नहीं हुई, क्योंकि मेरा जवाब तो आया ही नहीं कि अगर उसका वालिद राजी ना हो तो क्या किया जाए फिर। ये सवाल है ना जी। नवी डिबेट शुरू कर लीजिए है जी, हुसैनी साहब, मैं क्या नवी डिबेट शुरू कर लीजिए फिर। आहो जी ते कर ਇਹਦਾ लेंगे, ਜਵਾਬ पहले ਤਾਂ तुसी दस ਫਰਮਾਓ दो कि ये खत्म हो गया। नहीं ਤੁਸੀਂ ਤੇ ਇਹ ਕਿਹਾ ਸੀ ਕਿ ਮੈਨੂੰ ਸਵਾਲ ਦਾ ਜਵਾਬ ਮਿਲ नहीं ਜਾਏਗਾ तुसी दिता मैनू, मैं ਤੇ ਸਾਰਿਆਂ ਦੇ ਸਾਹਮਣੇ ਕਹਿਣ ਡਿਆ ਕਿ ਤੇ ਜਿਹੜਾ ਤੁਸੀਂ ਮੈਂ ਕਿਹਾ ਫਿਰ ਜਾ ਕੇ ਤੁਹਾਨੂੰ ਦੱਸਾਂਗਾ ਕਿ ਮੈਂ ਮੇਰਾ ਜਲਾਸ਼ ਦੇਖੋ ਕਿ ਖੁਦਾ ਮੈਂ ਕਿੱਡੀ ਆਜਜ਼ੀ ਦੇ ਵਿੱਚ ਕਹਿਣ ਡਿਆ ਵਾਂ ਕਿ ਮੈਂ ਤੁਹਾਡੀ ਗੱਲ ਉਹ ਮੰਨ ਲਈ। ਹੁਣ ਤੁਸੀਂ ਇਨਸਾਫ ਤੇ ਆਏ ਵੇ, ਤੁਸੀਂ ਇਹਦਾ ਦੱਸੋ ਕਿ ਜਲਾਸ਼ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ। ਪਹਿਲੇ ਜਵਾਬ ਦਿਓ ਇਹਦਾ। ਅਖੀਰਲਾ ਜਿਹੜੀ ਚੀਜ਼ ਵਾ ਨਾ ਉਹ ਤੁਸੀਂ ਹੁਣ ਭੱਜਣ ਡੇ ਉਸ ਚੀਜ਼ ਤੋਂ। ਭਾਜੀ ਮੈਂ ਮਾਜ਼ਰਤ ਕੇ ਲਫ਼ਜ਼ ਇਸਤੇਮਾਲ ਕੀਤਾ ਕਿ ਉਹਦਾ ਵਾਲਿਦ ਰਾਜ਼ੀ ਨਹੀਂ ਤੇ ਕੀ ਕਰਨਾ। ਵਾਲਿਦ ਰਾਜ਼ੀ ਨਹੀਂ ਹੈ ਤੇ ਉਹਨੂੰ ਰਾਜ਼ੀ ਕਰਨਾ ਪਵੇਗਾ ਨਾ, ਬਗੈਰ ਵਾਲਿਦ ਰਾਜ਼ੀ ਤੂੰ ਕਿਉਂ ਕਰ ਸਕਦਾ। ਚਲੋ ਇਹ ਜਵਾਬ ਹੋ ਗਿਆ, ਹੁਣ ਮੇਰੇ ਸਵਾਲ ਦਾ ਜਵਾਬ ਦਿਓ। ਨਹੀਂ ਫਿਰ ਤੁਸੀਂ ਗਲਤ ਕਹਿਣ ਡੇ ਆ। ਚਲੋ ਠੀਕ ਹੈ, ਹੁਣ ਤੁਹਾਡੀ ਮਰਜ਼ੀ ਦਾ ਚਲੋ ਇਹਦੇ ਤੇ ਮੇਰਾ ਕਮੈਂਟ ਵੀ ਤੇ ਪੂਰਾ ਹੋ ਜਾਵੇ ਨਾ, ਵਾਲਿਦ ਰਾਜ਼ੀ ਹੋਵੇ। ਚਲੋ ਠੀਕ ਹੈ, ਆਪਣਾ ਕਮੈਂਟ ਦੇ ਕੇ ਫਿਰ ਉਹਦਾ ਜਵਾਬ ਦਿਓ। ਭਾਜੀ ਇਸ ਚੀਜ਼ ਦਾ ਹੁਕਮ ਆ, ਵਾਲਿਦ ਵਾਲਦਾ ਰਾਜ਼ੀ ਆ ਜਾਂ ਨਹੀਂ ਵੀ ਰਾਜ਼ੀ। ਮੈਂ ਟਾਈਮ ਤੁਹਾਡਾ ਸ਼ੁਰੂ ਕਰ ਲਾਂ, ਇੱਕ ਮਿੰਟ, ਪਸੰਦ ਕਰਦੇ ਉਹਨਾਂ ਨੂੰ ਸ਼ਾਦੀ ਕਰਨ ਦੀ ਇਜਾਜ਼ਤ ਆ। ਇਹ ਨਹੀਂ ਦੇਖਣਾ ਕਿ ਉਹਦਾ ਫਲਾਣਾ ਉਹਦਾ ਵਾ, ਉਹ ਕੋਈ ਮੁਫਤੀ ਆ, ਕੋਈ ਕਿਸੇ ਮਸਜਿਦ ਦਾ ਵਾ, ਕੋਈ ਵਜ਼ੀਰ ਆਜ਼ਮ ਲੱਗਾ, ਕੋਈ MP ਹੈ ਜਾਂ MNA। ਇਹ ਨਹੀਂ ਦੇਖਣਾ ਜ਼ਰੂਰੀ। ਇਸਲਾਮ में ਜਬਰ ਨਹੀਂ ਹੈ। ਜਦੋਂ ਕੁੜੀ ਮੁੰਡਾ ਰਾਜ਼ੀ ਤੇ ਕੀ ਕਰੂਗਾ ਕਾਜ਼ੀ, ਇਹ ਨਹੀਂ ਦੇਖਣਾ ਵੀ ਉਹਦੇ ਵਾਲਿਦ ਦਾ ਉਹਦਾ ਕੀ ਆ। ਉਹ ਮੁਫਤੀ ਆ, ਉਹ ਭਾਵੇਂ ਕੋਈ ਵੀ ਆਓ। ਇਹ ਬਾਲਗ ਨੂੰ ਇਜਾਜ਼ਤ ਆ। ਅਗਰ ਤੁਸੀਂ ਕਹਿੰਦੇ ਕਿ ਇਸ ਚੀਜ਼ ਦੀ ਇਜਾਜ਼ਤ ਨਹੀਂ ਆ ਤੇ ਮੈਨੂੰ ਤੁਸੀਂ ਦੱਸੋ ਕਿ ਇਸ ਚੀਜ਼ ਦੀ ਇਸਲਾਮ 'ਚ ਇਜਾਜ਼ਤ ਨਹੀਂ ਆ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ ਦੇ ਵਿੱਚ ਇਦਾਂ ਕੰਮ ਹੋਇਆ ਵਾ, ਉਹਨਾਂ ਨੇ ਕਿਹਾ ਵਾ, ਇਹ ਉਹਨਾਂ ਦਾ ਹੁਕਮ ਆ, ਉਹਨਾਂ ਨੇ ਤਹੱਫੁਜ਼ ਦਿੱਤਾ ਔਰਤ ਨੂੰ ਵੀ, ਇਹ ਉਹਨਾਂ ਨੇ ਕੀਤਾ ਵਾ।
ਤੁਸੀਂ ਹੁਣ ਜਿਹੜੇ ਮੁੱਦੇ ਦੀ ਗੱਲ ਉਹਦੇ ਤੇ ਤੁਸੀਂ ਕਹਿਣ ਦੇ ਕਿ ਵਾਲਿਦ ਨੂੰ ਰਾਜ਼ੀ ਕਰਨਾ ਪਏਗਾ। ਕਿਉਂ ਕਰੇ ਉਹ ਵਾਲਿਦ ਨੂੰ ਰਾਜ਼ੀ ਜਦੋਂ ਕੁੜੀ ਮੁੰਡਾ ਆਪਸ ਦੇ ਵਿੱਚ ਪਿਆਰ ਮੁਹੱਬਤ ਇੱਕ ਦੂਸਰੇ ਨੂੰ ਪਸੰਦ ਕਰਦੇ ਆ, ਉਹਨਾਂ ਨੂੰ ਸ਼ਾਦੀ ਕਰਨ ਦਾ ਹੁਕਮ ਆ। ਤੁਸੀਂ ਕਿਹਾ ਕਿ ਨਹੀਂ ਵਾਲਿਦ ਨੂੰ ਰਾਜ਼ੀ ਕਰਨਾ ਜ਼ਰੂਰੀ ਆ, ਇਹ ਤੇ ਮੈਂ ਇਤਫਾਕ ਨਹੀਂ ਕਰਦਾ ਭਾਈ। ਅੱਛਾ ਜੀ, ਇਹ ਤੁਸਾਂ ਕਿਹਾ ਸੀ ਕਿ ਭਾਈ ਤੂੰ ਇਹ ਜਵਾਬ ਦੇ ਦੇਂਗਾ ਤੇ ਇਸ ਤੋਂ ਬਾਅਦ ਮੈਂ ਜਵਾਬ ਤੈਨੂੰ ਦਿਆਂਗਾ ਕਿ ਮੈਂ ਜਲਾਸ਼ ਖੁਦਾ ਨੂੰ ਮੰਨਣਾ ਕਿ ਨਹੀਂ, ਕਾਲੇ ਤੇ ਕਾਲੂ ਨੂੰ ਮੰਨਣਾ ਵਾ ਕਿ ਨਹੀਂ, ਆਜ ਤੇ ਵਿਤਰ ਨੂੰ ਮੰਨਣਾ ਵਾ ਕਿ ਨਹੀਂ। ਇਹ ਜਲਾਸ਼ ਦੇ ਬਾਰੇ ਮਿਰਜ਼ਾ ਸਾਹਿਬ ਨੇ ਜੋ ਫਰਮਾਇਆ ਹੈ ਕਿ ਜਨਾਬ ਇਹ ਪਹਿਲਾਂ ਹੀ ਮੇਰਾ ਹੀ ਇਲਹਾਮੀ ਲਫ਼ਜ਼ ਹੈ, ਮੇਰੇ ਉੱਤੇ ਹੀ ਆਇਆ ਵੇ, ਤੇ ਇਹਦੇ ਬਾਰੇ ਤੁਸਾਂ ਕਿਹਾ ਸੀ ਮੈਂ ਬਾਅਦ ਚ ਦੱਸਾਂਗਾ ਜਦੋਂ ਤੂੰ ਜਵਾਬ ਦੇ ਦੇਂਗਾ। ਭਾਈ ਮੈਂ ਜਵਾਬ ਦੇ ਛੱਡਿਆ, ਹੁਣ ਤੁਸਾਂ ਜਵਾਬ ਦੇਣਾ ਸੀ, ਤੁਸਾਂ ਜਵਾਬ ਕੋ ਨਹੀਂ ਦਿੱਤਾ, ਆਪਣੇ ਵਾਅਦੇ ਤੋਂ ਮੁੱਕਰ ਗਏ ਹੋ। ਹਾਂਜੀ, ਸਾਰੀ ਦੁਨੀਆ ਵੇਖ ਰਹੀ ਹੈ। ਭਾਈ ਤੁਸੀਂ ਕਹਿੰਦੇ ਹੋ ਮੇਰੀ ਮਰਜ਼ੀ ਦਾ ਜਵਾਬ ਦਿਓ, ਮੇਰੇ ਕੋਲ ਨਹੀਂ ਹੈ। ਮੇਰੇ ਕੋਲ ਜਿੰਨਾ ਇਲਮ ਸੀ ਵੀ ਇਹਨੂੰ ਤੁਸੀਂ ਮੇਰੀ ਕਮ ਇਲਮੀ ਕਹੋ, ਇਹਨੂੰ ਤੁਸੀਂ ਕਹੋ ਕਿ ਭਾਈ ਜੋ ਵੀ ਕਹਿ ਲਓ, ਇਹਨੂੰ ਨਾਮ ਜਿਹੜਾ ਮਰਜ਼ੀ ਦੇ ਲਓ। ਭਾਈ ਮੇਰੇ ਕੋਲ ਜਿਹੜਾ ਜਵਾਬ ਸੀ ਮੈਂ ਦੇ ਛੱਡਿਆ। ਹੁਣ ਤੁਹਾਡੀ ਮਰਜ਼ੀ ਦਾ ਤੁਹਾਡਾ ਲੁਕਮਾ ਮੈਂ ਆਪਣੇ ਮੂੰਹ ਚ ਪਾਵਾਂ, ਉਹ ਮੇਰੇ ਕੋਲ ਇੰਨੀ ਸਲਾਹੀਅਤ ਨਹੀਂ ਹੈ ਨਾ ਕਿ ਕਾਦੀਆਨੀ ਆਪਣਾ ਲੁਕਮਾ ਇੱਕ ਮੁਸਲਮਾਨ ਦੇ ਮੂੰਹ ਦੇ ਵਿੱਚ ਗੁਸੇੜਨ ਕਿ ਨਹੀਂ ਤੂੰ ਇਹ ਗੱਲ ਕਹਿ। ਇੰਜ ਦੇ ਫਤਵੇ ਜਿਹੜੇ ਨੇ ਸਾਡੇ ਕੋਲ ਨਹੀਂ ਹੈ ਭਾਈ, ਉਹ ਤੁਹਾਨੂੰ ਲੱਭਣਗੇ ਮੁਫਤੀ ਮੁਬਸ਼ਰ ਕੱਲੂ ਰਬਵੇ ਤੋਂ, ਉੱਥੋਂ ਲੱਭਣਗੇ, ਉੱਥੋਂ ਮਿਲਣਗੇ ਤੁਹਾਨੂੰ, ਜਾਂ ਮਿਰਜ਼ਾ ਮਸਰੂਰ ਸਾਹਿਬ ਵੀ ਦਿੰਦੇ ਨੇ ਇੰਜ ਦੇ ਫਤਵੇ, ਤੇ ਉਹਨਾਂ ਕੋਲ ਜਾ ਕੇ। ਅੱਛਾ ਗੱਲ ਤੇ ਸੁਣੋ, ਹੁਣ ਬੋਲੀ ਦਾ ਨਹੀਂ ਹੁੰਦਾ, ਆਪੇ ਕਿਹਾ ਸੀ ਜਵਾਬ ਲੈਣਾ, ਹੁਣ ਮੈਂ ਤੁਹਾਨੂੰ 2 ਦੇਣ ਤੇ ਮਿੰਟ ਲੱਗਾ, ਪੂਰੇ ਕਰ, ਲੇਕਿਨ ਤੁਸੀਂ ਜਵਾਬ ਨਹੀਂ, ਤੁਸੀਂ ਇਖਤਲਾਫਾਤ ਦੀ 2 ਤਰਫ ਮਿੰਟ ਜਾ ਮੈਨੂੰ ਰਹੇ ਹੋ। ਬੋਲਣ ਤੇ ਦਿਓ, 2 ਮਿੰਟ ਬੋਲਣ ਤੇ ਦਿਓ ਨਾ, ਤੁਸੀਂ ਗਲਤ ਗੱਲ ਹੈ। ਸਬਰ ਤਹਮੁਲ ਰੱਖੀਦਾ ਨਾ, ਮੈਂ ਸਟਾਫ ਚ ਲਾਈਏ ਕੀ ਕਰਦੇ ਹੋ ਪਏ। ਪਹਿਲੇ ਤੁਸੀਂ ਬੋਲੇ ਨਹੀਂ, ਉਹ ਆਂਦੇ ਨੇ ਨਾ ਮੁਰਦਾ ਬੋਲੇ ਤੇ ਕਫਨ ਫਾੜੇ, ਤੇ ਇੱਕਦਮ ਤੁਸੀਂ ਰੂਲ ਵੀ ਕਮਾਲ ਕਰਦੇ ਹੋ। ਆਪਣਾ ਟਾਈਮ ਤੁਸੀਂ ਖੁਦ ਛੱਡਦੇ ਹੋ, ਤੁਹਾਡੇ ਕੋਲ ਕੋਈ ਖੋਂਦਾ ਤੇ ਨਹੀਂ ਨਾ, ਮੈਂ ਤੇ ਨਹੀਂ ਤੁਹਾਨੂੰ ਚੁੱਪ ਕਰਾਂਦਾ ਕਿ ਚੁੱਪ ਕਰ ਜਾਓ ਜੀ, ਆਪ ਹੀ ਤੁਸੀਂ ਛੱਡਦੇ ਹੋ ਟਾਈਮ, ਉਹ ਤੁਹਾਡੀ ਆਪਣੀ ਮਰਜ਼ੀ ਹੈ। ਤੇ ਗੱਲ ਐ ਵੇ ਕਿ ਹੁਣ ਤੁਸੀਂ ਵਾਅਦਾ ਕੀਤਾ ਸੀ ਉਹਦਾ ਜਵਾਬ ਦੇਵੋ, ਇਹਦਾ ਜਵਾਬ ਕਿੰਨੇ ਦੇਣਾ ਹੈ। ਮਿਰਜ਼ਾ ਸਾਹਿਬ ਨੇ ਕਿਹਾ ਸੀ ਕਿ ਮੇਰੇ ਫਿਰਕੇ ਦੇ ਲੋਕ ਦਲਾਇਲ ਦੇ ਨਾਲ ਮੁਖਾਲਿਫੀਨ ਦਾ ਮੂੰਹ ਬੰਦ ਕਰ ਦੇਣਗੇ, ਤੇ ਕਰੋ ਨਾ ਸਾਡਾ ਦਲਾਇਲ ਦੇ ਨਾਲ ਮੂੰਹ ਬੰਦ। ਉਹ ਤੇ ਮਜੂਸੀਆਂ ਦਾ ਖੁਦਾ ਦਾ ਨਾਮ ਸੀ ਜਲਾਸ਼, ਮਿਰਜ਼ਾ ਸਾਹਿਬ ਕਹਿੰਦੇ ਨੇ ਮੇਰੇ ਖੁਦਾ ਦਾ ਨਾਮ, ਇਹ ਪਹਿਲੀ ਵਾਰੀ ਮੈਨੂੰ ਪਤਾ ਚੱਲਿਆ। ਇਹਦਾ ਕੀ ਜਵਾਬ ਹੈ ਭਾਈ, ਦਵੋ ਜਵਾਬ। ਇਜਾਜ਼ਤ ਹੈ ਮੁਫਤੀ ਸਾਹਿਬ ਜੀ? ਜੀ ਟਾਈਮ ਸ਼ੁਰੂ ਹੋ ਗਿਆ ਆਪਦਾ ਜੀ। ਮੈਂ ਟਾਈਮ ਨਹੀਂ ਦੇਖਦਾ, ਮੈਂ ਤੁਹਾਨੂੰ ਹਮੇਸ਼ਾ ਇਹ ਟਾਈਮ ਦੇ ਦਿੰਦਾ ਹੁੰਨਾ ਕਿ ਤੁਸੀਂ ਲੰਮੀ ਗੱਲ ਕਰ ਲਓ, ਕਿਉਂਕਿ ਮੈਂ ਨਾ ਬਗੈਰ ਤੁੱਕੀ ਗੱਲ ਕਰਦਾ ਹੀ ਨਹੀਂਗਾ ਹੁੰਦਾ ਨਾ। ਮੇਰੇ ਇਲਮ ਦੇ ਮੁਤਾਬਕ ਪਹਿਲੇ ਤਾਂ ਪਹਿਲਾ ਯਾਨੀ ਕਿ ਸਾਡਾ ਕੰਪਲੀਟ ਹੋ ਗਿਆ ਕੰਮ ਕਿ ਤੁਸੀਂ ਆਖਰੀ ਦੱਸਿਆ ਨਹੀਂ ਜੋ ਜ਼ਰੂਰੀ ਸੀਗਾ ਕਿ ਤੁਸੀਂ ਜਿਹੜਾ ਕਿਹਾ ਕਿ ਵਾਲਿਦ ਵਾਲਾ, ਚਲੋ ਠੀਕ ਹੈ, ਮੈਂ ਉਸ ਗੱਲ ਤੇ ਨਹੀਂ ਜਾਂਦਾ। ਹਾਂਜੀ, ਮੇਰੇ ਇਲਮ ਦੇ ਮੁਤਾਬਕ, ਪਰਸਨਲੀ ਮੇਰੇ ਇਲਮ ਦੇ ਮੁਤਾਬਕ 1 ਲੱਖ ਤਕਰੀਬਨ 24,000 ਅੰਬੀਆ ਆਏ ਔਰ ਮੁਖਤਲਿਫ ਜ਼ਬਾਨਾਂ ਸੀ, ਤੇ ਰੱਬ ਦਾ ਨਾਮ ਮੁਖਤਲਿਫ ਜ਼ਬਾਨਾਂ 'ਚ ਪਤਾ ਨਹੀਂ ਕੋਈ 2-4 ਲੱਖ ਜ਼ਬਾਨਾਂ 'ਚ ਹੋਊਗਾ। ਠੀਕ ਆ, ਮਕਸਦ ਇਹ ਆ ਕਿ ਅਰਬੀ 'ਚ ਕਹਿ ਦਿੱਤਾ ਜਾਂਦਾ ਵਾ ਕਿ ਆਹਦ ਤੇ ਵਾਹਦ, ਕੁਲ ਹੂ ਅੱਲਾਹੂ ਆਹਦ। ਜਿੱਦਾਂ ਆਪਾਂ ਇਹ ਵੀ ਕਹਿ ਦਿੰਦੇ ਆ ਤੂੰ ਕਿਹਨੂੰ ਮੰਨਦਾ, ਮੈਂ ਆਪਣੇ ਰਹਿਮਾਨ ਨੂੰ ਮੰਨਦਾ, ਮੈਂ ਆਪਣੇ ਰਹੀਮ ਨੂੰ ਮੰਨਦਾ, ਮੈਂ ਉਸ ਰਾਜ਼ਕ ਨੂੰ ਮੰਨਦਾ, ਮੈਂ ਰੱਬ ਨੂੰ ਮੰਨਦਾ, ਗੋਠ ਨੂੰ ਮੰਨਦਾ, ਅੱਲਾ ਨੂੰ ਮੰਨਦਾ। ਮਕਸਦ ਇਹ ਆ ਕਿ ਧਿਆਨ ਉਹਨਾਂ ਦਾ ਇਹ ਹੁੰਦਾ ਕਿ ਅੱਲਾ ਇੱਕ ਵਾ। ਮੁਖਤਲਿਫ ਜ਼ਬਾਨਾਂ ਦੇ ਵਿੱਚ ਅਗਰ ਤੁਹਾਨੂੰ ਨਹੀਂ ਪਤਾ ਕਿ ਕਦੋਂ ਕਿਸ ਜ਼ਮਾਨੇ ਦੇ ਵਿੱਚ ਪਿਛਲੇ 10 ਜਾਂ 20,000 ਸਾਲ ਤੋਂ, ਤੁਹਾਡੀ ਇੰਨੀ ਨਹੀਂ ਸਟੱਡੀ, ਤੁਸੀਂ ਮੁਫਤੀ ਆ, ਤੁਹਾਨੂੰ ਕਰ ਲੈਣੀ ਚਾਹੀਦੀ ਸੀ ਇਸਲਾਮ ਦੇ ਬਾਰੇ 'ਚ ਸਟੱਡੀ ਕਿ ਮੁਖਤਲਿਫ ਜ਼ਬਾਨਾਂ 'ਚ ਕਦੋਂ ਕਦੋਂ ਕੀ ਕਿਹਾ ਜਾਂਦਾ ਸੀ। ਹਜ਼ਰਤ ਇਬਰਾਹੀਮ ਅਲੈਹਿਸਲਾਮ ਲਾ ਲਓ, ਮੂਸਾ ਅਲੈਹਿਸਲਾਮ, ਹਾਰੂਨ ਅਲੈਹਿਸਲਾਮ, ਇਹਨਾਂ ਨੇ ਕਨਸੈਪਟ ਰੱਖਿਆ ਸੀ ਵਾਹਦ ਦਾ। ਹੁਣ ਹਬਰੇਸ਼ 'ਚ ਕੀ ਕਹਿੰਦੇ ਆ, ਅਫਰੀਕਾ 'ਚ ਕੀ ਕਹਿੰਦੇ ਆ, ਏਸ਼ੀਆ 'ਚ ਕੀ ਕਹਿੰਦੇ, ਹਿੰਦੀ 'ਚ ਕੀ ਕਹਿੰਦੇ, ਪੰਜਾਬੀ 'ਚ ਕੀ ਕਹਿੰਦੇ। ਤੁਸੀਂ ਸਿਰਫ ਉਸ ਲਫ਼ਜ਼ ਤੇ ਜਾਣਦੇ, ਉਸ ਬੰਦੇ ਦੀ ਕਰਤੂਤ ਤੇ ਨਹੀਂ ਜਾਣਦੇ ਕਿ ਉਹ ਵਾਹਦੁ ਲਾ ਸ਼ਰੀਕ ਅੱਲਾ ਦਾ ਕਰਨ ਡਿਆ ਵਾ। ਤੁਸੀਂ ਦੇਖਦੇ ਆ ਕਿ ਜ਼ਬਾਨ ਨਾ ਤੇ ਤੁਹਾਨੂੰ 2000 ਮੁਖਤਲਿਫ ਜ਼ਬਾਨਾਂ ਹੁੰਦੀਆਂ ਤੇ ਨਾ ਤੁਸੀਂ ਹਰ ਨਬੀ ਦਾ ਪਤਾ ਵੀ ਉਹ ਟਾਈਮ ਖਤਮ ਜਨਾਬ, ਜਨਾਬ ਦਾ ਟਾਈਮ ਖਤਮ ਹੋ ਗਿਆ।
ਜੀ ਤੁਸੀਂ ਫਰਮਾ ਰਹੇ ਹੋ ਤੇ ਉਸ ਬੰਦੇ ਦੀ ਕਰਤੂਤ ਤੇ ਤੁਸੀਂ ਜਾਓ ਤੇ ਕਰਤੂਤ ਵੇਖੋ ਤੇ ਉਹ ਕਰਤੂਤ ਵੇਖਣੇ ਤੇ ਪਏ ਆ ਉਸ ਬੰਦੇ ਦੀ ਕਿ ਕਰਤੂਤ ਹੈ ਵੇ ਕਿ ਜਨਾਬ ਤਾਰੀਖ ਇਬਨ ਖਲਦੂਨ ਦਾरुल ਫਿਕਰ ਮਤਬੂਆ ਅਲ ਜੁਜ਼ੁ ਸਾਨੀ ਸਫਾ ਨੰਬਰ 199 ਮਜੂਸੀਆਂ ਦੇ ਖੁਦਾ ਦਾ ਨਾਮ ਲਿਖਿਆ ਜਲਾਸ਼ दूसरा हवाला फहारस तारीख इब्ने खलदून दारुल फिकर मतबूआ सफ़ा नंबर 545 यल्लाश बिन किसरा और यल्लाश बिन नैरून ये दो यल्लाश इनके गुजरे हैं खुदा मजूसियों के। समझ आई कि नहीं? ये करतूत हम देख तो रहे हैं और आपको दिखा रहे हैं, इस करतूत का जवाब चाहिए। मिर्जा साहब कह रहे हैं रूहानी खज़ैन जिल्द 17 सफ़ा 203 के ऊपर कि जल्लाश खुदा का ही नाम है। ये एक नया इल्हामी लफ्ज है कि अब तक मैंने इसको इस सूरत पर कुरान और हदीस में नहीं पाया और ना किसी लुगत की किताब में देखा। इसके माना मेरे पर ये खोले गए कि या ला शरीक। ओ भाई या ला शरीक ये ग्रामेटिकली गलत है, ग्रामर के एतबार से गलत है, सरफी नहवी तौर पे गलत है। हाँ जी, तो ये और फिर ऊपर से ये कहते हैं ये एक नया लफ्ज है और ये लुगत में कहीं पर भी नहीं है, हालांकि मैं आपको हवाले दे रहा हूं, ये पहले से मौजूद है। तारीख इब्ने खलदून मिर्जा साहब से पहले की लिखी गई है और ये मजूसी बड़ी देर के हैं, ये तो नबी आलम सल्लल्लाहु अलैहि वसल्लम से भी पहले के हैं। हाँ जी, तो यकीनी सी बात है ये उनके खुदा पहले के होंगे। तो इनके बारे में बताएं तो सही ना। आपने ये बताया नहीं है कि आप इस जल्लाश को मानते हैं कि नहीं, इसका तो कोई जवाब नहीं दिया आपने। तो चले मेरा टाइम खत्म हुआ, बात करें जी। जैसे आपने पहले कहा था मुफ्ती साहब कि एक बंदे नूं दूजे नाल इतराज होवे, मन्ने या ना मन्ने, ओहदी अपनी मर्जी आ। मैं या लाश दा मतलब कि ला शरीक के अल्लाह दा कोई शरीक नहीं आ। मैं उस लफज नूं उस तरीके नाल उस जबान च ਉਹ ਭਾਵੇਂ ਮਿਟ ਗਈ ਜਾਂ ਨਹੀਂ ਆ, ਤਾਮਲ ਵੀ ਬਹੁਤ ਪੁਰਾਣੀ ਆ। ਖੈਰ ਤੁਹਾਨੂੰ ਇਹ ਜ਼ਬਾਨਾਂ ਦੇ ਬਾਰੇ ਚ ਨਹੀਂ ਪਤਾ, ਇੱਥੇ ਅਸੀਂ ਗੋਡ ਵੀ ਕਹਿ ਦਿੰਦੇ ਆ, ਫਾਤਾ ਕਈ ਕਹਿੰਦੇ ਆ ਕਿ ਇਸ ਹਿਸਾਬ ਨਾਲ ਮਤਲਬ ਕਿ ਹੋਰ ਵੀ 10-20 ਹਜ਼ਾਰ ਸਾਲ ਤੋਂ ਨਸਲਾਂ ਗੁਜ਼ਰ ਚੁੱਕੀਆਂ ਵਾ ਤੇ ਮੁਖਤਲਫ ਅੰਬੀਆ ਆਏ 1,24,000। ਮੈਂ ਦੁਬਾਰਾ ਉਹੀ ਕਹੂੰਗਾ ਤੇ ਮੁਖਤਲਫ ਜ਼ਬਾਨਾਂ ਸੀਗੀਆਂ, ਠੀਕ ਆ। ਲੇਕਿਨ ਤੁਸੀਂ ਅਗਰ ਸਿਰਫ ਇਹੀ ਜ਼ਬਾਨ ਫੜਨੀ ਆ ਨਾ ਤੇ ਇਸਲਾਮ ਦੀ ਬੁਨਿਆਦ ਵੀ ਪਹਿਲੇ ਮਤਲਬ ਕਿ ਲਾ ਲਓ 1450 ਸਾਲ ਤੋਂ ਆ। ਇਸ ਤੋਂ ਪਹਿਲੇ ਵੀ ਕੁਲ ਹੂ ਅੱਲਾਹੂ ਆਹਦ ਜਿਹੜਾ ਵਾ ਉਹਦਾ ਕਨਸੈਪਟ ਹੈ ਸੀਗਾ ਔਰ ਮੁਖਤਲਿਫ ਜ਼ਬਾਨਾਂ ਸੀ। ਅਗਰ ਤੁਹਾਨੂੰ ਇਸ ਬਾਰੇ 'ਚ ਇਲਮ ਨਹੀਂ ਆ ਤੇ ਮੈਂ ਇਹਦਾ ਕੁਛ ਨਹੀਂ ਕਰ ਸਕਦਾ ਭਾਜੀ। ਮੇਰੇ ਹੱਥ ਜੁੜੇ ਫਿਰ ਤੁਹਾਡੇ ਅੱਗੇ। ਮੇਰੇ ਵੱਲੋਂ ਤੁਹਾਨੂੰ ਮੈਂ ਜਿਹੜਾ ਜਵਾਬ ਦੇਣਾ ਸੀ ਦੇ ਦਿੱਤਾ ਕਿ ਇਹ ਜਿਹੜਾ ਵਾ ਮੁਖਤਲਿਫ ਜ਼ਬਾਨਾਂ ਸੀ, ਮੁਖਤਲਿਫ ਕਬਾਇਲ ਸੀ, ਮੁਖਤਲਿਫ ਚੀਜ਼ਾਂ ਸੀ। ਕਨਸੈਪਟ ਸਿਰਫ ਕੁਲ ਹੂ ਅੱਲਾਹੂ ਆਹਦ ਦਾ ਜਿਹੜਾ ਉਹ ਅੰਬੀਆ ਕਰਾਮ ਨੇ ਦਿੱਤਾ, ਜਦੋਂ ਦੇ ਉਹ ਸਾਰੇ ਸੀਗੇ, ਠੀਕ ਆ। ਕੋਈ ਵੀ ਕਿਸੇ ਵੀ ਜ਼ਬਾਨ ਦੇ ਵਿੱਚ ਉਹ ਸਾਰਿਆਂ ਦਾ ਕਨਸੈਪਟ ਉਹੀ ਆ। ਤੇ ਅਗਰ ਤੁਸੀਂ ਉਸ ਲਫ਼ਜ਼ ਤੇ ਜਾਓਗੇ ਕਿ ਫਲਾਣੀ ਜ਼ਬਾਨ ਦਾ ਇੱਦਾਂ ਸੀ ਇੱਦਾਂ ਸੀ ਇੱਦਾਂ ਸੀ, ਤੇ ਫਿਰ ਕੁਫਾਰੇ ਮੱਕਾ ਵੀ ਇਹੀ ਕੰਮ ਕਰਨ ਡਏ ਆ ਕਿ ਤੁਸੀਂ ਕਹਿੰਦੇ ਸੀ ਆ ਤੁਹਾਡਾ ਨਬੀ ਸੱਚਾ ਵਾ। ਉਹ ਪੁੱਛਦੇ ਕਿਉਂ? ਕਹਿੰਦੇ ਉਹ ਕਹਿੰਦਾ ਮੁਹੰਮਦ ਆ, ਕਹਿੰਦਾ ਮੈਂ ਅਹਿਮਦ ਆ, ਮੈਂ ਰਹਿਮਤੁਲ ਆਲਮੀਨ ਆ, ਤੇ ਹੋਰ ਉਹਦੀਆਂ 10 ਤਾਰੀਫਾਂ। ਕਹਿੰਦਾ ਮੈਂ ਨਬੀਆਂ ਦਾ ਸਰਦਾਰ। ਇਹ ਇੱਕ ਬੰਦਾ ਹੈ ਹੀ ਨਹੀਂ, ਝੂਠ ਬੋਲਦਾ। ਮੈਂ ਉਹ ਪੰਗਿਆਂ 'ਚ ਨਹੀਂ ਪੈਣਾ ਚਾਹੁੰਦਾ ਜਿਹਦੇ 'ਚ ਤੁਸੀਂ ਅਗਲੀ ਨੈਕਸਟ ਜਨਰੇਸ਼ਨ ਨੂੰ ਪਾਇਆ ਵਾ। ਨਾ ਕਰੋ। ਖਤਮ ਹੋਇਆ ਜੀ, ਟਾਈਮ ਖਤਮ ਹੋਇਆ ਜੀ। यार मेरे सवाल का कोई जवाब नहीं, कहते हो नहीं जवाब है। हाँ जी, कहते हैं जी बड़ी जबानें थी। अच्छा पंजाबी च कहते ने ना पे वो बड़ियां जबानां सन, बड़े कबीले सन। भाई कबीलियां दा जबानां नाल इहदे नाल की तल्लक है भाई? मैं तुहानूं अग्गू कहंदे ने पे जी तैनूं इलम ही कोई नहीं है। चलो सही है भाई, और तेनू कोई नहीं पता जबानां बड़ियां सन ते कबीले बड़े सन ते कुफारे मक्का भी यही काम करते सन। चलो किहड़े कुफारे मक्का ने काम किया जी? क्या वो भी कहते हुंदे सन कि भाई ये लाश कोई खुदा वे इस्लाम दा है? किहड़ी गल किधर टोरी जांदे? गल मेरे सवाल दा जवाब दिओ भाई। रूहानी खज़ैन जिल्द 17 सफ़ा 203 दे उत्ते लिखिआ है, मिर्जा साहब फरमांदे ने जी ये लाश खुदा दा नाम है, नवां इलामी लफ्ज़ है, मेरी तरफ ही आया है। हालांकि मैं कहना पिया नवां नहीं है, पुराना है।
ਮੈਂ ਤੈਨੂੰ ਹਵਾਲਾ ਦੇਣਾ ਪਿਆ, ਤੁਸੀਂ ਕਹਿੰਦੇ ਹੋ ਉਹ ਜ਼ੁਬਾਨਾਂ ਬੜੀਆਂ ਸਨ। ਉਹ ਭਾਈ ਤੁਸੀਂ ਇਹਦਾ ਮਤਲਬ ਮਿਰਜ਼ਾ ਸਾਹਿਬ ਨੂੰ ਖੁਦ ਝੂਠਾ ਸਾਬਤ ਕਰਦੇ ਹੋ ਪਏ ਕਿ ਜ਼ੁਬਾਨਾਂ ਬੜੀਆਂ ਸਨ, ਫਲਾ ਜ਼ੁਬਾਨ ਦੇ ਵਿੱਚ ਇਹ ਹੈ ਸੀ। ਮਿਰਜ਼ਾ ਸਾਹਿਬ ਕਹਿੰਦੇ ਨੇ ਕਿਸੇ ਜ਼ੁਬਾਨ ਦਾ ਲਫ਼ਜ਼ ਹੈ ਹੀ ਨਹੀਂ, ਤੁਸੀਂ ਕਹਿੰਦੇ ਹੋ ਜ਼ੁਬਾਨਾਂ ਬੜੀਆਂ ਸਨ ਤੇ ਕਬੀਲੇ ਬੜੇ ਸਨ। ਮਤਲਬ ਮਿਰਜ਼ਾ ਸਾਹਿਬ ਕੁਝ ਹੋਰ ਕਹਿੰਦੇ ਨੇ ਪਏ, ਤੁਸੀਂ ਕੁਝ ਹੋਰ ਕਹਿੰਦੇ ਹੋ ਪਏ। ਹੁਣ ਕਿਹਦੀ ਮੰਨੀਏ? ਤੁਹਾਡੀ ਮੰਨ ਲਈਏ ਫਿਰ ਗੱਲ ਕਿ ਇਹ ਲਾਸ਼ ਬੜੀਆਂ ਜ਼ੁਬਾਨਾਂ ਦਾ ਲਫ਼ਜ਼ ਸੀ ਤੇ ਕਬੀਲਿਆਂ ਦਾ ਸੀ ਤੇ ਫਲਾਂ ਦਾ ਸੀ। ਹਾਲਾਂਕਿ ਮਿਰਜ਼ਾ ਸਾਹਿਬ ਨੇ ਨਹੀਂ ਜੇ ਕਿਹਾ, ਉਹ ਇਨਕਾਰ ਕਰਦੇ ਨੇ ਪਏ। ਉਹ ਕਹਿੰਦੇ ਨੇ ਕਿ ਸਿਰਫ ਮੇਰੇ ਤਰਫ ਆਇਆ ਹੈ ਲਫ਼ਜ਼। ਤੇ ਰਹੀ ਗੱਲ ਹੈ ਕਿ ਕਬੀਲਿਆਂ ਦਾ, ਉਹ ਜਿਹੜਾ ਕਬੀਲਾ ਹੈ ਸੀ ਉਹ ਮੈਂ ਦੱਸ ਛੜਿਆ, ਉਹ ਕਬੀਲਾ ਮਜੂਸੀਆਂ ਦਾ ਕਬੀਲਾ ਸੀ। ਹਾਂ, ਤੇ ਉਹਨਾਂ ਦੀ ਕਿਤਾਬ ਹੀ ਤੁਹਾਨੂੰ ਮੈਂ ਦੱਸ ਛੜੀ, ਹਵਾਲਾ ਦੇਣਾ ਪਿਆ ਮੈਂ। ਤੁਸੀਂ ਕਹਿੰਦੇ ਤੈਨੂੰ ਪਤਾ ਹੀ ਕੱਖ ਨਹੀਂ ਹੈ, ਤੈਨੂੰ ਜ਼ੁਬਾਨਾਂ ਹੀ ਨਹੀਂ ਆਉਂਦੀਆਂ, ਤੈਨੂੰ ਕਬੀਲਿਆਂ ਦਾ ਕੋਈ ਨਹੀਂ ਪਤਾ। ਯਾਰ ਕਿਹੜੀ ਗੱਲ, ਕਿੱਧਰ ਦੀ ਕਿੱਧਰ ਟੋਰ ਛੜੀ ਜੇ। ਹਜੇ ਤਾਂ ਸਿਰਫ ਜਲਾਜ ਤੇ ਫਸੇ ਹੋ, ਹਜੇ ਤੇ ਅੱਗੇ ਕਾਲਾ ਕਾਲੂ ਤੇ ਆਜ ਤੇ ਵਤਰ ਵੀ ਪਿਆ ਜੇ। ਟਾਈਮ ਮੇਰਾ ਖਤਮ ਹੋਇਆ, ਜਵਾਬ ਦਿਓ ਜੀ। ਮੈਂ ਮਾਜ਼ਰਤ ਦੇ ਨਾਲ ਇਹ ਲਫ਼ਜ਼ ਇਸਤੇਮਾਲ ਕਰਨਾ ਚਾਹੁੰਦਾ ਕਿ ਤੁਸੀਂ ਫਿਰ ਦੁਬਾਰਾ ਝੂਠ ਬੋਲਿਆ ਦੇ ਇਸਤੇਮਾਲ ਕੀਤਾ ਕਿ ਜ਼ਿਆਦਾ ਜ਼ਬਾਨਾਂ ਦਾ ਇਹ ਲਫ਼ਜ਼ ਵਾ। ਤੁਸੀਂ ਗੇੜੀ ਦੇਣੀ ਚਾਹੇ ਆ ਸਾਰੇ ਸੁਣਨ ਵਾਲਿਆਂ ਨੂੰ। ਮੈਂ ਇਹ ਕਿਹਾ ਨਹੀਂ ਕਿ ਇਹ ਇੱਕ ਲਫ਼ਜ਼ ਜ਼ਿਆਦਾ ਜ਼ਬਾਨਾਂ ਦਾ, ਮੈਂ ਤੁਹਾਨੂੰ ਇਹ ਕਿਹਾ ਸੀਗਾ ਕਿ ਜ਼ਿਆਦਾ ਜ਼ਬਾਨਾਂ ਮੌਜੂਦ ਵਾ। ਠੀਕ ਆ, ਤੁਸੀਂ ਗੇੜੀ ਦੇਣਾ ਚਾਹੋ ਇੱਥੇ, ਲੇਕਿਨ ਅੱਜ ਕੱਲ੍ਹ ਦੇ ਨਿਆਣੇ ਪਾਗਲ ਨਹੀਂ ਗੇ। ਮੈਂ ਸਿਰਫ ਇਹ ਗੱਲ ਕਹੀ ਸੀਗੀ ਕਿ ਮੁਖਤਲਿਫ ਜ਼ਬਾਨਾਂ ਦੇ ਵਿੱਚ, ਮੁਖਤਲਿਫ ਜਗ੍ਹਾ ਦੇ ਵਿੱਚ ਤੇ ਮੁਖਤਲਿਫ ਅੰਬੀਆ ਇਹ ਆ, ਔਰ ਕੁਲਹੂ ਵੱਲਾਹੂ ਅਹਦ ਜਿਹੜਾ ਅਸੀਂ ਅੱਜ ਅਰਬੀ 'ਚ ਕਹਿੰਦੇ ਆ, ਜਾਂ ਲਾ ਸ਼ਰੀਕ ਅਲਾਹੂ, ਉਹ ਮੁਖਤਲਿਫ ਜ਼ਬਾਨਾਂ 'ਚ ਹੋਰ ਨਾਂ ਸੀਗੇ। ਲੇਕਿਨ ਤੁਸੀਂ ਗੇੜੀ ਦੇਣ ਵਾਸਤੇ ਇਹ ਕਿਹਾ ਵਾ ਕਿ ਬਈ ਮੈਂ ਇੱਕ ਲਫ਼ਜ਼ ਨੂੰ ਕਿਹਾ ਕਿ ਇਹ ਜ਼ਿਆਦਾ ਜ਼ਬਾਨਾਂ 'ਚ ਆ, ਜ਼ਿਆਦਾ ਤਰਜਮਿਆਂ 'ਚ ਕਿਉਂ? ਤੁਸੀਂ ਵੱਡੇ ਹੈਗੇ, ਪੜ੍ਹੇ ਲਿਖੇ ਆ, ਕਮ ਅਜ਼ ਕਮ ਸਾਡੀ ਨੈਕਸਟ ਜਨਰੇਸ਼ਨ ਆ, ਇਹਨਾਂ ਨੂੰ ਗੇੜੀ ਨਾ ਦਿਓ। ਠੀਕ ਆ, ਤੇ ਤੁਸੀਂ ਕਿਹਾ ਸੀਗਾ ਕਿ ਤੂੰ ਜਵਾਬ ਦੇ। ਮੈਂ ਕਿਹਾ ਕਿ ਜਿੰਨਾ ਮੇਰਾ ਇਲਮ ਆ ਉਹ ਮੈਂ ਤੁਹਾਨੂੰ ਦੇ ਦਿੱਤਾ ਜਵਾਬ। ਹੁਣ ਤੁਹਾਡਾ ਮੇਰੇ ਨਾਲ ਅਗਰ ਇਖਤਲਾਫ ਵਾ, ਤੁਸੀਂ ਮੰਨਦੇ ਆ ਜਾਂ ਨਹੀਂ ਮੰਨਦੇ, ਇਹ ਤੁਹਾਡੀ ਪ੍ਰੋਬਲਮ ਜਾਂ ਮੇਰੀ ਪ੍ਰੋਬਲਮ। ਤੁਸੀਂ ਕਿਹਾ ਸੀ ਜਵਾਬ ਦੇ, ਔਰ ਤੁਸੀਂ ਤੀਸਰਾ ਝੂਠ ਇਹ ਬੋਲਿਆ ਕਿ ਤੂੰ ਜਵਾਬ ਨਹੀਂ ਦਿੱਤਾ, ਹਾਲਾਂਕਿ ਮੈਂ 4 ਵਾਰੀ ਜਵਾਬ ਦਿੱਤਾ। ਇਹ ਤੁਸੀਂ ਕਹੋ ਕਿ ਤੂੰ ਜਵਾਬ ਦੇ ਦਿੱਤਾ, ਮੈਂ ਉਹਦੇ ਨਾਲ ਮੁੱਤਫਿਕ ਨਹੀਂ ਆ। ਏਦਾਂ ਕਹੀਦਾ ਵਾ, ਪੜ੍ਹੇ ਲਿਖੇ ਲੋਕ ਏਦਾਂ ਕਹਿੰਦੇ ਹੁੰਦੇ ਆ। ਜੀ ਸ਼ੁਰੂ ਕਰੋ ਅੱਗੇ। ਜੀ ਬਸ ਠੀਕ ਹੋ ਗਿਆ। ਫਿਰ ਤੁਸੀਂ ਜਦੋਂ ਜਵਾਬ ਦੇ ਛੜੇ ਆ ਤੇ ਉਹ ਲੋਕਾਂ ਨੇ ਵੀ ਸੁਣ ਲਿਆ ਤੇ ਫਿਰ ਗੱਲ ਤੇ ਖਤਮ ਹੋ ਗਈ। ਜੀ ਹੁਸੈਨੀ ਸਾਹਿਬ ਕੀ ਕੀਤਾ ਜੇ ਫਿਰ? ਹੁਣ ਗੱਲ ਤੇ ਹੋ ਗਈ ਫਿਰ। ਬਹੁਤ ਹੀ ਉਮਦਾ ਤਰੀਕ ਨਾਲ ਗੁਫ਼ਤਗੂ ਕੀਤੀ ਹੈ ਤੇ ਇੱਕ ਦੋ ਅਸੂਲ ਸਾਹਮਣੇ ਆਏ ਨੇ। ਇੱਕ ਤੇ ਇਹ ਅਗਲੇ ਦਿਨ ਕਿਸੇ ਨੇ ਦੱਸਿਆ ਆ ਕਿ ਅਹਿਮਦੀਆਂ ਨੂੰ ਇਹ ਹੱਕ ਨਹੀਂ ਪਹੁੰਚਦਾ ਕਿ ਉਹ ਕੁਰਾਨ ਤੇ ਹਦੀਸ ਦੇ ਮੁਤਲਕ ਕੋਈ ਸਵਾਲ ਕਰਨ, ਕਿਉਂਕਿ ਉਹਨਾਂ ਦਾ ਮਜ਼ਹਬ ਇਸਲਾਮ ਨਹੀਂ ਹੈ। ਤੇ ਉਹ ਫਿਰ ਕਹਿੰਦੇ ਵੀ ਜੇ ਇਹ ਗੱਲ ਅਸੀਂ ਮੰਨ ਲਈਏ ਠੀਕ ਹੈ, ਤੇ ਫਿਰ ਗੈਰ ਅਹਿਮਦੀਆਂ ਨੂੰ ਵੀ ਹੱਕ ਨਹੀਂ ਪਹੁੰਚਦਾ ਕਿ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਦੇ ਮੁਤਲਕ ਔਰ ਮਿਰਜ਼ਾ ਸਾਹਿਬ ਦੇ ਮੁਤਲਕ ਕੋਈ ਸਵਾਲ ਪੁੱਛਣ। ਤੇ ਅਗਰ ਦੋਏ ਵਾਲੇ ਫਰੀਕ ਇਸ ਗੱਲ ਤੇ ਰਾਜ਼ੀ ਹੋ ਜਾਣ ਤੇ ਕੁਲੀਅਤਨ ਅਮਨ ਤੇ ਸਲਾਮਤੀ ਆ ਜਾਂਦੀ ਹੈ। ਤੇ ਦੂਸਰਾ, ਤੁਹਾਡੀ ਇਸ ਗੁਫ਼ਤਗੂ ਦੇ ਵਿੱਚ ਵੀ ਮੈਂ ਦੇਖਿਆ ਵੀ ਗਾਲਾਂ ਦਾ ਇਸਤੇਮਾਲ ਕੋਈ ਨਹੀਂ ਹੋਇਆ ਬਿਲਕੁਲ ਹੀ। ਜਾਂ ਤਾਂ ਤੁਸੀਂ ਸ਼ਰਮਾ ਗਏ ਹੋ ਤੇ ਕਿਧਰੇ ਸਹੂਲਤ ਦੇ ਗਏ ਹੋ, ਇੱਕ ਦੂਸਰੇ ਦੀ ਰਿਆਇਤ ਕਰ ਗਏ ਹੋ, ਵਰਨਾ ਇਹ ਨਹੀਂ ਹੋ ਸਕਦਾ ਕਿ ਦੋ ਮੁਖਾਲਫ ਫਰੀਕਾਂ ਦੀ ਗੱਲ ਹੋਵੇ ਤੇ ਇੱਕ ਦੂਸਰੇ ਨੂੰ ਚੋਭ ਲਾ ਕੇ ਕੋਈ ਗਾਲ ਕੱਢਣੀ, ਕੋਈ ਗੰਦਾ ਲਫ਼ਜ਼ ਬੋਲਣਾ, ਇਹ ਜ਼ਰੂਰੀ ਨਾ ਹੋਵੇ। ਤੇ ਇਹਦਾ ਮਤਲਬ ਹੈ ਇਸ ਤਰੀਕੇ ਨਾਲ ਵੀ ਗੁਫ਼ਤਗੂ ਹੋ ਸਕਦੀ ਹੈ ਸ਼ਾਇਦ। ਇਹ ਅੱਜ ਪਹਿਲੀ ਵਾਰੀ ਸੁਣਿਆ, ਬੜਾ ਅਜੀਬ ਜਿਹੀ ਗੱਲ ਲੱਗੀ ਹੈ। ਤੇ ਇਹ ਮੇਰਾ ਤਬਸਰਾ ਹੈ। ਹੁਸੈਨੀ ਸਾਹਿਬ ਮਿਹਰਬਾਨੀ, ਜਜ਼ਾਕल्ला जी, बड़ी अच्छी गुफ्तगू फरमाई है। ते वैसे ते आज दा तरीका ही है इंज वे गुफ्तगू दा कदी असी गाल नहीं कड्डी। और अगर किसी नूं लगदा है कि मैं गाल कड्डी होए तो सबूत दे सकदा है। सबूत बिल्कुल होना चाहिए। सानू भी जिहड़ी ये इस्लाह दी जरूरत है। असी गालां नहीं कड्डदे, असी दलील दे नाल गल करन दे आदी हां।
ਔਰ ਦਲੀਲ ਇਸ ਵਾਸਤੇ ਅਸੀਂ ਦਿੰਨੇ ਆ ਕਿਉਂਕਿ ਮਿਰਜ਼ਾ ਸਾਹਿਬ ਨੇ ਖੁਦ ਰੂਹਾਨੀ ਖਜ਼ਾਇਨ जिल्द 10 सफ़ा 62 ਦੇ ਉੱਤੇ फरमाया है, लेकिन अगर कोई इसके बरखिलाफ मुद्दई है तो हमारी कुतुब मसूफा से अपने दावे को साबित करे, वरना बेईमान और खयानत पेशा है। वो फरमाते हैं जी जिसने भी मुझे सच्चा करना है या झूठा करना है मेरी किताबों से करे, अगर जो मेरी किताबों को इस्तेमाल नहीं करता तो वो बेईमान है, वो खयानत पेश है। तो इस वजह से मुसलमान जो है वो बेईमान और खयानत पेशा नहीं बनना चाहते, इस वजह से वो मिर्जा साहब की किताबों के अंदर से ही बात करते हैं जी। ये तो गल ठीक नहीं है, मिर्जा साहब ਦੀਆਂ ਗੱਲਾਂ ਮੰਨਣਾ, ਮਿਰਜ਼ਾ ਸਾਹਿਬ ਦੇ ਇਨਕਾਰ ਦੇ ਬਾਵਜੂਦ ਉਹਨਾਂ ਦੀ ਕਿਤਾਬਾਂ 'ਤੇ ਨਜ਼ਰ ਰੱਖ ਕੇ ਤੇ ਉਹਨਾਂ ਦੀਆਂ ਗੱਲਾਂ ਜੀ ਅਸੀਂ ਉਹਨਾਂ ਦੀ ਗੱਲ ਦਾ ਇਨਕਾਰ ਨਹੀਂ ਕਰ ਸਕਦੇ, ਇਹ ਤਾਂ ਚੰਗੀ ਗੱਲ ਨਹੀਂ। ਉਹਨਾਂ ਦੀ ਗੱਲ ਦਾ ਤਾਂ ਇਨਕਾਰ ਹੀ ਹੋਣਾ ਚਾਹੀਦਾ, ਲੇਕਿਨ ਉਹ ਜਿਹੜੀ ਮੁਤਵਾਜ਼ਨ ਗੱਲ ਹੈ ਕਿ ਨਾ ਤੁਸੀਂ ਸਾਡੀਆਂ ਕਿਤਾਬਾਂ ਦੇ ਵਿੱਚੋਂ ਕੋਈ ਪੁੱਛੋ ਔਰ ਸਾਡੀ ਸਿਆਸੀ ਔਰ ਮਾਸ਼ਰਤੀ ਜ਼ਿੰਦਗੀ ਦੇ ਮੁਤਲਕ ਕੋਈ ਸਵਾਲ ਪੁੱਛੋ, ਅਤੇ ਨਾ ਅਸੀਂ ਤੁਹਾਡੀ ਜ਼ਿੰਦਗੀ ਦੇ ਮੁਤਲਕ ਕੋਈ ਸਵਾਲ ਪੁੱਛੀਏ, ਉਹਦੇ ਨਾਲ ਅਮਨ ਸੁਲ੍ਹਾ ਔਰ ਸਲਾਮਤੀ ਕਾਇਮ ਹੋ ਜਾਂਦੀ ਹੈ। ਉਹ ਵੀ ਬੜਾ ਅੱਛਾ ਤਰੀਕਾ जबरदस्त हो गया जी, जबरदस्त हो गया जनाब। ਇਹ ਅਗਲੇ ਦਿਨ ਇੱਕ ਅਸੂਲ ਮੈਂ ਵੀ ਹੁਸੈਨੀ ਭਾਈ ਤੁਹਾਨੂੰ ਇੱਕ ਆਪਣੇ ਵੱਲੋਂ ਵੀ ਮੌਕਫ ਦੇਣਾ ਚਾਹੁੰਦਾ, ਜਿੱਦਾਂ ਮੁਫਤੀ ਬਸ਼ਰ ਸਾਹਿਬ ਨੇ ਦਿੱਤਾ। ਜੀ ਜੀ, ਮੈਂ ਅੱਜ ਹੈਰਾਨ ਆ ਕਿ ਇਹਨਾਂ ਨੇ ਜਮਾਤੇ ਅਹਿਮਦੀਆ ਨੂੰ ਗਾਲ ਨਹੀਂ ਕੱਢੀ। ਮੈਂ ਰਿਸਪੈਕਟ ਕਰਦਾ ਇਹਨਾਂ ਦੀ। ਮੈਂ ਕਹਿੰਦਾ ਜੀ ਬਰੇ ਸਗੀਰ ਦੇ ਵਿੱਚ ਇੱਕ ਗੈਰ ਮਾਮੂਲੀ ਇਨਕਲਾਬ ਦੀ ਇੱਕ ਸ਼ਮਾ ਰੋਸ਼ਨ ਹੋਣ ਜਾ ਰਹੀ ਹੈ, ਅਜੀਬ ਹੀ ਗੱਲ, ਕਿਉਂਕਿ ਉਹ ਤੁਸੀਂ ਹੁਸੈਨੀ ਭਾਈ ਇੱਕ ਸ਼ੈ ਹੋਰ ਨੋਟ ਕੀਤੀ ਉੱਤੇ ਵੀ ਇੱਕ ਬੋਝ ਹੈ ਵਿਚਾਰਿਆਂ ਤੇ, ਉਹ ਵੀ ਮੌਕਾ ਦਿਓ, ਨਹੀਂ ਪਤਾ ਕੀ ਆ ਕਿ ਇੱਕ ਸ਼ੈ ਤੁਸੀਂ ਨੋਟ ਕੀਤੀ ਆ, ਮੈਂ ਉਹਨਾਂ ਦੀ ਹਾਲਾਂਕਿ ਰਿਸਪੈਕਟ ਹੱਦ ਤੋਂ ਜ਼ਿਆਦਾ ਨੋ ਕਮੈਂਟ ਕਿ ਮੈਂ ਕਿੱਦਾਂ ਕੀਤੀ ਆ, ਨਹੀਂ ਬਹੁਤ ਖੂਬਸੂਰਤ ਨੋ ਕਮੈਂਟ ਉਹਦੇ ਤੇ ਨੋ ਕਮੈਂਟ ਆ, ਕਮਾਲ ਕਰ ਦਿੱਤੀ ਹੈ ਕਿ। ਲੇਕਿਨ ਇੱਕ ਚੀਜ਼ ਜਿਹੜੀ ਹੈ ਨਾ ਉਹ ਮੈਂ ਸੈਨੀ ਭਾਈ ਤੁਹਾਨੂੰ ਦੱਸਣੀ ਚਾਹੁੰਦਾ ਵਾਂ। ਜੀ ਜੀ ਦੱਸੋ। ਕਿ ਲੋਕਾਂ ਨੂੰ ਮੈਂ ਕਿਉਂਕਿ ਮੈਂ ਕਿਸੇ ਨਾਲ ਨਹੀਂ ਇਦਾਂ ਦੀ ਗੁਫ਼ਤਗੂ ਕਰਨੀ ਚਾਹੁੰਦਾ, ਕਿਉਂਕਿ ਤੁਹਾਡੇ 'ਚ ਸਬਰ ਜ਼ਿਆਦਾ ਵਾ। ਨਹੀਂ ਤੁਹਾਡੇ ਮੁਤਲਕ ਮੈਂ ਸੁਣਿਆ ਵੀ ਤੁਸੀਂ ਕਾਦੀਆਨੀ ਮਜ਼ਹਬ ਦੇ ਬਹੁਤ ਬੜੇ ਚੀਫ ਮੁਰੱਬੀ ਹੋ, ਤੇ ਮੈਂ ਤਾਂ ਬੜਾ ਗੱਲ ਪਤਾ ਕੀ ਆ ਬਈ, ਜੇ ਮੈਂ ਹੁਣ ਤੁਹਾਨੂੰ ਗਾਲ ਕੱਢੂੰਗਾ ਤੁਸੀਂ ਮੈਨੂੰ ਗਾਲ ਕੱਢਣੀ ਆ। ਜੀ ਜੀ, ਇਹ ਨਾਰਮਲ ਆ ਜੀ। ਜੇ ਤਾਂ ਮੈਂ ਅਗਰ ਮੁਸਲਿਮ ਆ ਨਾ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਣ ਵਾਲਾ ਵਾਂ, ਸਭ ਤੋਂ ਪਹਿਲੇ ਮੈਂ ਕੰਮ ਹੀ ਇਹ ਕਰਨਾ ਕਿ ਮੈਂ ਕਿਸੇ ਦੇ ਕਬਰ ਨੂੰ ਗਾਲ ਨਾ ਕੱਢਾਂ। ਬਹੁਤ ਆਲਾ, ਬਹੁਤ ਆਲਾ। ਤੇ ਜੇ ਮੈਂ ਉੱਤੇ ਅਮਲ ਨਹੀਂ ਕਰਦਾ, ਮੈਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਇਨਕਾਰੀ ਕਰਕੇ ਉਹਨਾਂ ਦੀ ਗੱਲ ਨਾ ਮੰਨ ਕੇ ਆਪਣੇ ਆਪ ਨੂੰ ਧੱਕੇਸ਼ਾਹੀ ਨਾਲ ਮੁਸਲਮਾਨ ਕਰ ਦੇਵਾਂ। ਕੁਰਾਨ ਮੈਂ ਰਜਿਸਟਰਡ ਕਰਾ ਲਿਆ, ਕਲਮਾ ਮੈਂ ਕਰਾ ਲਿਆ, ਮਸੀਤ ਮੈਂ ਕਰਾ ਲਈ, ਸਭ ਕੁਝ ਮੇਰਾ, ਉਹ ਰਹਿਮਤੁਲ ਆਲਮੀਨ ਦਾ ਕਨਸੈਪਟ ਹੀ ਖਤਮ ਕਰ ਦੇਵਾਂ, ਕਿਉਂਕਿ ਮੈਂ ਬਹੁਤ ਵੱਡਾ ਮੁਸਲਮਾਨ ਆ। ਤੇ ਇਹ ਉਹਨਾਂ ਨੇ ਫਿਰ ਤਾਰੀਖ ਨਹੀਂ ਪੜ੍ਹੀ। ਗੱਲ ਇਹ ਆ ਕਿ ਇਸਲਾਮ ਦੀ ਬੁਨਿਆਦ ਜਿਹੜੀ ਆ ਨਾ ਭਾਜੀ, ਉਹ ਕੋਈ 1450 ਸਾਲ ਪਹਿਲੇ ਦੀ, ਇਹ ਤੋਂ ਪਹਿਲੇ ਦੀ ਤੇ ਨਹੀਂ ਗੀ। ਸਹੀ ਹੈ। ਤੇ ਇਹ ਜਿਹੜੇ ਕੰਮ ਹੁੰਦੇ ਆਏ ਆ, ਇਹ ਤੇ ਪਹਿਲੇ ਤੋਂ ਹੁੰਦੇ ਆਏ ਆ। ਇਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ। ਇਸਲਾਮ ਦੀ ਹਿਸਟਰੀ ਤੇ ਪੜ੍ਹ ਲਓ ਤੇ ਨਿਆਣਿਆਂ ਨੂੰ ਵੀ ਪੜ੍ਹਨ ਦਿਓ, ਉਹਨਾਂ ਨੂੰ ਗੁਫ਼ਤਗੂ ਕਰਨ ਦਿਓ। ਹੁਣ ਜੇ ਮੈਂ ਕਹਿੰਦਾ ਵਾ ਨਾ ਕਿਸੇ ਕ੍ਰਿਸਚੀਅਨ ਨੂੰ ਗਾਲ ਕੱਢਦਾ, ਕਿਸੇ ਯਹੂਦੀ ਨੂੰ ਕੱਢਦਾ, ਉਹਨੇ ਅੱਗੋਂ ਕਿਹਨੂੰ ਗਾਲ ਕੱਢਣੀ ਆ? ਐਟੋਮੈਟਿਕਲੀ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਗਾਲ ਕੱਢਣੀ। ਇਹਨਾਂ ਦਾ ਫਾਇਦਾ ਸਾਰਾ ਜਿਹੜਾ ਵਾ ਇਜਮਾਈ ਤੌਰ ਤੇ ਇਹ ਆ ਕਿ ਇਹਨਾਂ ਨੂੰ ਪਤਾ ਵਾ ਕਿ ਜਮਾਤੇ ਅਹਿਮਦੀਆ ਜੋ ਹੈਗੀ ਆ, ਉਹ ਮੇਰੇ ਪਿਆਰੇ ਆਕਾ ਮੁਹੰਮਦ ਦੇ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਤੇ ਜਾਨ ਕੁਰਬਾਨ, ਇਹ ਉਸ ਚੀਜ਼ ਦਾ ਫਾਇਦਾ ਚੁੱਕ ਰਿਹਾ ਨਜਾਇਜ਼। ਤੇ ਉਹ ਕੌਣ ਚੁੱਕਦੇ ਹੁੰਦੇ ਸੀਗੇ? ਮੈਂ ਨਾਂ ਨਹੀਂ ਲੈਂਦਾ, ਆ ਵੀ ਰੌਲਾ ਵਾ ਨਾ ਵਿੱਚ। ਉਹ ਚੁੱਕਣ ਵਾਲੇ ਕੌਣ ਸੀਗੇ? ਇਸ਼ਾਰਾ ਹੀ ਕਾਫੀ ਆ। ਇਹ ਉਸ ਚੀਜ਼ ਦਾ ਫਾਇਦਾ ਚੁੱਕ ਰਿਹਾ। ਤੇ ਮੁੜ ਕੇ ਪਰਸੋਂ ਪਤਾ ਕੀ ਹੋਇਆ ਵਾ? ਹੁਣੇ ਰਬੀਨਾ ਸੁਣਨ ਦੇ ਹੀ ਬਾਹਰ ਬੈਠੀ, ਆਹੋ, ਉਹਨੇ ਗੱਲ ਕੀਤੀ, ਕਹਿੰਦੀ ਕਿ ਆ ਮੌਲਵੀ ਤੇ ਮੈਂ 5 ਮਿੰਟ ਚ ਫੱਟਰ ਕਰਦਾ। ਮੈਂ ਕਿਹਾ ਕਿ ਕਿਉਂ? ਕਹਿੰਦੀ ਇਹ ਸਾਡੇ ਕਾਣੇ ਆ, ਸਾਡੇ ਅੱਗੇ ਗੱਲ ਨਹੀਂ ਕਰ ਸਕਦੇ। ਮੈਂ ਕਿਹਾ ਠੀਕ ਹੋ ਗਿਆ।
ਅੱਗੇ ਕੋਈ ਗੁਫ਼ਤਗੂ ਕਰੀਏ। ਮੈਂ ਉਹਨੂੰ ਇਹ ਪੁੱਛਿਆ, ਹੁਣ ਇਹ ਗੂੜੀ ਗੱਲ ਵਾ, ਉਹ ਕਹਿੰਦੀ ਇਹਨਾਂ ਦੀ ਜੁਰਤ ਹੀ ਨਹੀਂ ਆ, ਇਹ ਸਾਡੇ ਪੈਰ ਨਾ ਚੱਟਣ, ਇਹਨਾਂ ਕੋਲ ਸਿਰਫ ਇੱਕ ਕੰਮ ਆ ਕਿ ਜਮਾਤੇ ਅਹਿਮਦੀਆ ਨੂੰ ਗਾਲਾਂ ਕੱਢਣ ਤੇ ਇਹਨਾਂ ਚ ਬਚਾਵ ਆਪਣੀ ਹਕੀਕਤ ਨੂੰ ਬਚਾਉਣ ਵਾਸਤੇ। ਦੱਸਣਾ ਹੈ ਮੁਫਤੀ ਸਾਹਿਬ ਦਾ ਪ੍ਰੋਗਰਾਮ ਕਿ ਮੁਫਤੀ ਸਾਹਿਬ ਨੇ ਤਕਰੀਬਨ ਇੱਥੇ ਪੌਣਾ ਘੰਟਾ ਜਾਂ ਘੰਟਾ ਹੀ ਗੱਲ ਕੀਤੀ ਹੈ, ਤੇ ਇਹਦੇ ਦੇਖ ਲਓ ਮੁਫਤੀ ਸਾਹਿਬ ਦਾ ਕੋਈ ਲਫ਼ਜ਼ ਐਸਾ ਇਹ ਆ ਜਿਹੜਾ ਜਿਹਨੂੰ ਅਸੀਂ ਕਰਾਰ ਦੇਈਏ। ਨਹੀਂ ਮੁਫਤੀ ਸਾਹਿਬ ਨੇ ਬਹੁਤ ਸੋਹਣੀ ਗੱਲ, ਮੈਂ ਅੱਜ ਹੈਰਾਨ ਆ ਕਿ ਇਹਨਾਂ ਨੇ ਕੋਈ ਗਾਲ ਨਹੀਂ ਕੱਢੀ। ਹਾਂ ਮੈਂ ਹੈਰਾਨ ਆ। ਮਤਲਬ ਲੋਕਾਂ ਨਾਲ ਮਦਦ ਕਰਨੀ ਹੈ ਵੀ ਬਗੈਰ ਗਾਲਾਂ ਦਾ ਪ੍ਰੋਗਰਾਮ ਤੁਹਾਨੂੰ ਸੁਣਨਾ ਪਿਆ ਮਜਬੂਰਨ। ਏਦਾਂ ਕਹਿ ਲੋ, ਬਲਕਿ ਏਦਾਂ ਹੈ ਵਾ। ਇਸ ਚੀਜ਼ ਤੇ ਮੈਂ ਮੁਫਤੀ ਸਾਹਿਬ ਨੂੰ ਵੀ ਮਤਲਬ ਕਿ ਐਪਰੀਸ਼ੀਏਟ ਕਰਦਾ, ਮੈਂ ਮੁਬਾਰਕ ਦਿੰਦਾ ਮੁਫਤੀ ਸਾਹਿਬ ਨੂੰ ਵੀ। ਬਹੁਤ ਤੇ ਮੁਫਤੀ ਸਾਹਿਬ ਤੁਹਾਨੂੰ ਬਥੇਰਾ ਮਤਲਬ ਕਿ ਕਸਰੋ ਹੋਇਆ ਸੀ, ਮਤਲਬ ਕਿ ਦਿਲ ਉਹਨਾਂ ਦਾ ਮਤਲਬ ਕਿ ਜਜ਼ਬਾਤੀ ਤੌਰ ਤੇ ਉਹਨਾਂ ਨੂੰ ਤਪਸ਼ ਜਿਹੜੀ ਹੈ ਸੀਗੀ ਉਹ ਕਰਨਾ ਚਾਹੁੰਦੇ ਸੀਗੇ, ਲੇਕਿਨ ਇਹ ਆ ਕਿ ਮੈਂ ਉਹਨਾਂ ਦਾ ਸਬਰ ਔਰ ਕੰਟਰੋਲ ਦੇਖ ਕੇ ਤੇ ਥੋੜਾ ਜਿਹਾ ਮੁਸਲਮਾਨ ਲੱਗ ਗਏ ਮੈਨੂੰ ਦਿਲੋਂ ਕਿ ਇਹ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਤਲੀਮ ਤਰਬੀਅਤ ਤੇ ਚੱਲ ਰਹੇ ਆ। ਗੱਲ ਇਹ ਆ ਕਿ ਆਪਣਾ ਕਰੈਕਟਰ ਦਿਖਾਇਆ ਉਹਨਾਂ ਨੇ ਅੱਜ। ਗੱਲ ਇਹ ਨਹੀਂ ਕਿ ਮੈਂ 100% ਕਰਾਂ, ਕੁਛ percent ਜਿੱਦਾਂ ਵੀ। ਆਹੋ ਜੀ ਬਹੁਤ ਅੱਛੀ ਬਾਤ ਹੈ ਜੀ। ਮੇਰਾ ਵੀ ਟੀਚਰ ਤੇ ਟੋਨੀ ਭਾਈ ਹੈ ਨਾ। ਡਾਕਟਰ ਸਾਹਿਬ ਕੋਈ ਤਾਰੀਫੀ ਕਲਮਾਤ ਮੈਂ ਵੀ ਬੋਲਣਾ ਕੋਈ ਇਜਾਜ਼ਤ ਤੇ। ਹਾਂ ਜ਼ਰੂਰ ਅਲੀਮ ਸਾਹਿਬ ਦੇਖ ਲਓ ਬਈ, ਤੁਸੀਂ ਵੀ ਗੱਲ ਇੰਜ ਹੈ ਕਿ ਜੀ ਦੋ ਫਰੀਕ ਮੱਦੇ ਮੁਕਾਬਲ ਸਨ ਔਰ ਦੋਨਾਂ ਅਫਰੀਕਾ ਨੇ ਡਟ ਕੇ ਮੁਕਾਬਲਾ ਕੀਤਾ ਇੱਕ ਦੂਸਰੇ ਦਾ, ਔਰ ਇਹ ਵਾਕਈ ਬੜੀ ਹੈਰਾਨਕੁਨ ਗੱਲ ਹੈ। ਬਰਕਸ ਹੈ ਉਸ ਉਮੀਦ ਤੋਂ ਜਿਹੜੇ ਸਾਰੇ ਥੱਲੇ ਸਾਮਈਨ ਤੇ ਮੈਨੂੰ ਵੀ ਸੀ ਕਿ ਕੋਈ ਪਟਾਕਾ ਪਏਗਾ, ਲੇਕਿਨ ਮੈਂ ਮੁਬਾਰਕ ਦਿੰਦਾ ਵਾ ਮੁਫਤੀ ਮੁਬਸ਼ਰ ਸ਼ਾਹ ਸਾਹਿਬ ਨੂੰ ਤੇ ਜੱਟ ਸਾਹਿਬ ਨੂੰ ਕਿ ਦੋਵੇਂ ਨਾਰਮਲ ਔਰ ਫਿਤਰਤਨ ਗਰਮ ਮਿਜ਼ਾਜ ਦੇ ਸਾਥੀ ਨੇ ਸਾਡੇ। ਲੇਕਿਨ ਅਗਰ ਇਹ ਦੋਵੇਂ ਬਹਿ ਕੇ ਉੱਤੇ ਗੱਲ ਕਰ ਸਕਦੇ ਨੇ, ਬੜੇ ਅੱਛੇ ਤਰੀਕੇ ਨਾਲ ਗੱਲ ਕਰ ਸਕਦੇ ਨੇ, ਇਹਦਾ ਮਤਲਬ ਇਹ ਹੈ ਕਿ ਬਾਕੀ ਲੋਕ ਵੀ ਇਸੇ ਤਰ੍ਹਾਂ ਗੱਲ ਕਰ ਸਕਦੇ ਨੇ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਕਹੀਏ ਕਿ ਗਾਲਾਂ ਕੱਢ। ਹੁਸੈਨੀ ਸਾਹਿਬ ਨੂੰ ਅਗਰ ਲੋਕ ਕਹਿੰਦੇ ਨੇ ਕਿ ਹੁਸੈਨੀ ਸਾਹਿਬ ਦੀ ਬਰੋਡ ਤੇ ਕੰਮ ਹੁੰਦਾ, ਹੁਸੈਨੀ ਸਾਹਿਬ ਨੇ ਦੋਨਾਂ ਨੂੰ ਖੁੱਲਾ ਛੱਡਿਆ, ਉਹਨਾਂ ਨੇ ਦੋਨਾਂ ਨੇ ਖੁਦ ਖਿਆਲ ਰੱਖਿਆ, ਉਹ ਦੋਨਾਂ ਨੇ ਖੁਦ ਖਿਆਲ ਰੱਖਿਆ ਕਿ ਅਸੀਂ ਇੱਕ ਦੂਸਰੇ ਦੀ ਕੋਈ ਇਸ ਤਰ੍ਹਾਂ ਦਾ ਲਫ਼ਜ਼ ਇਸਤੇਮਾਲ ਕਰਦੇ ਦਿਲਦਾਰੀ ਨਹੀਂ ਕਰਨੀ। ਪ੍ਰੋਗਰਾਮ ਤੁਹਾਡੇ ਸਾਹਮਣੇ ਇਹ ਮਿਸਾਲ ਹੈ, ਔਰ ਇਹ ਮਿਸਾਲ ਅੱਜ ਯਕੀਨ ਕਰੋ ਬੜੀ ਅੱਛੀ ਸਾਬਤ ਹੋਈ ਹੈ। ਔਰ ਹੁਸੈਨੀ ਸਾਹਿਬ ਯਕੀਨ ਕਰੋ ਇਹ ਮਿਸਾਲ ਉਹ ਮਿਸਾਲ ਹੈ ਜਿਹਦੀ ਸ਼ਾਇਦ ਜ਼ਰੂਰਤ ਸੀ। ਕਦੀ ਕਿਸੇ ਨੇ ਕਿਸੇ ਨੂੰ ਨਹੀਂ ਕਿਹਾ ਕਿ ਯਾਰ ਤੂੰ ਗਾਲਾਂ ਸਟਾਰਟ ਕਰ, ਗਾਲਾਂ ਨਹੀਂ ਕੱਢੀਆਂ ਕਿਸੇ ਨੇ। ਤੇ ਵੇਖ ਲਓ 40 ਮਿੰਟ 45 ਮਿੰਟ ਤਕਰੀਬਨ ਗੁਫ਼ਤਗੂ ਬਹੁਤ ਨਿਕਲ ਚੱਲੀ ਹੈ, ਔਰ ਇੱਕ ਤਜਰਬਾ ਸੀ। ਹੁਣ ਫਿਰ ਮਤਲਬ ਇਹ ਹੈ ਵੀ ਦੋ ਗਾਲਾਂ ਵਾਲੇ ਲੈ ਕੇ ਆਵੀਏ ਤੇ ਉਹਨਾਂ ਦਾ ਵੀ ਕਰਾ ਲਈਏ ਫਿਰ। ਅਸਲ ਮਸਲਾ ਇਹ ਹੈ ਹਸਨੀ ਸਾਹਿਬ, ਅਸੀਂ ਨਾ ਸ਼ਾਮੀ ਸੌਣ ਤੋਂ ਸਾਡੇ ਅੱਗੇ ਹੱਥ ਜੋੜੇ ਗਾਲਾਂ ਵਾਲੇ ਨਾ ਲਿਆ, ਹੱਥ ਜੋੜੇ ਸੌਣ ਤੋਂ ਪਹਿਲਾਂ ਰਵਾਇਤ ਤੇ ਸਾਡੀ ਇਹ ਹੋਈ। ਮੁਫਤੀ ਸਾਹਿਬ ਨੇ ਕੋਈ ਕਮੈਂਟ ਨਹੀਂ ਕੀਤਾ, ਮੁਫਤੀ ਸਾਹਿਬ ਨੇ ਮਿਊਟ ਕੀਤਾ ਹੋਇਆ ਵਾ। ਮੁਫਤੀ ਸਾਹਿਬ ਤੁਹਾਡਾ ਕਮੈਂਟ ਵੀ ਇੱਥੇ ਬਣਦਾ ਹੁਣ। ਮੁਫਤੀ ਸਾਹਿਬ ਸਾਬਰ ਇਨਸਾਨ ਨੇ, ਸਾਬਰ ਸ਼ਾਕਰ ਨੇ, ਔਰ ਅੱਛੇ ਇਨਸਾਨ, ਨਫੀਸ ਇਨਸਾਨ ਵਾਕਿਆ ਹੋਏ ਨੇ, ਲੇਕਿਨ ਕਿਉਂਕਿ ਉਹ ਥੋੜੇ ਜਸ਼ੀਲੇ ਸਾਥੀ ਨੇ। ਅਸਲ ਵਿੱਚ ਮੁਫਤੀ ਸਾਹਿਬ ਸਾਰੇ ਕਮੈਂਟ ਮੇਰੇ ਖਿਲਾਫ ਦੇ ਲੈਂਦੇ ਨੇ ਤੇ ਫਿਰ ਇਹਨਾਂ ਦਾ ਗੁੱਸਾ ਠੰਡਾ ਹੋ ਜਾਂਦਾ, ਦੂਸਰਿਆਂ ਨਾਲ ਨਹੀਂ ਕੁਝ ਵੀ ਕਰਦੇ। ਮੈਨੂੰ ਕਹਿੰਦੇ ਤੂੰ ਨਾ ਇਨਸਾਫ ਹੈ, ਕਹਿੰਦੇ ਤੂੰ ਇਤਨਾ ਨਹੀਂ। ਐਸਾ ਨਹੀਂ ਭਾਈ, ਕੋਈ ਰੌਲਾ ਨਹੀਂ। ਅਗਰ ਤੁਹਾਡੇ ਖਿਲਾਫ ਕਰ ਵੀ ਦਿੰਦੇ ਤੇ ਕੋਈ ਨਹੀਂ, ਤੁਹਾਡਾ ਸਬਰ ਤਾਂ ਬਹੁਤ ਜ਼ਿਆਦਾ ਵਾ। ਤੇ ਮੈਂ ਸੈਯਦ ਮੁਫਤੀ ਮੁਬਸ਼ਰ ਜਿਹਦੇ ਨਾਲ ਪਿਆਰ ਹੋਵੇ ਤੇ ਹੁਸੈਨੀ ਸਾਹਿਬ, ਮੈਨੂੰ ਲੱਗਦਾ ਕਿ ਮੁਫਤੀ ਸਾਹਿਬ ਦਾ ਕਮੈਂਟ ਸਾਨੂੰ ਸੁਣਨਾ ਹੁਣ ਇਸ ਟਾਈਮ ਜ਼ਰੂਰੀ ਆ ਕਿ ਉਹ ਕੀ ਕਹਿੰਦੇ ਆ। ਬਿਲਕੁਲ ਇਹ ਹੁਸੈਨੀ ਸਾਹਿਬ ਜਿਹਦੇ ਨਾਲ ਪਿਆਰ ਹੋਵੇ ਨਾ ਤੇ ਗਿਲੇ ਤੇ ਸ਼ਿਕਵੇ ਵੀ ਉਹਦੇ ਨਾਲ ਹੀ ਹੁੰਦੇ ਨੇ। ਠੀਕ ਹੈ ਜਿਹੜੀ ਕਲਾਸ, ਮੈਂ ਟੀਚਰ ਆਦਮੀ ਆ ਤੇ ਮੈਂ ਉਸੇ ਬੱਚੇ ਦੀ ਪਿਟਾਈ ਕਰਨਾ ਵਾ, ਉਹਨੂੰ ਹੀ ਮੁਰਗਾ ਬਣਾਉਣਾ ਵਾ ਕਿ ਮੈਨੂੰ ਪਤਾ ਹੈ ਕਿ ਇਹ ਸ਼ਾਗਿਰਦ ਜਿਹੜਾ ਹੈ ਨਾ ਇਹਨੇ ਕੁਸਕਣਾ ਵੀ ਨਹੀਂ ਹੈ। ਹਾਂ ਠੀਕ ਤੇ ਜਿੱਥੇ ਕੋਈ ਭਰਮ ਨਹੀਂ ਨਾ ਹੁੰਦਾ ਉੱਥੇ ਬੰਦਾ ਫਿਰ ਗੱਲ ਵੀ ਨਹੀਂ ਕਰਦਾ। ਠੀਕ ਸਹੀ ਗੱਲ। ਤੇ ਮੈਂ ਜਿਹੜੀ ਇਹ ਅਲੀਮ ਸਾਹਿਬ ਅੱਛੇ ਜਿਹੜੇ ਕਾਦੀਆਨੀ ਨੇ ਨਾ, ਨਜ਼ਰੀਆਤੀ ਇਖਤਲਾਫਾਤ ਹੋਣਾ ਇੱਕ ਅਲੱਗ ਚੀਜ਼ ਹੁੰਦੀ ਏ, ਤੇ ਜੇ ਅਖਲਾਕੀਆਤ ਦੇ ਵਿੱਚ ਅੱਛਾ ਹੋਣਾ ਇੱਕ ਅਲੱਗ ਚੀਜ਼ ਏ।
Yeah. ਤੇ ਜਿਹੜੇ ਕਾਦੀਆਨੀਆਂ ਦੇ ਨਾਲ ਜਿਹੜੇ ਸਾਡੇ ਇਖਤਲਾਫ ਨੇ ਉਹ ਸਭ ਨੂੰ ਪਤਾ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਦਿਨ ਭਰ ਅਸੀਂ ਗੁਫ਼ਤਗੂ ਕਰਨੇ ਆ, Yeah. ਲੇਕਿਨ ਅੱਛੇ ਕਾਦੀਆਨੀਆਂ ਦੇ ਵਿੱਚੋਂ ਇੱਕ ਹਲੀਮ ਸਾਹਿਬ ਜੇ। ਇਹਨਾਂ ਦੇ ਮੂੰਹ ਦੇ ਉੱਤੇ ਮੈਂ ਇਹਨਾਂ ਦੀ ਤਾਰੀਫ ਕਰਨਾ। ਨਹੀਂ, ਇਹ ਤੇ ਕਮਾਲ ਦੇ ਬੰਦੇ ਨੇ। ਇਹਨਾਂ ਦਾ ਮੁਤਾਲਿਆ ਜਿਹੜਾ ਹੈ ਨਾ ਜਮਾਤ ਦਾ, ਉਹ ਬਹੁਤ ਗਹਿਰਾ ਹੈ ਔਰ ਇਹਨਾਂ ਦਾ ਈਮਾਨ ਬੜਾ ਮਜ਼ਬੂਤ ਹੈ। ਨਹੀਂ ਦੇਖੋ, ਮੈਂ ਅਖਲਾਕੀਆਤ ਦੀ, ਮੈਂ ਸਿਰਫ ਅਖਲਾਕੀਆਤ ਦੀ ਗੱਲ ਕਰ ਰਿਹਾ। ਅਖਲਾਕੀਆਤ ਦੇ ਵਿੱਚ ਬੰਦਾ ਜਿਹੜਾ ਹੈ ਨਾ, ਮੈਂ ਇਸ ਬੰਦੇ ਨੂੰ, ਉਹ ਹੈ ਜਿਹੜਾ ਤੁਸੀਂ ਕਾਲੂ ਕਾਲਾ ਯਲਾਸ਼ ਵਗੈਰਾ ਪੁੱਛੋਗੇ ਤੇ ਉਹ ਸਾਰੀਆਂ ਗੱਲਾਂ ਦਾ ਹਾਂ ਕਰ ਦੇਣਗੇ ਕਿ ਸਭ ਕੁਝ ਠੀਕ ਹੈ। ਇਹ ਗੱਲ ਉਹਨਾਂ ਦੀ ਬੜੀ ਅੱਛੀ ਹੈ। ਨਹੀਂ ਇਹ ਗੱਲ ਹੈ ਨਾ, ਅਸਲ 'ਚ ਰੋਲਾ ਵਿੱਚ ਹੈ ਪਿਆ ਵੇ, ਇਹ ਦੋਵੇਂ ਤਰਫਾ ਨਾ ਰੋਲਾ ਹੈ ਪਿਆ ਵੇ ਕਿ ਅਗਰ ਕੋਈ ਮੁਸਲਮਾਨ ਸਵਾਲ ਕਰਦੇ ਮਿਰਜ਼ਾ ਸਾਹਿਬ ਦੀ ਕਿਤਾਬ ਚੋਂ ਤੇ ਅਹਿਮਦੀ ਪਤਾ ਕੀ ਕਹਿੰਦਾ, ਉਹ ਆਂਦੇ ਇਹਨੇ ਮੈਨੂੰ ਗਾਲ ਕੱਢ ਛੜੀ, ਇਹਨੇ ਇਹ ਤੇ ਲੜ ਪਿਆ ਹੈ, ਅਸਲ 'ਚ ਬੁਗਜ਼ ਤੇ ਅਨਾਦ ਦੇ ਵਿੱਚ ਲੱਗਾ। ਹਾਲਾਂਕਿ ਥੋੜਾ ਜਿਹਾ ਠੰਡੇ ਦਿਲ ਦਿਮਾਗ ਨਾਲ ਸੋਚ ਕੇ ਇਹ ਕਿ ਭਾਈ ਉਹਦਾ ਜਵਾਬ ਵੀ ਬਣਦਾ ਕਿ ਨਹੀਂ। ਉਹ ਭਾਈ ਇੱਧਰ ਵੇਖੋ, ਗੱਲ ਸੁਣੋ, ਇਸ ਟਾਈਮ 81 ਬੰਦੇ ਬੈਠੇ ਨੇ, ਇੱਕ ਸਵਾਲ ਹੋਇਆ ਫਾਰ ਐਗਜ਼ਾਮਪਲ ਜਲਾਸ਼ ਦੇ ਉੱਤੇ, ਸਿਰਫ ਇੱਕ ਸਵਾਲ ਨੂੰ ਲੈ ਲੈਨੇ ਆ। ਉਹ ਭਾਈ ਮੰਨ ਲੈਨੇ ਆ ਕਿ ਥੱਲੇ ਜਿਹੜੇ ਨੇ 20 ਬੰਦੇ ਅਹਿਮਦੀ ਬੈਠੇ ਨੇ ਤੇ ਜਨਾਬ 60 ਬੰਦਾ ਕੋਈ ਮੁਸਲਮਾਨ ਜਾਂ ਦੀਗਰ ਮਜ਼ਾਹਬ ਦੇ ਲੋਕ ਬੈਠੇ ਨੇ। ਉਹਨਾਂ 20 ਦੇ ਵਿੱਚ ਤੁਸੀਂ ਕੀ ਤਵੱਕੋ ਕਰਦੇ ਹੋ ਕਿ ਉਹ 20 ਜਿਹੜੇ ਨੇ ਉਹ 20 ਦੇ 20 ਇਸ ਗੱਲ ਨੂੰ ਮੰਨਦੇ ਨੇ? ਕਿਆ ਤੁਸੀਂ ਇਹ ਨਹੀਂ ਸਮਝਦੇ ਕਿ ਭਾਈ ਉਹਨਾਂ ਦੇ ਦਿਲ ਦੇ ਵਿੱਚ ਵੀ, ਦਿਮਾਗ ਦੇ ਵਿੱਚ ਇਹ ਸਵਾਲ ਪੈਦਾ ਹੋ ਸਕਦਾ ਹੈ ਕਿ ਆਖਰ ਯਾਰ ਇਹ ਕੀ, ਪਹਿਲੇ ਤਾਂ ਅਸੀਂ ਕੋਈ ਪੜ੍ਹਿਆ ਨਹੀਂ ਸੀ, ਇਹ ਮੌਲਵੀ ਨਹੀਂ ਸਾਨੂੰ ਇਹ ਕਿਤਾਬ ਖੋਲ ਕੇ ਵਹਾਈਏ, ਉਹ ਯਾਰ ਉਹਨਾਂ ਨੂੰ ਸਮਝਾਉਣ ਵਾਸਤੇ ਜਵਾਬ ਦੇ ਦਿਓ। ਇਹੋ ਹੀ ਮਕਸਦ ਉਹ ਬੜਾ ਇਹ ਨਹੀਂ ਕਦੀ ਕਿਸੇ ਨੇ ਸੋਚਿਆ। ਹਾਂਜੀ ਮੁਫਤੀ ਸਾਹਿਬ 2 ਮਿੰਟ 2 ਮਿੰਟ ਫਿਰ ਘੜੀ ਬੰਦ ਕਰਤੀ ਜੇ। ਨਹੀਂ ਕੋਈ ਗੱਲ ਨਹੀਂ, ਪਰ ਬੇਤਕਲਫੀ ਨਾਲ ਜਿਹੜੀ ਤੁਸੀਂ ਨਹੀਂ, ਹੁਣ ਤੇ ਉਹ ਵੈਸੇ ਹੀ ਮਤਲਬ ਕਿ ਉਸ ਚੀਜ਼ ਤੇ ਡਿਸਕਸ ਹੋ ਰਹੀ ਹੈ ਨਾ। ਮੁਫਤੀ ਸਾਹਿਬ ਨੇ ਬੜੀ ਚੰਗੀ ਗੱਲ ਕੀਤੀ ਆ। ਕਿਸੇ ਨੂੰ ਪਸੰਦ ਆਵੇ ਨਾ ਆਵੇ, ਮੈਨੂੰ ਆਈ ਆ ਨਹੀਂ ਆਈ, ਮੈਂ ਕੋਈ ਗੱਲ ਕੀਤੀ ਕਿਸੇ ਨੂੰ ਪਸੰਦ ਆਈ ਆ ਨਹੀਂ ਆਈ ਆ, ਹੁੰਦਾ ਹੀ ਆ ਨਾ, ਇਨਸਾਨ ਆ ਅਸੀਂ, ਕਿਉਂਕਿ ਅਸੀਂ ਆਪੋ ਆਪਣੇ ਥਾਂ ਤੇ ਅੜੇ ਹੋਏ ਆ। ਹੁਣ ਮੈਂ ਜਿਹੜੀ ਗੱਲ ਕਹੂੰਗਾ ਤੇ ਮੁਫਤੀ ਸਾਹਿਬ ਕਹਿਣਗੇ ਕਿ ਮੈਨੂੰ ਨਹੀਂ ਪਸੰਦ, ਮੁਫਤੀ ਸਾਹਿਬ ਨੇ ਕਿਹਾ ਕਿ ਮੈਂ ਕਹੂੰਗਾ ਕਿ ਮੈਨੂੰ ਨਹੀਂ ਪਸੰਦ। ਗੱਲ ਇਹ ਆ ਕਿ ਕੋਈ ਸਵਾਲ ਕਰ ਦਿੱਤਾ ਨਾ, ਉਹ ਆਪਣਾ ਮੌਕਫ ਬਿਆਨ ਕਰ ਦੇ, ਮੈਂ ਆਪਣਾ ਕਰਦਾ, ਉਹਦੇ ਨਾਲ ਤੁਹਾਡੀ ਸਮਝ ਬੂਝ ਹੈ ਵਾ ਤੇ ਠੀਕ ਆ, ਨਹੀਂ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਮੈਂ ਧੌਣ ਲਾ ਦੇਵਾਂ, ਉੱਤੇ ਮੈਂ ਜ਼ਬਰ ਕਰਾਂ, ਮੈਂ ਉਹਦੀ ਧੌਣ ਤੇ ਤਲਵਾਰ ਰੱਖਦਾ, ਉੱਤੇ ਬਦਮਾਸ਼ੀ ਕਰਾਂ, ਕਿਉਂਕਿ ਉਹ ਇਸਲਾਮ ਜਿਹੜਾ ਲਫ਼ਜ਼ ਉਹ ਖਤਮ ਹੋ ਜਾਂਦਾ ਫਿਰ। ਨਹੀਂ ਤੇ ਉਹ ਲਫ਼ਜ਼ ਜਿਹੜਾ ਨਾ ਇਸਲਾਮ, ਸਲਾਮਤੀ ਕਾ ਪੈਗਾਮ, ਉਹ ਮਤਲਬ ਕਿ ਉਹ ਕਨਸੈਪਟ ਜਿਹੜਾ ਐਬਸੋਲੂਟਲੀ ਖਤਮ ਹੋ ਜਾਂਦਾ। ਹਾਂ, ਮੈਂ ਫਲਾਣੇ ਬੰਦੇ ਨਾਲ ਮੁਤਫਿਕ ਆ ਜਾਂ ਨਹੀਂ ਆ, ਉਹ ਮੇਰੇ ਨਾਲ ਮੁਤਫਿਕ ਆ ਜਾਂ ਨਹੀਂ ਆ, ਪਰ ਜਿਹੜਾ ਲਫ਼ਜ਼ ਇਸਲਾਮ ਆ ਨਾ, ਉਹਦਾ ਕਨਸੈਪਟ ਨਾ ਖਤਮ ਕਰ ਦੋ ਜ਼ੁਲਮ ਜਬਰ ਦੇ ਨਾਲ। ਡਾਕਟਰ ਸਾਹਿਬ ਮੈਂ ਨਾ ਅਸਲ 'ਚ ਜਾਣਾ ਹੈ ਤੇ ਮੈਂ ਆਖਰੀ ਗੱਲ ਕਰਕੇ ਤੇ ਮੈਂ ਇਜਾਜ਼ਤ ਵੀ ਚਾਹਾਂਗਾ ਪੂਰੇ ਪੈਨਲ ਕੋਲੋਂ। ਅੱਛਾ, ਗੁਜ਼ਾਰਿਸ਼ ਆਵੇ ਕਿ ਮੈਂ ਤੁਹਾਨੂੰ ਇੱਕ ਮੈਸੇਜ ਦੇਣ ਲੱਗਾ ਜੇ ਅੱਜ ਸਾਰੇ ਕਾਦੀਆਨੀਆਂ ਨੂੰ। ਮੈਸੇਜ ਜਿਹਨੂੰ ਸਮਝ ਆ ਗਿਆ ਤੇ ਆ ਗਿਆ, ਨਾ ਆਇਆ ਤੇ ਉਹ ਫਿਰ ਤੁਹਾਡੀ ਆਪਣੀ ਖੁਸ਼ੀ। ਮੈਂ ਤੁਹਾਨੂੰ ਦੱਸਾਂ, ਅੱਲਾ ਦੀ ਕਸਮ, ਮੇਰੀ ਜ਼ਿੰਦਗੀ ਗੁਜ਼ਰੀ ਜੇ ਜਦੋਂ ਦੀ ਮੈਂ ਹੋਸ਼ ਸੰਭਾਲੀ ਜੇ, ਮੈਂ ਇਹਨਾਂ ਮਜ਼ਾਹਬ ਦੇ ਮੁਤਾਲੇ 'ਚ ਹੀ ਲੱਗਾ ਵਾਂ ਤੇ ਡਿਬੇਟ ਕਰਦਿਆਂ ਮੇਰੀ ਜ਼ਿੰਦਗੀ ਗੁਜ਼ਰੀ ਹੈ। ਤੇ ਵੱਲਾ ਮੈਂ ਤੁਹਾਨੂੰ ਦੱਸਦੇ ਆ, ਬੜਾ ਕਾਦੀਆਨੀ ਮੁਸਲਮਾਨ ਕੀਤਾ ਹੈ ਅੱਲਾ ਦੇ ਹੁਕਮ ਨਾਲ, ਬੜਾ। ਮੈਨੂੰ ਤੇ ਤਦਾਦ ਨਹੀਂ ਪਤਾ, ਪੂਰੀ ਫੈਮਲੀਆਂ, ਬੀਵੀ ਬੱਚੇ ਸਮੇਤ, ਮਾਂ ਪਿਓ ਸਮੇਤ। ਉਹਨਾਂ ਨੇ ਕਿਹਾ ਸ਼ਾਹ ਜੀ ਤੁਸੀਂ ਕਿਉਂ ਸਾਡੇ ਈਮਾਨ ਦੇ ਗਵਾਹ ਹੋ, ਇਹ ਗੱਲ ਬਾਹਰ ਨਾ ਨਿਕਲੇ। ਉਹਦੀ ਇੱਕ ਮਰਕਜ਼ੀ ਵਜ੍ਹਾ ਦੱਸਣ ਲੱਗਾ ਜੇ, ਮਰਕਜ਼ੀ ਵਜ੍ਹਾ ਕੀ ਹੈ। ਤੁਹਾਨੂੰ ਪਾਗਲੋ ਪਤਾ ਹੀ ਨਹੀਂ ਹੈ। ਇਹ ਡਿਬੇਟ ਅਗਰ ਮੈਂ ਕੀਤੀ ਹੈ ਨਾ, ਇਹ ਤੇ ਮੈਂ ਉਹਨਾਂ ਸਾਇਲੈਂਟ ਲੋਕਾਂ ਨੂੰ ਸੁਣਾਉਣ ਵਾਸਤੇ ਕੀਤੀ ਹੈ ਕਿ ਜਿਹੜੇ ਥੱਲੇ ਬਹਿ ਕੇ ਭੋਲੇ ਭਾਲੇ ਅਹਿਮਦੀ ਬਹਿ ਕੇ ਸੁਣਦੇ ਨੇ ਪਏ। ਹਾਂ,
ਮੈਨੂੰ ਪਤਾ ਸੀ ਕਿ ਤੁਸਾਂ ਕੋ ਨਹੀਂ ਬਦਲਣਾ, ਤੁਸਾਂ ਕੋ ਨਹੀਂ ਛੱਡਣਾ। ਇਹ ਜਦੋਂ ਵੀ ਕੋਈ ਮੁਸਲਮ ਡਿਬੇਟਰ ਗੱਲ ਕਰਦਾ ਹੈ ਨਾ, ਉਹ ਤੇ ਦੂਜਿਆਂ ਨੂੰ ਸੁਣਾਉਣ ਵਾਸਤੇ ਕਰਦਾ ਹੈ। ਉਹ ਤੇ ਕਦੀ ਵੀ ਉਹ ਜਿਹੜਾ ਮੱਦੇ ਮੁਕਾਬਲ ਹੁੰਦਾ ਹੈ, ਉਹਦਾ ਮਤਮੇ ਨਜ਼ਰ ਵੀ ਨਹੀਂ ਹੁੰਦਾ। ਉਹਨੂੰ ਪਤਾ ਹੁੰਦਾ ਕਿ ਇਹਦੇ ਦਿਲ ਤੇ ਮੋਹਰ ਲੱਗ ਗਈ, ਇਹਨੇ ਕੋ ਨਹੀਂ ਬਦਲਣਾ। ਲੇਕਿਨ ਉਹ ਜਿਹੜੇ ਥੱਲੇ ਬਹਿ ਕੇ ਸੁਣ ਰਹੇ ਹੁੰਦੇ ਨੇ, ਜਾਂ ਮਤਲਬ ਇਹ ਗੱਲ ਬੜੀ ਦੂਰ ਜਾਂਦੀ ਏ, ਉਹਨਾਂ ਨੂੰ ਤੇ ਸਾਡੀਆਂ ਇਹੋ ਹੀ ਡਿਬੇਟਾਂ ਸੁਣ ਕੇ ਲੋਕ ਮੁਸਲਮਾਨ ਹੋਏ ਜੇ। ਤੇ ਉਹਦੀ ਵਜ੍ਹਾ ਮਰਕਜ਼ੀ ਪਤਾ ਕੀ ਸੀ? ਉਹ ਇਹ ਹੀ ਸੀ ਕਿ ਜਦੋਂ ਅਸੀਂ ਕੋਈ ਸਵਾਲ ਉਠਾਇਆ ਤੇ ਤੁਹਾਡੀ ਤਰਫੋਂ ਕੋਈ ਜਾਮੇ ਜਵਾਬ ਨਹੀਂ ਨਾ ਆਇਆ, ਤੇ ਲੋਕਾਂ ਨੇ ਕਿਹਾ ਸ਼ਾਹ ਜੀ ਤੁਸੀਂ ਠੀਕ ਹੋ, ਵਮਾ ਅਲੈਨਾ ਇਲਲ ਬਲਾਗ। ਜਿਹਨੂੰ ਮੇਰੀ ਗੱਲ ਸਮਝ ਆ ਗਈ, ਨਾ ਸਮਝ ਆਈ ਨਾ ਆਏ, डिबेट का रास्ता खोलो। अपने कोई ऐसे उलमा या स्कॉलर या मुरब्बी जिन्हों भी जो समझते हो वो बिठाओ, उन्होंने दवो जवाब। इन्हों दे यार, इन्हों दे एक सवाल का जवाब दिओ ते जान ना छड़ाया करो। तुसीं जो जान छड़ांदे हो ना, ते दुनिया कोई भी ऐसी नहीं है कि जिहड़ी रोटी नूं चोची कहंदी होए। वो भाई जी तुहाडे अहमद जी टुटदे जे पे, जे अगर अपनी जमात नूं बचाना चाहते हो तो डिबेट करो। जी मैनू ना जी इजाजत चाहिए है। ये ते गल तो सब बड़ी असल गल है कि मदद ते मुफ्ती भाई, मुफ्ती साहब जाना ना, मैं ਤੁਹਾਨੂੰ ਉਹ ਪਲੇਟਫਾਰਮ ਨਹੀਂ ਅਸੀਂ ਰੱਖਦੇ ਹਾਂ ਟਾਈਮ, ਕਿਉਂਕਿ ਮੁਫਤੀ ਸਾਹਿਬ ਪਤਾ ਕੀ ਆ, ਇਦਾਂ ਗੱਲ ਨਹੀਂ ਬਣਦੀ। ਮਤਲਬ ਗੱਲ ਹੈ ਵੇ ਇਧਰ ਮੈਂ ਨਾ ਅਸਲ ਤੇ ਜਾਣਾ ਵੇ, ਤੁਹਾਡੀ ਖਵਾਇਸ਼ ਪੂਰੀ, ਮਤਲਬ ਕਿ ਅਗਰ ਤੁਹਾਡੀ ਕੋਈ ਖਵਾਇਸ਼ ਆ ਤੇ ਪੂਰੀ ਕਰੇ। ਉਹ ਯਾਰ ਗੱਲ ਹੈ ਲੰਬੀ ਹੋ ਜਾਂਦੀ, ਗੱਲ ਲੰਬੀ ਹੋ ਜਾਂਦੀ ਏ। ਇਹ ਵੇਖੋ ਹੁਣ ਅਲੀਮ ਸਾਹਿਬ ਦੇ ਨਾਲ ਕੱਲ ਇੱਕ ਡਿਬੇਟ ਤੈਅ ਪਾਈ, ਇਹਨਾਂ ਨੇ ਟਾਈਮ ਦਿੱਤਾ, ਮੌਜੂ ਵੀ ਤੈਅ ਪਾਇਆ। ਕੱਲ ਅਸੀਂ 8 ਵਜੇ ਤੋਂ 7 ਵਜੇ ਤੋਂ ਲੈ ਕੇ 8 ਵਜੇ, ਬਲਕਿ 8 ਤੋਂ ਵੀ 9 ਵਜੇ ਤੱਕ ਇਹਨਾਂ ਦਾ ਇੰਤਜ਼ਾਰ ਕਰਦੇ ਰਹੇ। ਮੁਫਤੀ ਸਾਹਿਬ ਤੁਹਾਡੇ ਅੱਗੇ ਹੱਥ ਜੋੜੇ ਆ, ਮੈਂ ਕਹਿਣ ਡਿਆ ਕਿ ਜਦੋਂ ਵੀ ਜਿਹੜੇ ਵੀ ਟਾਈਮ ਜਿਹੜੇ ਵੀ ਪਲੇਟਫਾਰਮ ਤੇ ਹੁਕਮ ਤੁਹਾਡਾ ਨਹੀਂ, ਪਲੇਟਫਾਰਮ ਮੈਂ ਵੇਖਾਂ ਨਾ ਹੁਸੈਨੀ ਸਾਹਿਬ ਦਾ ਪਲੇਟਫਾਰਮ ਹੈ ਜੋ ਮੈਂ ਵੀ ਸੁਣਾ ਨਾ, ਮੈਂ ਵੀ ਸੁਣਾ ਉਹ ਗੁਫ਼ਤਗੂ। ਫਿਰ ਮੈਂ ਨਵਾਂ ਅੱਜ ਟਿਕਟਾਕ ਦੇ ਉੱਤੇ ਅਗਰ ਬਿਹਤਰੀਨ ਮੁਕਾਲਮੇ ਦਾ ਅਗਰ ਕੋਈ ਪਲੇਟਫਾਰਮ ਹੈ ਵੇ ਤਾਂ ਹੁਸੈਨੀ ਸਾਹਿਬ ਦਾ ਹੈ। ਕਰੋ, ਤੈਅ ਕਰ ਲਓ ਜੀ, ਠੀਕ ਆ। ਉਹ ਅਸੀਂ ਉਹਦੇ 'ਚ ਇਨਕਾਰ ਨਹੀਂ ਆ। ਗੱਲ ਇਹ ਆ ਕਿ ਤੁਸੀਂ ਦੱਸੋ ਵੀ ਕਦੋਂ ਤੁਹਾਡੇ ਕੋਲ ਟਾਈਮ ਆ। ਕੋਈ ਨਹੀਂ, ਤੁਸੀਂ ਹੁਸੈਨੀ ਸਾਹਿਬ ਨੂੰ ਉਹ ਮੈਨੂੰ ਮੈਸੇਜ ਪਹੁੰਚ ਜਾਏਗਾ। ਉਹ ਆਮਦੇ ਜਾਂਦੇ ਰਹੋਗੇ, ਇੱਥੇ ਆਉਣਾ ਜਾਣਾ ਲੱਗੇ ਆਈ ਹੈ। ਗੱਲ ਇਹ ਬੁਨਿਆਦੀ ਤੌਰ ਤੇ ਹੈ ਕਿ ਮਤਲਬ ਗੱਲ ਇਹ ਆ ਕਿ ਇਖਤਲਾਫਾਤ ਤੇ ਸਾਡੇ ਮੁੱਕਣੇ ਨੇਗੇ ਛੇਤੀ ਕਿਤੇ ਆ, ਕਿਉਂਕਿ ਇੱਕ ਅੱਧਾ ਉਹ ਇਖਤਲਾਫ ਹੋਵੇ ਤੇ ਫੇਰ ਗੱਲ ਵਾ। ਨਹੀਂ ਮੁੱਕ ਜਾਂਦੇ ਨੇ, ਉਹ ਮੁੱਕ ਜਾਂਦੇ ਨੇ ਜਦੋਂ ਜਵਾਬ ਮਿਲ ਜਾਏ ਨਾ, ਉਹ ਮੁੱਕ ਜਾਂਦਾ ਹੈ, ਉਹ ਕਿੱਸਾ ਗੋਲ ਹੋ ਜਾਂਦਾ। ਨਹੀਂ, ਉਹਦੇ ਨਾਲ ਫਿਰ ਉਹ ਇਖਤਲਾਫ ਹੁੰਦਾ ਵਾ ਮੁਫਤੀ ਸਾਹਿਬ, ਉਹਦੇ ਨਾਲ ਇਖਤਲਾਫ ਹੁੰਦਾ ਕਿ ਮੈਂ ਉਹਦੇ ਨਾਲ ਐਗਰੀ ਕਰਦਾ ਕਿ ਨਹੀਂ ਕਰਦਾ। ਨਹੀਂ, ਉਹ ਤੁਸੀਂ ਜਵਾਬ ਦਿਓ, ਉਹ ਕੌਮ ਦੇ ਉੱਤੇ ਤੁਸੀਂ ਜਦੋਂ ਜਵਾਬ ਦਿਓਗੇ ਮੈਨੂੰ ਕੀ ਪਤਾ ਕਿ ਮੈਂ ਉਹਦੇ ਨਾਲ ਐਗਰੀ ਕਰਨਾ ਕਿ ਨਹੀਂ। ਨਹੀਂ, ਉਹ ਐਗਰੀ ਕੋਈ ਵੀ ਨਹੀਂ ਕਰਦਾ ਹੁੰਦਾ। ਦੋ ਡਿਬੇਟਰ ਜਦੋਂ ਡਿਬੇਟ ਕਰ ਰਹੇ ਹੁੰਦੇ ਨੇ, ਕੋਈ ਵੀ ਐਗਰੀ ਨਹੀਂ ਕਰਦਾ। ਦੁਨੀਆ ਦਾ ਅੱਜ ਤੱਕ ਕੋਈ ਐਸਾ ਮੁਨਾਜ਼ਰਾ ਨਹੀਂ ਹੋਇਆ ਕਿ ਜਿਹਦੇ ਚ ਦੋਵਾਂ ਨੇ ਐਗਰੀ ਕਰ ਲਿਆ ਹੋਏ ਜਾਂ ਕੋਈ ਇੱਕ ਨੇ ਐਗਰੀ। ਇੰਜ ਨਹੀਂ ਹੁੰਦਾ, ਉਹ ਕੌਮ ਵਾਸਤੇ ਹੀ ਹੁੰਦੇ ਨੇ। ਇਹ ਡਿਬੇਟ ਕੌਮ ਵਾਸਤੇ ਹੁੰਦੀ ਏ। ਹਾਂਜੀ ਜੀ, ਹਾਂਜੀ ਜੀ, ਕੌਮ ਵਾਸਤੇ ਹੁੰਦੀ। ਅੱਛਾ ਜੀ, ਮੈਨੂੰ ਇਜਾਜ਼ਤ ਦੇ ਦਿਓ ਜੀ। ਤੁਸੀਂ ਦੱਸੋ ਵੀ ਕਦੋਂ ਕਿ ਟਾਈਮ ਆ। ਤੁਸੀਂ ਹੁਸੈਨੀ ਭਾਈ ਨਾਲ ਮੈਂ ਆਂਦਾ ਜਾਂਦਾ ਹੀ ਰਹਿਣਾ ਵਾ, ਤੁਸੀਂ ਕੋਈ ਮਸਲਾ ਨਹੀਂ ਹੋ ਜਾਏ, ਕੋਈ ਗੱਲ ਨਹੀਂ, ਇਜਾਜ਼ਤ ਦੇ ਦਿਓ ਮੈਨੂੰ। ਰੱਬ ਰੱਖਾ ਜੀ, ਰੱਬ ਰੱਖਾ। ਚਲੋ ਠੀਕ ਆ, ਸੌਂ ਜਾਓ ਫਿਰ। ਠੀਕ ਹੋ ਗਈ ਜੀ ਗੱਲ। ਹੁਸੈਨੀ ਸਾਹਿਬ ਥੱਲੇ ਬੰਦੇ ਇੰਤਜ਼ਾਰ ਕਰ ਰਹੇ ਨੇ, ਬਹੁਤ ਮੈਸੇਜ ਕਰ ਰਹੇ ਨੇ। ਅਗਰ ਨਾ ਸਮਝੋ ਤੇ ਭਾਵੇਂ ਚੁੱਕ ਲਓ ਜੀ। ਉੱਤੇ ਚੁੱਕ ਲਓ ਹੁਸੈਨੀ ਭਾਈ, ਚੁੱਕੋ। ਫੈਸਲ ਸਾਹਿਬ ਮੈਸੇਜ ਕਰ ਰਹੇ ਜੀ। ਬਿਸਮਿल्लाह जी, अस्सलाम वालेकुम जी, अस्सलाम वालेकुम रहमतुल्लाहि व बरकातहू। वालेकुम अस्सलाम। अस्सलाम वालेकुम भाई, अस्सलाम वालेकुम। वालेकुम अस्सलाम भाइयों, वालेकुम अस्सलाम। वालेकुम भाई, ठीक हो? अल्हम्दुलिल्लाह जी, अल्हम्दुलिल्लाह। अली मौला हैदर, अली मौला, मुफ्ती मुबश्शिर साहब, अली मौला हैदरी, हैदरी, हैदर पता हैदरम कलंदरम मस्तम अली कमरे बंद होंदे सन। मुश्किल कुशा आवाज घट आ रही है। केड़े बंदे बोल रहे हैं? मुश्किल कुशा हैदरी, मुश्किल कला हैदरी, अली मौला, अली मौला।
ਸਲਾਮੁਅਲੈਕਮ ਜੀ ਸੈਣੀ ਭਾਈ ਸਾਹਿਬ ਜੀ, ਮੈਂ ਜੀ। ਕਿਹਾ ਗੁਫ਼ਤਗੂ ਸੁਣ ਕੇ ਤੇ ਬੜਾ ਮਜ਼ਾ ਆਇਆ ਅੱਜ। ਅੱਛਾ ਜੀ। ਜਿਹੜਾ ਆਪਣੇ ਜੱਟ ਸਾਹਿਬ ਜਿਹੜੇ ਆਏ ਨੇ ਨਾ, ਤੁਸੀਂ ਆਖਿਆ ਨਾ ਤੁਹਾਨੂੰ ਪਤਾ ਲੱਗਾ ਕਿ ਜਮਾਤ ਅਹਿਮਦੀਆ ਦੇ ਬੜੇ ਤਗੜੇ ਮੁਰੱਬੀ ਨੇ। ਚੀਫ ਮੁਰੱਬੀ ਨੇ ਬੜਾ, ਮੈਂ ਕਹਿੰਦਾ ਇਹਨਾਂ ਦਾ ਤੇ ਸ਼ੋਹਰਾ ਇਤਨਾ ਦੂਰ ਦੂਰ ਤੱਕ ਹੈ। ਲੇਕਿਨ ਖੁਦਾ ਕੀ ਕਸਮ ਹੈ, ਅਗਰ ਕੋਈ ਸੁਣਨ ਵਾਲਾ ਬੰਦਾ ਜਿਹੜਾ ਹੋਵੇ ਤੇ ਉਹ ਜ਼ਾਹਿਰ ਹੈ ਮਤਲਬ ਇਖਤਲਾਫ ਠੀਕ ਹੈ ਆਪਣੀ ਜਗ੍ਹਾ ਜੋ ਵੀ ਹੈ, ਲੇਕਿਨ ਪਤਾ ਲੱਗਾ ਉਹਨੇ ਕਿ ਬਹੁਤ ਜ਼ਬਰਦਸਤ ਗੱਲਬਾਤ ਕੀਤੀ। ਲੋਕਾਂ ਦਾ ਇਹ ਸ਼ਿਕਵਾ ਵੇ ਗਾਲੀ ਫਰੀ, ਜਿਸ ਤਰ੍ਹਾਂ ਸ਼ੂਗਰ ਫਰੀ ਹੁੰਦੀ ਹੈ ਨਾ ਕੋਕ, ਤੇ ਇਸ ਤਰ੍ਹਾਂ ਗਾਲੀ ਫਰੀ ਡਿਬੇਟ ਜਿਹੜੀ ਹੈ ਵੀ ਤੇ ਬੜਾ ਇੱਕ ਅਜੂਬਾ ਹੀ ਨਹੀਂ ਹੈ। ਬਿਲਕੁਲ ਬਿਲਕੁਲ ਨਹੀਂ, ਉਹ ਇਹ ਅਸਲ ਵਿੱਚ ਜਿਹੜੇ ਮੁਫਤੀ ਮੁਬਸ਼ਰ ਸਾਹਿਬ ਨੇ ਨਾ, ਇਹਨਾਂ ਦਾ ਮਿਜ਼ਾਜ ਗਾਲੀਆਂ ਵਾਲਾ ਨਹੀਂ, ਇਹ ਥੋੜੇ ਨਹੀਂ ਕਰਦੇ, ਗਾਲ ਗਲੋਚ ਨਹੀਂ ਨਹੀਂ, ਉਹ ਕਦੇ ਨਹੀਂ ਗਾਲ ਨਹੀਂ ਕਦੇ ਵੀ ਕੱਢਦੇ। ਦੋਨੋਂ ਦੋ ਜਿਹੜੇ ਨੇ ਉਹ ਬੜੇ ਅੱਛੇ ਡਿਬੇਟਰ ਨੇ। ਅੱਜ ਸਾਹਮਣੇ ਜਿਹੜੇ ਦੋਨਾਂ ਨੇ ਕੀਤਾ ਕਿ ਦੋਨੋਂ ਅੱਛੇ ਅਖਲਾਕ ਦੇ ਮਾਲਕ ਨੇ। ਬਹੁਤ ਹੋ ਗਿਆ ਜਨਾਬ ਅੱਜ ਜੀ। ਅੱਗੇ ਵੀ ਇਹਨਾਂ ਦੇ ਮੁਨਾਜ਼ਰੇ ਸੁਣੇ ਨੇ ਤੇ ਬਹੁਤ ਹੀ ਕਮਾਲ ਦੀਆਂ ਗੱਲਾਂ। ਮੈਂ ਸੁਣਨਾ ਪਿਆ ਸਾਂ, ਮੈਂ ਸੋਚਣਾ ਸਾਂ ਕਿ ਜੱਟ ਸਾਹਿਬ ਦੀ ਜਗ੍ਹਾ ਜਵਾਬ, ਲੇਕਿਨ ਜੱਟ ਸਾਹਿਬ ਨੇ ਇੰਤਹਾਈ ਖੂਬਸੂਰਤ ਔਰ ਬਹੁਤ ਉਮਦਾ ਜਵਾਬ ਦਿੱਤਾ। ਅਗਰ ਕਿਸੇ ਦੀ ਸਮਝ ਚ ਆਉਂਦਾ ਹੈ ਤਾਂ ਆਵੇ, ਨਹੀਂ ਆਉਂਦਾ ਤੇ ਨਾ ਆਏ, ਕੋਈ ਜ਼ਰੂਰੀ ਨਹੀਂ। ਲੇਕਿਨ ਜੱਟਾ ਹੱਕ ਅਦਾ ਕਰ ਦਿੱਤਾ ਹੀ ਅੱਜ ਜਮਾਤ ਅਹਿਮਦੀਆ ਦੀ ਤਰਫੋਂ ਜਵਾਬ ਦੇਣ ਦਾ, ਤੂੰ ਹੱਕ ਅਦਾ ਕੀਤਾ ਪੂਰਾ। ਤਲਤ ਭਾਈਓ ਵੀਰਾਂ ਨੂੰ ਤੇ ਨਹੀਂ ਮੈਂ ਸੁਣਾਉਣਾ, ਮੈਂ ਆਪਣੇ ਇੱਕ ਟੀਚਰ ਨੂੰ ਸੁਣਾਉਣਾ, ਉਹਨੂੰ ਪਤਾ ਲੱਗ ਜਾਊਗਾ ਕਿ ਮੈਂ ਇੱਕ ਸ਼ੇਰ ਸੁਣਾਉਣਾ ਇੱਕੋ ਹੀ ਫਿਕਰੇ ਦਾ, ਉਹ ਮੇਰੇ ਟੀਚਰ ਨੂੰ ਪਤਾ ਹੋਊਗਾ। ਮੈਂ ਲੱਜੇ ਪਾਲਾਂ ਦੇ ਲੜ ਲੱਗੀਆਂ, ਮੇਰੇ ਤੋਂ ਗਮ ਪਰੇ ਰਾਂਦੇ। ਮੇਰੇ ਉਸਤਾਦ ਨੂੰ ਪਤਾ ਲੱਗ ਗਈ ਗੱਲ। ਮੈਂ ਕਹਿੰਦਾ ਜੀ ਗੱਲ ਛੱਡ ਦਿਓ, ਬੱਲੇ ਬੱਲੇ। ਉਸਤਾਦ ਜਿਹੜੇ ਤੇਰੇ ਨੇ, ਮੈਨੂੰ ਪਤਾ ਹੈ ਜੱਟਾ ਉਸਤਾਦ ਤੇਰੇ ਬੜੇ ਤਗੜੇ ਨੇ। ਹੁਸੈਨੀ ਸਾਹਿਬ ਜੀ ਜੀ, ਬਿਸमिल्लाह बिस्मिल्लाह। बस कोशिश करो कि अल्लाह करे ते वापस डगर ते आ जाए गड्डी। आमीन। ते ਇਹ ਬੜੀ ਅੱਛੀ ਲਾਈਨ ਹੈ, ਇਸ ਲਾਈਨ ਤੇ ਗੱਡੀ ਨੂੰ ਚੱਲਣਾ ਚਾਹੀਦਾ ਹੈ। ਗੱਲ ਦੋ ਬੰਦੇ ਕਰਨ ਤੇ ਬਾਕੀ ਬੰਦੇ ਸੁਣਨ। ਮੈਂ ਤੁਹਾਨੂੰ ਤਿੰਨਾਂ ਬੰਦਿਆਂ ਦੇ ਨਾਂ ਦੇਣਾ ਆਪਣੀ ਤਰਫੋਂ। ਤੁਸੀਂ ਜਿਹੜਾ ਵੀ ਬੰਦਾ ਉਧਰੋਂ ਮੁਨਾਸਬ ਉਹ ਸਮਝਣ, ਉਹ ਸਵਾਲ ਜਵਾਬ ਕਰਨਾ ਚਾਹਣ, ਤੁਸੀਂ ਇੰਨਾ ਹੀ ਬਸ ਮੈਨੇਜ ਕਰੀ ਜਾਓ ਉਹਨਾਂ ਤੇ। ਇਹ ਵੀ ਬੜਾ ਨੇਕੀ ਦਾ ਕੰਮ ਹੈ। ਫੈਸਲਾ ਲੋਕ ਕਰ ਲੈਂਦੇ ਵੀ ਕਿਹਦੀ ਗੱਲ ਇਨਫੋਰਮੇਟਿਵ ਸੀ ਤੇ ਕਿਹਦੀ ਗੱਲ ਮਿਸਗਾਈਡ ਕਰਨ ਵਾਲੀ ਸੀ। ਅਗਰ ਇੰਜ ਤੁਸੀਂ ਟਰੈਕ ਤੇ ਚਾੜ ਕੇ ਤੇ ਉਹਨਾਂ ਦੋ ਬੰਦਿਆਂ ਨੂੰ ਅਸ਼ੋਰ ਕਰ ਸਕਦੇ ਹੋ ਵੀ ਲੈ ਬਈ ਤੁਸੀਂ ਰੋਲਾ ਪਾਇਆ ਤੇ ਮੈਂ ਤੁਹਾਨੂੰ ਦੋਵਾਂ ਨੂੰ ਲਾ ਦਿਆਂਗਾ। ਜੇ ਤੁਸੀਂ ਆਪਣੇ ਆਪਣੇ ਟਾਈਮ 'ਚ ਟਾਈਮ ਰੱਖ ਕੇ ਗੱਲ ਕਰਦੇ ਰਹੋ ਤੇ ਮੈਂ ਵੀ ਮਿਊਟ ਹੀ ਲਾ ਕੇ ਤੇ ਪਿਆ ਸੁਣਾ ਦਾ ਨਾਲ ਜਾਣਾ। ਤੇ ਉਹ ਜੋ ਮਰਜ਼ੀ ਗੱਲਾਂ ਪੇ ਕਰਨ, ਮੇਰਾ ਨਹੀਂ ਖਿਆਲ ਕਿ ਇਹਦਾ ਕੋਈ ਨੁਕਸਾਨ ਹੈ, ਬਲਕਿ ਇਹਦਾ ਫਾਇਦਾ ਹੈ। ਥੱਲੇ ਮੇਰੇ ਹਾਲੇ ਜ਼ਿਆਰ ਰਸੂਲ ਭਾਈ ਬੈਠੇ ਨੇ, ਇੱਕ ਮੈਂ ਹਾਜ਼ਰ ਹਾਂ, ਇੱਕ ਮੁਫਤੀ ਸਾਹਿਬ ਨੇ, ਹੋਰ ਵੀ ਇੱਕ ਦੋ ਬੰਦਿਆਂ ਦੇ ਨਾਂ ਦਿੱਤੇ ਜਾ। ਅਮਰ ਭਾਈ ਉਹ ਨਵੇਂ ਆਏ ਆ, ਉਹ ਨਵੇਂ ਆਏ, ਦੇਖ ਲਓ ਉਹ ਨਵੇਂ ਆਏ ਆ ਅਮਰ ਭਾਈ। ਅੱਛਾ, ਨਹੀਂ ਮੈਂ ਕੌਣ ਆਏ ਨਵੇਂ? ਨਹੀਂ ਮੈਂ ਉਹ ਨਵੇਂ ਆਏ, ਸਕਰੀਨ ਨਹੀਂ ਦੇਖਣ ਲੱਗਿਆ। ਤੇ ਇਹ ਕੰਮ ਕਰਾ ਦਿਓ ਤੇ ਬੜਾ ਚੰਗਾ ਕੰਮ ਹੈ। ਬਾਕੀ ਜਿਹੜੀ ਗੱਲ ਮਲਕ ਸਾਹਿਬ ਆਏ ਨੇ, ਮਲਕ ਸਾਹਿਬ ਨਾਲ ਸਲਾਮ ਦੁਆ ਕਰ ਲਓ। ਨਾਸਰ ਸਾਹਿਬ ਆਏ ਨੇ। मलक साहब सलाम है। वालेकुम सलाम आमिर भाई, आपको भी सलाम है प्यार भरा। मलक साहब आज सुबह दे किरे नजर नहीं होए यार, आज बिजी सा थोड़ा जा। ਹੁਣ ਪਹੁੰਚਿਆ ਘਰ, ਹੁਣ ਆਇਆ ਘਰ। ਬੜੀ ਅੱਛੀ ਗੱਲ ਹੈ, ਜ਼ਿਆਦਾ ਬਿਜ਼ੀ ਰਹੇ ਹੋ। ਜੀ ਜੀ। ਤੇ ਐਮ ਨਵਾਇਲ ਸਾਹਿਬ ਨੇ ਤੇ ਨਾਲ ਫਿਰ ਨਾਸਰ ਸਾਹਿਬ ਨੇ। ਨਾਸਰ ਸਾਹਿਬ ਜਿਹੜੇ ਥੱਲੇ ਨਾ, ਜਿਹੜੇ ਹੁਸੈਨੀ ਭਾਈ ਜੋ ਥੱਲੇ ਸਾਕੀ ਲਿਖਿਆ, ਮੇਰਾ ਭਰਾ ਵਾ ਵੱਡਾ। ਨਹੀਂ ਉਹ ਤੇ ਹੈ ਹੀ ਨੇ, ਕਿ ਉਹ ਤੇ ਸਾਰਿਆਂ ਦੇ ਸਾਕੀ ਨੇ, ਕਿ ਸਿਰਫ ਤੁਹਾਡੇ ਥੋੜੀ ਨੇ। ਉਹ ਹੁਕਮ ਕਰੋ ਕੀ ਕਹਿੰਦੇ ਸੀ ਨਾਸਰ? ਹਾਂ ਜੀ,
ਤੁਸੀਂ ਪੀਣ ਵਾਲੇ ਬਣੋ ਉਹ ਤੇ ਸਾਕੀ ਨੇ, ਇਹਦੇ 'ਚ ਕੀ ਸ਼ੱਕ ਹੈ। ਤੇ ਇਹ ਨਾਸਰ ਸਾਹਿਬ ਇਹ ਜਿਹੜਾ ਲਿਖਿਆ ਤੁਸੀਂ ਆਪਣਾ ਲਫ਼ਜ਼ ਕੀ ਹੈ, ਇਸਤਗਫਾਰ ਹੈ ਜਾਂ ਲਫ਼ਜ਼ ਸਮਝ ਪੜਿਆ ਨਹੀਂ ਮੈਂ। ਉਹ ਥੋੜਾ ਜਿਹਾ ਘਟਲਾ ਹੈ, ਅਸਤਗਫਿਰੁल्लाह रब्बी मिन कुल्लि ज़ंब ਹੈ ਅਸਤਗਫੁਰੁल्लाह ਰੱਬੀ ਲਿਖਿਆ। ਅਸਤਗਫਿਰੁल्लाह। ਅੱਛਾ ਠੀਕ ਹੈ, ਤੇ ਉਹ ਥੋੜਾ ਜਿਹਾ ਬੜਾ ਸੀ ਤੇ ਉਹ ਵਿੱਚ ਨਹੀਂ ਉਹ ਕੁਛ ਉਹ ਆ ਸਾਈਡ ਸਕੇ। ਹੋ ਗਿਆ। ਠੀਕ ਹੈ, ਠੀਕ ਹੋ ਗਈ ਗੱਲ, ਠੀਕ ਹੈ। ਹੁਸੈਨੀ ਸਾਹਿਬ ਮੈਂ ਜੀ। ਕਿਹਾ ਹੁਸੈਨੀ ਭਾਈ ਹੁਣ ਮੈਨੂੰ ਨਾ ਪੁੱਛ ਲੈਣਾ ਵੀ ਜਾਂ ਤੁਸੀਂ ਜਿਹੜਾ ਫੋਟੋ ਤੇ ਲਾਏ ਆ ਘੋੜੀ ਹੈ ਕਿ ਘੋੜਾ ਹੈ। ਤੁਸੀਂ ਜੋ ਵੀ ਕੀਤੀ ਉਹ ਸਭ ਠੀਕ ਹੈ। ਅੱਛਾ ਹੁਸੈਨੀ ਸਾਹਿਬ ਗੱਲ ਨੂੰ ਮੈਂ ਕਿਹਾ ਚਲੋ ਥੋੜਾ ਜਿਹਾ ਟੋਰਾ। ਜੀ ਮੈਂ ਪਿੱਛੇ ਜਿਹੜੀ ਤੁਹਾਡੀ ਬਰਾੜ ਤੇ ਨਾ ਧੂਆਂ ਅੱਜ 2 ਦਫਾ ਪੈ ਗਿਆ ਨਾ ਧੂਆਂ ਧਾਰੀ, ਜੀ ਤੇ ਜਦੋਂ ਪਹਿਲੀ ਦਫਾ ਧੂਆਂ ਪਿਆ ਸੀ ਤੇ ਇੱਕ ਬੰਦੇ ਨੇ ਸਵਾਲ ਇਹ ਕੀਤਾ ਸੀ ਕਿ